ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਭਲਕੇ ਉੱਠ ਪਪੂਲੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਨੇ ਜੋ ਸਮਾਂ ਬਖਸ਼ਿਆ ਹੈ, ਆਓ ਉਸ ਦਾ ਲਾਭ ਉਠਾਈਏ। ਜੇ ਸ਼ਬਦ ਤੋਂ ਲੜੀਵਾਰ ਕਥਾ ਆਰੰਭ ਹੋ ਰਹੀ ਹੈ, ਉਹਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿਸ ਪ੍ਰਕਾਰ ਪਾਵਨ ਅੰਮ੍ਰਿਤ ਬਚਨ ਸੁਣਨਾ ਕਰੋ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੰਮ੍ਰਿਤ ਬਚਨ ਹੈ ਜੀ। ਭਲਕੇ ਉੱਠ ਪਪੂਲੀਐ। ਕਹਿੰਦੇ ਹੈ ਭਾਈ, ਜੋ ਹਰ ਰੋਜ਼ ਹੀ ਭਲਕੇ ਦਾ ਅਰਥ ਹੈ ਸਵੇਰੇ ਉੱਠਦਿਆਂ ਹੀ ਸਰੀਰ ਦੀ ਪਪੋਲੀ ਹੈ, ਪਲੋਸਾ ਪਲੋਸੀ ਜਿਹੜੀ ਹੈ, ਪਾਲਣ ਪੋਸ਼ਣ ਜਿਹਨੂੰ ਦੂਹਰੇ ਬਚਨ ਵਿੱਚ ਕਹਿੰਦੇ। ਭਾਵ ਕੀ ਹੈ ਵੀ ਸਰੀਰ ਨੂੰ ਸਾਬਣ ਤੇਲ ਦੇ ਨਾਲ ਔਰ ਕਦੇ ਸੁਗੰਧਿਤ ਪਦਾਰਥਾਂ ਦੇ ਨਾਲ, ਕਦੇ ਮਾਲਿਸ਼ ਕਰ ਲਈ, ਕਦੇ ਖੁਸ਼ਬੂਆਂ ਲਾ ਲਈਆਂ, ਕਦੇ ਆਪਣੇ ਮੂੰਹ ਨੂੰ ਸ਼ੀਸ਼ੇ 'ਤੇ ਦੇਖ ਕੇ ਦੇਖ ਲਿਆ ਵੀ ਮੈਂ ਕਿੰਨਾ ਕੁ ਸੋਹਣਾ ਲੱਗਦਾ ਹਾਂ। ਇਹ ਪਪੋਲੀ ਕਰਨ ਦਾ ਭਾਵ ਹੈ। ਭਲਕੇ ਹਰ ਰੋਜ਼ ਉੱਠ ਕੇ ਇਹ ਜੀਵ ਤੂੰ ਐਸਾ ਕਰ ਰਿਹਾ। ਭਲਕੇ ਹਰ ਰੋਜ਼ ਸਵੇਰੇ ਉੱਠ ਕੇ ਪਪੋਲੀ ਹੈ, ਗ੍ਰੰਥਾਂ ਨੂੰ ਪੜ੍ਹ ਲਿਆ, ਪੁਸਤਕਾਂ ਨੂੰ ਪੜ੍ਹ ਲਿਆ, ਗ੍ਰੰਥਾਂ ਦੀ ਫਰੋਲਾ ਫਰਾਲੀ ਕਰ ਲਈ, ਇਹ ਵੀ ਪਪੋਲੀ ਹੈ ਦੇ ਵਿੱਚ ਹੀ ਹੈ। ਉਹਨਾਂ ਨੂੰ ਪੜ੍ਹ ਪੜ੍ਹਾ ਲਿਆ, ਕਦੇ ਉਹਨਾਂ ਗ੍ਰੰਥਾਂ ਦਾ ਜਿਹੜਾ ਸਾਰ ਅੰਸ਼ ਹੈ, ਸਿਧਾਂਤ ਹੈ, ਉਹ ਨਹੀਂ ਸਮਝਿਆ ਤੇ ਫੋਲਾ ਫਾਲੀ ਕਰਦੇ ਰਹੇ, ਪਰ ਇਹ ਨਹੀਂ ਸਮਝਿਆ ਹੈ ਬਿਨ ਬੁੱਝੇ ਮੁਗਧ ਅਜਾਣ। ਇਹ ਬੁੱਝੇ ਅਦਕ ਸਹਿਤ ਪਾਠ ਸਮਝਣਾ ਭਾਈ, ਤੇ ਪਰਮੇਸ਼ਰ ਦੇ ਬੁੱਝੇ ਸਮਝਿਆ, ਬਿਨਾਂ ਪਰਮੇਸ਼ਰ ਦੇ ਸਮਝਿਆ ਉਹ ਮੁਗਧ ਮੂਰਖ ਹੀ ਕਹੇ ਜਾਣਗੇ, ਅਣਜਾਣ। ਉਹਨਾਂ ਨੇ ਮਨੁੱਖਾ ਜੀਵਨ ਜਿਹੜਾ ਹੈ ਉਹਦਾ ਮਨੋਰਥ ਨਹੀਂ ਸਮਝਿਆ। ਇਹ ਸਰੀਰ ਪ੍ਰਭੂ ਦੀ ਪ੍ਰਾਪਤੀ ਵਾਸਤੇ ਸੀ, ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮਿਲਿਆ, ਪਰ ਇਹ ਮਨੋਰਥ ਨਹੀਂ ਸਮਝਿਆ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਸਮਾਂ ਹੈ ਵਾਹਿਗੁਰੂ ਦੇ ਮਿਲਣ ਦਾ, ਇਹ ਨਹੀਂ ਗੱਲ ਸਮਝੀ ਹੈ। ਸੋ ਪ੍ਰਭ ਚਿਤ ਨ ਆਇਓ। ਸੋ ਦਾ ਅਰਥ ਹੈ ਉਹ ਵਾਹਿਗੁਰੂ ਜਿਹੜਾ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਚੇਤੇ ਨਹੀਂ ਆਇਆ, ਕਦੇ ਇਹ ਨਹੀਂ ਚੇਤੇ ਕੀਤਾ ਵੀ ਮਾਤਾ ਦੇ ਗਰਭ ਵਿੱਚ ਉਹਨੇ ਰੱਖਿਆ ਕੀਤੀ ਸੀ ਮੇਰੀ, ਉਹ ਪ੍ਰਭੂ ਚੇਤੇ ਨਹੀਂ ਆਇਆ ਹੈ। ਗਰਭ ਮਹਿ ਰਾਖਿਆ ਜਿਨ ਕਰ ਯਤਨ, ਜਿਹਨੇ ਬੜੇ ਯਤਨ ਕਰਕੇ ਤੈਨੂੰ ਮਾਤਾ ਦੇ ਉਦਰ ਵਿੱਚ ਰੱਖਿਆ ਹੈ, ਪਰ ਇਹ ਯਾਦ ਰੱਖੀ ਤੋਂ ਛੁੱਟੇਗੀ ਬੇਵਾਣ। ਇਹ ਜਿਹੜੀ ਤੈਨੂੰ ਦੇਹ ਮਿਲੀ ਹੈ ਇੱਕ ਵਾਰੀ ਛੁੱਟੇਗੀ ਤੇਰੇ ਕੋਲੋਂ। ਔਰ ਕਈਆਂ ਦੀ ਇਹ ਦੇਹ ਛੁੱਟੀ ਹੋਈ ਤਾਂ ਦੇਖ ਲਈ ਹੈ, ਮ੍ਰਿਤਕ ਸਰੀਰ ਦੇਖ ਲਏ, ਕਈਆਂ ਦੀਆਂ ਅਰਥੀਆਂ ਨਾਲ ਜਾ ਕੇ ਤਾਂ ਦੇਖ ਲਿਆ। ਉਹ ਵੀ ਤਾਂ ਤੁਰਦੇ ਫਿਰਦੇ ਸੀ ਕਿਸੇ ਵੇਲੇ, ਜਿਹੜੇ ਹੁਣ ਸ਼ਮਸ਼ਾਨ ਭੂਮੀ ਵਿੱਚ ਅਗਨੀ 'ਚ ਦਾਹ ਸੰਸਕਾਰ ਜਿਨ੍ਹਾਂ ਦਾ ਹੋ ਗਿਆ, ਉਹ ਮ੍ਰਿਤਕ ਹੋ ਜਾਏਗੀ, ਛੁੱਟ ਜਾਏਗੀ। ਬੇਵਾਣ ਨਾਮ ਹੈ ਉਜਾੜ ਦਾ, ਉਜਾੜ ਨਾਮ ਹੈ ਸ਼ਮਸ਼ਾਨ ਭੂਮੀ ਦਾ, ਤੇ ਉੱਥੇ ਜਾ ਕੇ ਰੋਲੇਗੀ ਤੂੰ ਕਾਇਆ ਮੈਂ ਰੋਦੀ ਦੇਖੀ। ਬੇ ਦਾ ਅਰਥ ਹੈ ਦਵੈਤ, ਬਾਣ ਦਾ ਅਰਥ ਹੈ ਆਦਤ। ਇਹ ਜਿਹੜੀ ਦਵੈਸ਼ ਕਰਨ ਵਾਲੀ ਆਦਤ ਨਹੀਂ ਗਈ ਅਜੇ। ਕਿਸੇ ਨੂੰ ਨੇੜੇ ਸਮਝਣਾ, ਕਿਸੇ ਨੂੰ ਦੂਰ ਸਮਝਣਾ, ਸਮਦ੍ਰਿਸ਼ਟੀ ਨਾ ਰੱਖਣੀ, ਤੇ ਕਿਸੇ ਨੂੰ ਮਿੱਤਰ ਬਣਾ ਕੇ ਰੱਖਣਾ, ਕਿਸੇ ਨੂੰ ਬੈਰੀ ਬਣਾ ਕੇ ਰੱਖਣਾ। ਬੇ ਦੂਜੀ ਬਾਣ, ਇਹ ਬਾਣੀ ਤੇਰੀ ਦਵੈਸ਼ ਵਾਲੀ, ਜਿਹੜਾ ਹਰ ਵਾਰ ਦਵੈਸ਼ ਬੋਲਦਾ, ਕਦੋਂ ਛੁੱਟੇਗੀ? ਪਰਮਾਰਥ ਨੂੰ ਛੱਡ ਕੇ ਫਜ਼ੂਲ ਜਿਹੜਾ ਬਕਵਾਦ ਕਰਦਾ ਰਹਿਣਾ ਹੈ, ਇਹ ਤੇਰੀ ਆਦਤ ਕਦੋਂ ਛੁੱਟੇਗੀ, ਕਦੋਂ ਬਦਲੇਗਾ? ਤੇ ਜਦੋਂ ਵਿਵਾਨ ਫੱਟੇ ਦੇ ਉੱਤੇ ਅਰਥੀ ਦੇ ਵਿੱਚ ਪਾ ਦਿੱਤਾ, ਉਦੋਂ ਤੇਰੀ ਦੇਹ ਛੁੱਟ ਜਾਏਗੀ, ਦੇਹ ਦਾ ਅੰਤ ਹੋ ਜਾਏਗਾ। ਇਸ ਕਰਕੇ ਉਦੋਂ ਫਿਰ ਦਵੈਤ ਵਾਲੀ ਬਾਣ ਆਦਤ ਕਿੱਥੇ ਜਾਏਗੀ ਤੇਰੀ? ਸੜ ਕੇ ਸੁਆਹ ਹੋ ਜਾਏਗਾ। ਸਤਿਗੁਰ ਸੇਤੀ ਚਿਤ ਲਾਏ। ਉਪਦੇਸ਼ ਕੀ ਦਿੰਦੇ ਮਹਾਰਾਜ, ਕਹਿੰਦੇ ਇੱਕੋ ਹੀ ਕੰਮ ਕਰਨ ਵਾਲਾ ਤੇਰਾ। ਸਤਿਗੁਰੂ ਦੇ ਦੱਸੇ ਹੋਏ ਉਪਦੇਸ਼ ਦੁਆਰਾ ਆਪਣੇ ਚਿੱਤ ਵਾਹਿਗੁਰੂ ਦੇ ਨਾਲ ਜੋੜ ਕੇ ਰੱਖ ਤੂੰ ਸਦਾ ਸਦਾ ਰੰਗ ਮਾਣ। ਤੇ ਆਪਣੀ ਬਿਰਤੀ ਵਾਹਿਗੁਰੂ ਦੇ ਨਾਲ ਜੋੜ ਕੇ, ਸਦਾ ਸਦਾ ਦਾ ਅਰਥ ਹੈ ਹਮੇਸ਼ਾ ਹਮੇਸ਼ਾ, ਹਰ ਵੇਲੇ, ਊਠਤ ਬੈਠ ਸੋਵਤ ਨਾ,
ਪਰਮਾਤਮਾ ਦੇ ਰੰਗ, ਰੰਗ ਦਾ ਅਰਥ ਹੈ ਆਨੰਦ। ਉਹਨੂੰ ਆਨੰਦ ਨੂੰ ਭੋਗਣਾ ਕਰ, ਆਨੰਦ ਨੂੰ ਮਾਣਨਾ ਕਰ। ਪ੍ਰਾਣੀ ਤੂੰ ਆਇਆ ਲਾਹਾ ਲੈਣ। ਪ੍ਰਾਣੀ ਆਪਾਂ ਨੂੰ ਤਾਂ ਕਹਿੰਦੇ ਆ, ਆਪਣੇ ਵਿੱਚ ਪ੍ਰਾਣ ਚੱਲਦੇ ਆ। ਪ੍ਰਾਣ, ਉਪਾਨ, ਸਮਾਨ, ਉਦਾਨ, ਬਿਆਨ, ਨਾਗ, ਕੂਰਮ, ਕਰਕਲ, ਦੇਵਦੱਤ, ਧਨੀਜੈ, ਇਹ 10 ਪੌਣਨ। ਜਿਹਦੇ ਕੋਲ ਧਨ ਹੁੰਦਾ ਉਹਨੂੰ ਕਹੀਦਾ ਧਨੀ ਹੈ। ਸਾਡੇ ਕੋਲ ਪ੍ਰਾਣ, ਸਾਨੂੰ ਪ੍ਰਾਣੀ ਕਹਿੰਦੇ ਆ। ਜਦੋਂ ਪ੍ਰਾਣ ਨਾ ਰਹੇ ਫਿਰ ਪ੍ਰਾਣੀ ਨਹੀਂ ਕਹੇਗਾ, ਕਹਿਣਗੇ ਵੀ ਇਹ ਮੁਰਦਾ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ। ਕੀ ਲਾਹਾ ਲੈਣ ਵਾਲੇ? ਲਾਹੇ ਦਾ ਅਰਥ ਹੈ ਲਾਭ ਲੈਣ ਵਾਸਤੇ ਆਇਆ ਸੀ ਤੂੰ ਤਾਂ, ਜਿਹੜਾ ਲਾਭ 84 ਲੱਖ ਜੂਨਾਂ 'ਚ ਨਹੀਂ ਸੀ ਤੈਨੂੰ ਮਿਲ ਸਕਦਾ। ਉਹ ਕੀ ਸੀ? ਵਾਹਿਗੁਰੂ ਦੀ ਭਗਤੀ ਦਾ ਸੀ, ਭਜਨ ਸਿਮਰਨ ਦਾ ਲਾਹਾ ਲੈਣ ਆਇਆ ਸੀ। ਲੱਗਾ ਕਿਤ ਕੋ ਫੱਕੜੇ। ਪਰ ਤੂੰ ਕੀ ਕਰ ਰਿਹਾ ਇਸ ਵੇਲੇ? ਕੁਫੱਕੜੇ ਹੁੰਦੇ ਖੋਟੇ, ਖੋਟੀ ਪਕੜ, ਖੋਟੇ ਕਰਮ ਜਿਹੜੇ ਨੇ। ਇਹ ਕੁਫਕੜੇ ਨਾ ਬਣ ਜਵੇ ਪਾਠ। ਇਹ ਧਿਆਨ ਰੱਖਣਾ, ਅੱਖਰ ਉਹੀ ਹੁੰਦੇ ਆ, ਉਚਾਰਨ ਦਾ ਭੇਦ ਹੁੰਦਾ ਹੈ। ਅਦਕ ਸਹਿਤ ਵੀ ਹੈ ਪਰ ਕੁਫਕੜੇ ਬੋਲ ਹੈ ਇਸ ਨੂੰ। ਤੋ ਇਸ ਕਰਕੇ ਖੋਟੇ ਕੰਮਾਂ ਦੀ ਪਕੜ, ਕੋ ਕਰਮਾਂ ਦੇ ਵਿੱਚ ਲੱਗਿਆ ਹੋਇਆ। ਤੇਰੀ ਉਮਰ ਰੂਪੀ ਰੈਣ ਜਿਹੜੀ ਹੈ ਦੀ ਬੋਲਦੇ ਹੋ, ਸਭ ਮੁਕਦੀ ਚੱਲੀ ਰਹਿਣ। ਇਹ ਕਿਹੜੀ ਰੈਣ? ਜਿਵੇਂ ਸੁੱਤੇ ਪਿਆ ਰਾਤ ਬਤੀਤ ਹੋ ਗਈ ਹੈ, ਤੇ ਇਸੇ ਤਰ੍ਹਾਂ ਉਮਰ ਰੂਪੀ ਰਾਤ ਤੇਰੀ ਜਾ ਰਹੀ ਹੈ। ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਬੁਢਾਪਾ ਆ ਗਿਆ। ਇਹ ਨੰਬਰਵਾਰ ਇਸ ਤਰ੍ਹਾਂ ਹੁੰਦਾ ਰਹੇਗਾ ਸਾਰੇ ਸਰੀਰਾਂ 'ਚ। ਸਭ ਮੁਕਦੀ ਚੱਲੀ ਰਹਿਣ, ਤੇਰੀ ਉਮਰ ਅਵਸਥਾ ਰਹਿਣ। ਇਹ ਰਾਤ ਹੈ, ਰਾਤ ਦੀ ਨਿਆਈ ਹੈ। ਰਾਤ ਦੀ ਨਿਆਈ ਕਿਉਂ ਹੈ? ਅਵਿਦਿਆ ਦਾ ਹਨੇਰਾ ਹੈ, ਅਗਿਆਨ ਦੇ ਵਿੱਚ ਹੈ। ਰਾਤ ਨੂੰ ਹਨੇਰਾ ਹੁੰਦਾ, ਤੇਰੀ ਜ਼ਿੰਦਗੀ ਹਨੇਰਾ ਹੈ। ਇਸ ਕਰਕੇ ਤੇਰੀ ਉਮਰ ਰੂਪੀ ਰਾਤ ਬਤੀਤ ਹੋ ਗਈ। ਇਸੇ ਤਰ੍ਹਾਂ ਹੀ ਅਸਥਾਈ ਦੇ ਕੇ ਫਰਮਾਉਂਦੇ ਨੇ, ਕੁਦਮ ਕਰੇ ਪਸ ਪੰਖੀਆ। ਤੇਰੀ ਹਾਲਤ ਕੈਸੀ ਹੈ? ਜਿਵੇਂ ਪਸ਼ੂ ਔਰ ਪੰਛੀ। ਪਸ ਤੇ ਪੰਖੀ ਦੋ ਆਗੇ ਸ਼ਬਦ ਹੈ। ਪਸ਼ੂ ਤੇ ਪੰਛੀ ਕੁਦਮ ਨਾਮ ਕਲੋਲਾਂ ਕਰਨ ਦਾ। ਤੇ ਉਹ ਜਿਸ ਤਰ੍ਹਾਂ ਕਸਾਈ ਲੋਕ ਹੈ ਜਿਹੜੇ ਬੱਕਰੇ ਨੂੰ ਮਾਰਨਾ ਹੁੰਦਾ ਪਹਿਲਾਂ ਇੱਜੜ 'ਚ ਛੱਡ ਦਿੰਦੇ ਉਹਨੂੰ। ਉਹ ਬੜੀਆਂ ਕਲੋਲਾਂ ਕਰਦਾ ਹੈ, ਛਾਲਾਂ ਮਾਰਦਾ। ਉਹਦੇ ਨਾਲ ਕੀ ਕਹਿੰਦੇ? ਮਾਸ ਵੱਧ ਜਾਂਦਾ ਹੁੰਦਾ। ਇਹ ਉਹਨਾਂ ਦਾ ਕਸਾਈਆਂ ਦਾ ਐਸਾ ਖਿਆਲ ਹੈ। ਤੇ ਜਿਹੜੇ ਪੰਛੀਆਂ ਨੂੰ ਫੜਨ ਵਾਲੇ ਨੇ ਉਹ ਚੋਗਾ ਪਾਉਂਦੇ ਨੇ, ਉਹ ਚੋਗਾ ਫੁੱਟਦੇ ਨਾਲੇ ਕਲੋਲਾਂ ਕਰਦੇ ਨੇ, ਬਹੁਤ ਖੁਸ਼ ਹੁੰਦੇ ਹੈ। ਕੁਦਮ, ਇਹਦਾ ਨਾਮ ਕੁਦਮ ਤਾਂ ਹੈ, ਖੋਟਾ ਉਦਮ ਹੈ। ਕਲੋਲਾਂ ਕਿਹੜੀਆਂ ਕਰਦਾ ਹੈ? ਤੇ ਮਾਰਨ ਵਾਸਤੇ ਕਾਲ ਤਾਂ ਤੇਰੇ ਸਿਰ ਤੇ ਖੜਾ ਹੈ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਉੱਥੇ ਵੀ ਕੇਲ ਦਾ ਅਰਥ ਕਲੋਲ ਹੀ ਹੈ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਬਾਜ ਪਏ ਤੇ ਇਸ ਰੱਬ ਦੇ ਕੇਲਾਂ ਵਿਸਰੀਆਂ, ਫਿਰ ਵਿਸਰ ਜਾਣੀਆਂ। ਇਹ ਮਹਾਰਾਜ ਸਾਹਿਬ ਜੀ ਕਹਿੰਦੇ ਤੈਨੂੰ ਕਦੇ ਇਸ ਪ੍ਰਕਾਰ ਦੀ ਤੇਰੀ ਕਦੇ ਦ੍ਰਿਸ਼ਟੀ ਗਈ ਨਹੀਂ ਹੈ। ਇਸ ਤਰ੍ਹਾਂ ਦਿਸੈ ਨਾਹੀ ਕਾਲ। ਤੈਨੂੰ ਕਾਲ ਦਿਸਿਆ ਹੀ ਨਹੀਂ ਕਦੇ। ਅਖੇ ਜੀ ਕਿਵੇਂ ਦਿਸਣਾ ਸੀ? ਕਹਿੰਦੇ ਜਦੋਂ ਕੋਈ ਮਰਿਆ ਪਿਆ ਸੀ ਉਦੋਂ ਦੇਖ ਲੈਂਦਾ, ਉਹਦੇ ਵਿੱਚ ਦੀ ਦੇਖ ਲੈਂਦਾ। ਕਿਸੇ ਦੀ ਮੌਤ ਕਿਸੇ ਦੀ ਮੌਤ ਨਹੀਂ। ਹਰ ਮੌਤ ਤੇਰੇ ਲਈ ਦਰਪਣ ਹੈ, ਸ਼ੀਸ਼ਾ ਹੈ। ਕਿ ਇੱਕ ਦਿਨ ਉਹ ਮੁਰਦਾ ਅਬੋਲ ਅਵਸਥਾ 'ਚ ਉਪਦੇਸ਼ ਦਿੰਦਾ ਜਾਂਦਾ ਹੈ। ਜਿਹੜੇ ਵੱਧ ਤੋਂ ਵੱਧ ਮ੍ਰਿਤਕ ਦੇਹ ਦੇ ਨਾਲ ਇਕੱਠੇ ਹੋਣ ਵਾਸਤੇ ਕਿਤੇ ਉਹਨੂੰ ਜਿਉਂਦਾ ਕਰਨ ਤਾਂ ਨਹੀਂ ਇਕੱਠੇ ਹੁੰਦੇ ਲੋਕ। ਵੱਧ ਤੋਂ ਵੱਧ ਸਾਡਾ ਸਮਾਜ ਇਕੱਠਾ ਤਾਂ ਹੁੰਦਾ ਸੀ ਲੋਕਾਂ ਨੂੰ ਅਕਲ ਆ ਜਾਵੇ ਇੱਕ ਦਿਨ ਤੈਂ ਵੀ ਮਰਨਾ ਹੈ। ਪਸ਼ੂ ਤੇ ਪੰਛੀਆਂ ਦੀ ਤਰ੍ਹਾਂ ਕੁਦਮ ਕਲੋਲਾਂ ਕਰਦਾ ਹੈ, ਪਰਮਾਰਥ ਨੂੰ ਨਹੀਂ ਸਮਝਦਾ। ਕਸਾਈਆਂ ਦੇ ਬੱਕਰੇ ਵਾਲੀ ਹਾਲਤ ਹੋਈ ਹੈ। ਉਹਦ ਵੀ ਬਥੇਰਾ ਕੁੱਦ ਲੈਂਦਾ ਹੈ, ਉਤਸ਼ਾਹ ਵਧਾਉਣ ਵਾਸਤੇ ਹੈ। ਪੰਛੀ ਫੜਨ ਵਾਲੇ ਚੋਗਾ ਪਾ ਕੇ ਫੜਦੇ ਰਹੇ, ਉਹ ਵੀ ਬੜੀਆਂ ਕਲੋਲਾਂ ਕਰਦੇ ਆ ਪੰਛੀ। ਬਸ ਇਸੇ ਤਰ੍ਹਾਂ, ਬਿਲਕੁਲ ਇਸੇ ਤਰ੍ਹਾਂ ਜਿਵੇਂ ਇਹ ਜੀਵ, ਇਹਦੇ ਵਾਸਤੇ ਕੁਦਮ ਖੋਟੇ ਉਦਮ ਕਰਦਾ ਫਿਰਦਾ। ਤੂੰ ਨਿੰਦਿਆ ਕਰ ਲਈ, ਚੁਗਲੀ ਕਰ ਲਈ, ਇੱਧਰ ਦੀ ਗੱਲ ਉੱਧਰ ਲਾ ਦਿੱਤੀ। ਪਰ ਇਹ ਸਾਧ ਸੰਗਤ ਗੁਰਮੁਖਾਂ ਦੇ ਲੱਛਣ ਨਹੀਂ ਹੈ। ਮਨੁੱਖਾ ਸਰੀਰ ਦੇ ਜਿਹੜੇ ਨਿਯਮ ਸੀ ਉਹ ਵਾਹਿਗੁਰੂ ਦੀ ਭਗਤੀ ਕਰਨ ਵਾਸਤੇ ਸੀ। ਖੋਟੇ ਉਦਮ ਕਰਦਾ ਫਿਰਦਾ ਹੈ। ਆਪਣੀ ਕਾਲ ਮੌਤ ਨੂੰ ਦਿਸਦੀ ਨਹੀਂ ਤੈਨੂੰ। ਖੋਟੇ ਉਦਮ ਨਾਲ ਪਸ਼ੂ ਪੰਛੀਆਂ ਨੂੰ ਕੌਣ ਹੈ ਮਾਰਦਾ ਹੈ, ਤੇ ਉਹਨਾਂ ਨੂੰ ਦਮਾਂ ਤੇ ਬਿਨਾਂ ਕਰਦਾ ਹੈ। ਭਾਵ ਉਹਨਾਂ ਨੂੰ ਖਾਣ ਵਾਸਤੇ ਉਹਨਾਂ ਨੂੰ ਮਾਰ ਦੇਣਾ ਤੇ ਉਹਨਾਂ ਦਾ ਮਾਸ ਭੁੰਨ ਕੇ ਖਾ ਲੈਣਾ। ਉਹਨਾਂ ਨੂੰ ਦਮਾਂ ਤੋਂ ਬਿਨਾਂ ਕਰਦਾ ਫਿਰਦਾ ਹੈ। ਪਸ਼ੂ ਪੰਛੀ ਐਵੇਂ ਹੀ ਮਾਰਦਾ ਫਿਰਦਾ ਹੈ। ਤੇ ਇਸ ਕਰਕੇ ਆਪਣੀ ਮੌਤ ਤੈਨੂੰ ਨਹੀਂ ਦਿਸਦੀ ਜਿਹੜਾ ਕਿਸੇ ਨੂੰ ਮਾਰਦਾ ਫਿਰਦਾ ਹੈ। ਇਸ ਕਰਕੇ ਕਿਹਾ ਅਜਾ ਭੁਗੰਤ ਕੰਦ ਮੂਲੰ
ਬਸੰਤੇ ਸਮੀਪ ਕਿਹੇ ਰਹਿ, ਤਤਰ ਗਤੇ ਸੰਸਾਰ ਹੈ, ਨਾਨਕ ਸੋਗ ਹਰਖੰ ਵਿਆਪਤੇ। ਇਹ ਸਾਡਾ ਹਾਲਤ ਹੋ ਰਹੀ ਹੈ। ਉਤੈ ਸਾਥ ਮਨੁੱਖ ਹੈ। ਇਹ ਬੋਲਣ ਦੇ ਵਿੱਚ ਤੱਤਾ ਨਾ ਕਿਤੇ ਇੱਧਰ ਉੱਧਰ ਹੋ ਜਵੇ ਭਾਈ, ਉੱਥੇ ਕਿਤੇ ਕਈ ਵਾਰੀ ਉੱਥੇ ਕਹਿ ਦਿਓ, ਜਿਵੇਂ ਸੁਣਿਆ ਪਾਠ ਭਾਈ ਸਾਹਿਬ ਦੇ ਕੋਲੋਂ, ਓਤੈ, ਊੜੇ ਦਾ ਮੂੰਹ ਖੋਲਿਆ, ਓਤੈ। ਉਹਨਾਂ ਪਸ਼ੂਆਂ ਤੇ ਪੰਛੀਆਂ ਦਾ ਸਾਥ ਸਾਥੀ ਹੈ, ਭਾਵ ਉਹਨਾਂ ਦੀ ਤਰ੍ਹਾਂ ਹੀ ਮਨੁੱਖ ਹੈ ਜੋ ਇਸ ਮਾਇਆ ਦੇ ਜਾਲ ਵਿੱਚ ਫਸ ਹੈ। ਸ਼ਿਕਾਰੀ ਕੋਲ ਜਾਲ ਹੁੰਦਾ ਹੈ, ਮਾਇਆ ਕੋਲ ਮੋਹ ਦਾ ਜਾਲ ਹੈ। ਮੋਹ ਰੂਪੀ ਜਾਲ ਤਾਣਿਆ ਹੋਇਆ ਇਸ ਨੇ। ਫਿਰ ਕੀ ਕਰਦੀ ਹੈ ਮਾਇਆ? ਫਾਥਾ ਮਾਇਆ ਜਾਲ। ਇਹ ਮਾਇਆ ਦਾ ਜਾਲ ਪਸਾਰਿਆ ਕਿਹੜਾ? ਸ਼ਬਦ ਸਪਰਸ਼ ਰੂਪ ਰਸਗੰਧ। ਇਹ ਜਾਲ ਪਾ ਕੇ ਫੜਦੀ ਹੈ। ਜਦੋਂ ਕਾਮ ਵਿਆਪਦਾ ਹੈ, ਕ੍ਰੋਧ ਵਿਆਪਦਾ ਹੈ, ਸਮਝ ਲਓ ਵੀ ਜਾਲ ਦੇ ਵਿੱਚ ਫਸ ਗਏ ਅਸੀਂ। ਜਾਲ ਤੋਂ ਛੁੱਟਣਾ ਚਾਹੀਦਾ ਫਿਰ। ਤੋ ਇਸ ਕਰਕੇ ਕਹੇ ਸਤਿਗੁਰੂ ਜੀ ਫਿਰ ਕੋਈ ਮੁਕਤ ਵੀ ਹੋਊਗਾ? ਸਿੱਖਾਂ ਨੇ ਪੁੱਛਿਆ। ਮਾਰੇ ਕਹਿੰਦੇ ਹਾਂ ਭਾਈ ਮੁਕਤ ਵੀ ਹੁੰਦੇ ਆ। ਕੌਣ ਦੱਸਦੇ ਨੇ? ਮੁਕਤੇ ਸੇਈ ਭਾਲੀਐ ਹੈ। ਇਹ ਭਾਈ ਸੰਸਾਰ ਸੇ ਉਹੀ ਪੁਰਸ਼। ਮੁਕਤੇ ਸੁਤੰਤਰ ਹੋਣ ਦਾ ਨਾਮ ਹੈ। ਮੁਕਤੇ ਉਹੀ ਕਹੀਦੇ ਨੇ, ਜਾਣੇ ਜਾਂਦੇ ਨੇ। ਕੌਣ? ਅੱਗੇ ਦੱਸਦੇ ਨੇ, ਜੇ ਸੱਚਾ ਨਾਮ ਸਮਾਲ। ਬਾਕੀ ਸੰਸਾਰ ਦੇ ਝੂਠੇ ਨਾਮ, ਵਾਹਿਗੁਰੂ ਦਾ ਸੱਚਾ ਨਾਮ ਹੈ ਜਿਹੜਾ ਉਹਨੂੰ ਸਿਮਰਦੇ ਹੈ, ਸੱਚੇ ਨਾਮ ਦੀ ਸੰਭਾਲ ਕਰਦੇ ਹੈ, ਉਹ ਮਾਇਆ ਦੇ ਜਾਲ ਤੋਂ ਮੁਕਤੇ ਕੀ ਸੁਤੰਤਰ ਹੋ ਜਾਂਦੇ ਨੇ, ਫਸਦੇ ਨਹੀਂ। ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਉਹਨਾਂ ਦੀ ਅਵਸਥਾ ਇਹ ਹੈ। ਸੱਚੇ ਨਾਮ ਦੀ ਸੰਭਾਲਣਾ ਕੀਤੀ ਹੈ। ਕਮਲ ਪਾਣੀ 'ਚ ਨਿਰਲੇਪ ਰਹਿੰਦਾ ਹੈ। ਗੁਰਮੁਖ ਪਦਾਰਥਾਂ ਦੇ ਸੰਬੰਧੀਆਂ ਰੂਪੀ ਪਾਣੀ ਦੇ 'ਚ ਰਹਿੰਦੇ ਹੋਏ ਨਿਰਲੇਪ ਰਹਿੰਦੇ ਨੇ ਗ੍ਰਸਥ ਵਿੱਚ। ਜੋ ਘਰ ਛੱਡ ਗਵਾਵਣਾ। ਭਾਈ ਜਿਹੜਾ ਘਰ ਚਾਹੇ ਪੱਕਾ ਹੈ ਚਾਹੇ ਕੱਚਾ ਹੈ, ਜਿੱਥੇ ਤੂੰ ਰਹਿ ਰਿਹਾ ਇਹਦੇ ਨਾਲ ਬੜਾ ਮੋਹ ਕਰਦਾ ਵੀ ਮੇਰਾ ਘਰ ਹੈ। ਪੰਛੀ ਆਲਣੇ ਨਾਲ ਪਿਆਰ ਕਰਦੇ ਮੇਰਾ ਹੈ। ਤੇ ਬਹੁਤ ਸਾਰੇ ਜਿਹੜੇ ਪਸ਼ੂ ਪੰਛੀ ਜਿੱਥੇ ਜਿੱਥੇ ਰਹਿ ਰਹੇ ਨੇ, ਆ ਚੂਹੇ ਖੁੱਡਾਂ ਦੇ ਉੱਤੇ ਮੇਰ ਕਰਦੇ ਆ ਮੇਰੀ ਹੈ। ਸਭ ਬਰਮੀਆਂ ਦੇ ਉੱਤੇ ਮੇਰ ਕਰਦੇ। ਪਰ ਇਹ ਮਨੁੱਖ ਜੇ ਉਹਨਾਂ ਦੀ ਤਰ੍ਹਾਂ ਤੂੰ ਘਰ ਦੀ ਮੇਰ ਕਰਦਾ ਫਿਰ ਤਾਂ ਉਹਨਾਂ ਵਰਗਾ ਹੀ ਹੈ। ਜਿਹੜਾ ਘਰ ਛੱਡ ਕੇ ਗਵਾ ਲੈਣਾ, ਆਪਣੇ ਹੱਥੋਂ ਚਲਾ ਜਾਣਾ, ਚਾਹੇ ਕੱਚਾ ਚਾਹੇ ਪੱਕਾ ਹੈ। ਜਿਹੜੇ ਪਦਾਰਥ ਛੱਡ ਦੇਣੇ ਹਨ, ਸੋ ਲੱਗਾ ਮਨ ਮਾਹੇ। ਉਹ ਤੇਰੇ ਮਨ ਦੇ 'ਚ ਪਿਆਰਾ ਲੱਗ ਰਿਹਾ ਹੈ। ਸੰਬੰਧੀ ਪਿਆਰੇ ਲੱਗਦੇ ਨੇ, ਮਕਾਨ ਪਿਆਰਾ ਲੱਗਦਾ ਹੈ, ਮਾਇਆ ਪਿਆਰੀ ਲੱਗਦੀ ਹੈ, ਵਿਸ਼ੇ ਵਿਕਾਰ ਪਿਆਰੇ ਲੱਗਦੇ ਹਨ ਤੈਨੂੰ। ਜਿੱਥੈ ਜਾਏ ਤੁਧ ਵਰਤਣਾ। ਮਾਰੇ ਕਹਿੰਦੇ ਸੱਜਣਾ ਕਦੇ ਸੋਚ ਲੈ, ਜਿੱਥੇ ਹਮੇਸ਼ਾ ਲਈ ਰਹਿਣਾ। ਇਹ ਤਾਂ 4 ਦਿਨ ਦੀ ਗੱਲ ਸੀ ਸਾਰੀ। ਹਮੇਸ਼ਾ ਕਿੱਥੇ ਰਹਿਣਾ ਕਦੇ ਸੋਚਿਆ ਕਰ। ਉੱਥੇ ਮੌਤ ਤੋਂ ਬਾਅਦ ਕਿਹੜਾ ਜੀਵਨ ਹੈ ਉਹਦੇ ਬਾਰੇ ਕਦੇ ਸੋਚਿਆ ਹੀ ਨਹੀਂ। ਧੱਕੇ ਵੀ ਇਸੇ ਕਰਕੇ ਖਾਣੇ ਤੈਂ। ਜਿੱਥੇ ਪਰਲੋਕ ਜਾ ਕੇ ਤੈਂ ਹਮੇਸ਼ਾ ਉੱਥੇ ਵਰਤਣਾ। ਉੱਥੇ ਕੀ ਵਰਤਣਾ? ਕੀਤੇ ਹੋਏ ਮਾੜੇ ਕਰਮਾਂ ਦਾ ਜਮਦੂਤਾਂ ਨੇ ਸਜ਼ਾਵਾਂ ਦਾ ਵਰਤਾਰਾ ਵਰਤਾਉਣਾ ਤੇਰੇ ਤੇ। ਇਹ ਕੌਦਕ ਤੁਧ ਤੇਰੇ ਤੇ ਵਰਤਣੇ ਨੇ, ਤੇਰੇ ਤੇ ਮਾਰ ਵਰਤਣੀਆਂ, ਤੈਨੂੰ ਸਜ਼ਾਵਾਂ ਮਿਲਣੀਆਂ ਪਰਲੋਕ ਦੇ ਵਿੱਚ। ਜਿੱਥੇ ਪਰਲੋਕ ਜਾ ਕੇ ਤੂੰ ਵਰਤਣਾ ਰਹਿਣਾ ਹੈ। ਜਿਸ ਕੀ ਚਿੰਤਾ ਨਾ ਹੈ, ਉਹਦੀ ਤਾਂ ਕਦੇ ਚਿੰਤਾ ਨਹੀਂ ਕੀਤੀ। ਥੋੜੇ ਸਮੇਂ ਰਹਿਣ ਵਾਸਤੇ ਚਿੰਤਾ, ਹਰ ਵਕਤ ਸੜਦਾ ਰਹਿਣਾ ਚਿੰਤਾ 'ਚ, ਜਿਵੇਂ ਚਿਖਾ ਤੇ ਮੁਰਦਾ ਸੜਦਾ ਹੈ। ਉਹਦਾ ਕਦੇ ਫਿਕਰ ਹੀ ਨਹੀਂ ਕਰਿਆ। ਜਿਹੜਾ ਹਮੇਸ਼ਾ ਜੀਵਨ ਹੈ, ਫਿਕਰ ਨਹੀਂ ਕਰਿਆ ਤੈਂ। ਹੱਥੇ ਸੇ ਨਿਕਲੇ। ਮੋਹ ਦੀ ਫਾਹੀ 'ਚੋਂ ਫਸੇ ਹੋਏ ਉਹੀ ਜੀਵ ਨਿਕਲਦੇ ਹਨ। ਜੇ ਗੁਰ ਕੀ ਪੈਰੀ ਪਾਹੇ। ਜੋ ਆਪਣੇ ਸਤਿਗੁਰਾਂ ਦੇ ਪੈਰੀ ਨਾਮ ਹੈ ਚਰਨਾਂ ਦਾ। ਚਰਨੀ ਪਾਹੇ, ਚਰਨੀ ਲੱਗਦੇ ਆ ਸਤਿਗੁਰੂ ਦੇ, ਗੁਰੂ ਨਾਨਕ ਸਾਹਿਬ ਮਹਾਰਾਜ ਦੇ। ਕੋਈ ਰੱਖ ਨਾ ਸਕੇ। ਕਹਿੰਦੇ ਸਤਿਗੁਰੂ ਤੋਂ ਬਿਨਾਂ ਕੋਈ ਦੇਵੀ ਦੇਵਤਾ, ਤੇਰੇ ਪਰਿਵਾਰ ਦੇ ਜੀ, ਕਿਸੇ ਦੀ ਸਮਰੱਥਾ ਹੀ ਨਹੀਂ ਕਿ ਤੈਨੂੰ ਬਚਾ ਲੈਣ। ਉਸ ਵੇਲੇ ਇਕੱਲਾ ਸਤਿਗੁਰੂ ਬਚਾ ਸਕਦਾ ਹੈ। ਦੂਜਾ ਕੋ ਨਾ ਦਿਖਾਏ। ਉਹ ਦੂਜਾ ਦਿਖਾਏ ਦੇਖਣ 'ਚ ਤਾਂ ਕੋਈ ਆਇਆ ਨਹੀਂ ਅੱਜ ਤੱਕ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ। ਉੱਥੇ ਵਾਹਿਗੁਰੂ ਪਰਮੇਸ਼ਰੀ ਹੈ। ਚਾਰੇ ਕੁੰਡਾਂ ਭਾਲ ਕੇ। ਚਾਰੇ ਕੁੰਡਾਂ, ਚਾਰੇ ਦਿਸ਼ਾਵਾਂ, ਉੱਤਰ ਪੂਰਬ ਦੱਖਣ ਆਦ, ਈਸ਼ਾਨ ਨੈਰਤ ਵੈਵਿਕ ਅਗਨ, ਇਹ ਜਿਹੜੇ ਸਾਰੇ ਦਿਸ਼ਾਵਾਂ ਵਿਦਿਸ਼ਾਂ। ਤੋ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਤੇ ਇਹਨਾਂ ਬੋਲੀਆਂ ਦਾ ਫਰਕ ਹੈ। ਉਹਨੇ ਈਸਟ ਵੈਸਟ ਨਾਰਥ ਸਾਊਥ ਕਹਿ ਦਿੰਦੇ। ਇਹ ਤਾਂ ਹੈ ਤਾਂ ਬੋਲੀ ਦਾ ਹੀ ਫਰਕ ਹੈ ਨਾ। ਅੰਡਜ ਜੇਰ ਜੇ ਇਹ ਵੀ ਚਾਰੇ ਜਿਹੜੀਆਂ ਖਾਣੀਆਂ ਚਾਰੇ ਦਿਸ਼ਾ ਸਮਝ ਲੈ। ਕਦੇ ਆਂਡਿਆਂ ਦੀ ਜੁਨ ਪੰਛੀ ਬਣਦਾ ਰਿਹਾ ਹੈ। ਜੇਰ ਜੇ ਜੇਰ ਤੋਂ ਪੈਦਾ ਹੋਣ ਵਾਲੇ, ਉਤਪਜ ਧਰਤੀ ਜੋ ਪੈਦਾ ਹੋ ਕੇ ਤਾਂ ਨੂੰ ਉੱਠਣ ਵਾਲੇ, ਸੇਤ ਜੇ ਪਸੀਨੇ ਤੋਂ ਪੈਦਾ ਹੋਣ ਵਾਲੇ। ਇਹ ਚਾਰੇ ਕੁੰਡਾਂ 'ਚ ਤੂੰ ਧੱਕੇ ਖਾ ਕੇ ਭਾਲ ਲੱਭ ਕੇ ਭਾਵ ਖੋਜ ਕੇ ਦੇਖਿਆ ਹੈ। ਆਏ ਪਿਆ ਸਰਣਾਏ। ਕਹਿੰਦੇ ਕਿਤੇ ਵੀ ਟਿਕਾਣਾ ਸੁਖ ਨਹੀਂ ਮਿਲਿਆ।
ਇਸ ਕਰਕੇ ਹੁਣ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪਏ ਹਾਂ ਜੀ। ਨਾਨਕ ਸੱਚਾ ਪਾਤਸ਼ਾਹ ਹੈ। ਦੁਨੀਆ ਦੇ ਬਾਦਸ਼ਾਹ ਝੂਠੇ ਹਨ, ਸੱਚਾ ਪਾਤਸ਼ਾਹ ਕੇਵਲ ਵਾਹਿਗੁਰੂ ਹੈ। ਜਿਵੇਂ ਮਹਾਰਾਜ ਸਾਹਿਬ ਨੇ ਗਵਾਲੀਅਰ ਦੇ ਵਿੱਚ ਜਹਾਂਗੀਰ ਬਾਦਸ਼ਾਹ ਜਿਹੜਾ ਸੀ ਆਗਰੇ ਦੇ ਇਸ ਇਲਾਕੇ 'ਚ ਫਿਰਦਿਆਂ ਹੋਇਆਂ ਤੇ ਗਰੀਬ ਅਨਾਥ ਸੱਚੇ ਪਾਤਸ਼ਾਹ ਨੇ ਚੋਜ ਵਰਤਾ ਕੇ ਆਗਰੇ ਉੱਥੇ ਦਿਖਾ ਦਿੱਤਾ ਸੀ ਨਾ ਜਹਾਂਗੀਰ ਨੂੰ ਸੱਚਾ ਪਾਤਸ਼ਾਹ। ਉਹਨੇ ਕਿਹਾ ਮੈਨੂੰ ਲੋਕ ਸੱਚਾ ਪਾਤਸ਼ਾਹ ਨਹੀਂ ਕਹਿੰਦੇ। ਕਹਿੰਦੇ ਭਾਈ ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਵੀ ਮੈਨੂੰ ਸੱਚਾ ਪਾਤਸ਼ਾਹ ਕੋਈ ਗੁਰੂ ਕਹਿੰਦਾ, ਕੋਈ ਸਤਿਗੁਰੂ ਕਹਿੰਦਾ, ਕੋਈ ਮੈਨੂੰ ਮੁਗਲ ਮਾਰ ਵੀ ਕਹਿੰਦਾ, ਮੁਗਲਾਂ ਨੂੰ ਮਾਰਨ ਵਾਲਾ ਹੈ, ਕੋਈ ਕਹਿੰਦਾ ਲੜਾਕਾ ਗੁਰੂ ਹੈ। ਇਹ ਤਾਂ ਭਾਵਨਾ ਹੈ। ਤੇ ਫਿਰ ਉਹ ਕਾਹੀ ਨੇ ਕੱਢ ਦਿੱਤੀ ਨਾ ਸਾਰੀ ਕਸਰ, ਉਹ ਟਕਾ ਚੁੱਕ ਲਿਆ ਸੀ। ਇਸ ਕਰਕੇ ਸੱਚਾ ਪਾਤਸ਼ਾਹ ਜਿਹੜਾ ਲੋਕ ਪਰਲੋਕ ਦੇ ਵਿੱਚ ਸਹਾਇਤਾ ਕਰਦਾ ਹੈ, ਉਹ ਜਿਹੜਾ ਸੱਚਾ ਪਾਤਸ਼ਾਹ ਲੋਕ ਪਰਲੋਕ ਦਾ ਗੁਰੂ ਨਾਨਕ ਸਾਹਿਬ ਡੁੱਬਦਾ ਲਿਆ ਕਢਾਏ, ਉਹ ਸੰਸਾਰ ਸਮੁੰਦਰ ਦੇ ਵਿਸ਼ਿਆਂ ਦੇ ਪਾਣੀ ਚੋਂ ਡੁੱਬਦਿਆਂ ਹੋਇਆਂ ਨੂੰ ਕੱਢਦਾ, ਮਲਾਹ ਬਣ ਕੇ ਕੱਢਦਾ। ਨਾਮ ਰੂਪੀ ਚੱਪੂ ਦੇ ਕੇ ਭਗਤੀ ਦੀ ਬੇੜੀ ਦੇ ਕੇ ਕੱਢ ਲੈਂਦਾ ਸੰਸਾਰ ਤੋਂ। ਸ੍ਰੀ ਰਾਗ ਮਹੱਲਾ ਪੰਜਵਾ। ਅਗਲੀ ਸ਼ਬਦ ਫਿਰ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਹਨ। ਘੜੀ ਮੋਹਤ ਕਾ ਪਾਹੁਣ ਹੈ ਜੀਵ ਤੂੰ ਸੰਸਾਰ ਦੀ ਘੜੀ ਅੱਜ ਦੇ ਹਿਸਾਬ ਨਾਲ 24 ਮਿੰਟ ਦੀ ਹੁੰਦੀ ਹੈ। ਪੁਰਾਣੇ ਸਮੇਂ 'ਚ ਜਿਹੜੇ ਅੱਜ ਦੇ ਮਿੰਟ ਨੇ 22.5 ਮਿੰਟ ਦੀ ਹੁੰਦੀ ਸੀ। ਤੇ ਇਸ ਕਰਕੇ 64 ਘੜੀਆਂ ਦੀ ਗੱਲ ਵੀ ਆਉਂਦੀ ਹੈ ਤੇ 60 ਘੜੀਆਂ ਦੀ ਗੱਲ ਵੀ ਆਉਂਦੀ ਹੈ। ਉਹ ਫਿਰ 1.5 ਮਿੰਟ ਦਾ ਫਰਕ ਪਾ ਕੇ ਅੱਗੇ ਸਮੇਂ ਦਾ ਜਿਵੇਂ ਕੱਚੇ ਸੇਰ ਹੁੰਦੇ ਪੱਕੇ ਸੇਰ ਹੋ ਗਏ, ਹੁਣ ਕਿਲੋ ਹੋ ਗਏ, ਇਸ ਤਰ੍ਹਾਂ ਜਾਣਨਾ। ਇਹ ਘੜੀ ਜਿਹੜੀ ਹੈ 24 ਮਿੰਟ ਦੀ, ਮੋਹਤ ਅੱਧੀ ਘੜੀ 12 ਮਿੰਟ ਦੀ ਹੋ ਗਈ। ਕਹਿੰਦੇ ਤੂੰ ਤਾਂ ਘੜੀ 2 ਘੜੀ ਦਾ ਹੀ ਪ੍ਰਾਹੁਣਾ ਹੈ ਤੇ ਆਪਣੇ ਆਪ ਦੇ ਵਿੱਚ ਬੜਾ ਤੂੰ ਇੱਥੇ ਐਂ ਬੈਠਦਾ ਵੀ ਕਿਤੇ ਜਾਣਾ ਹੀ ਨਹੀਂ ਹੁੰਦਾ ਜਿਵੇਂ ਸੰਸਾਰ ਤੋਂ। ਕਾਜ ਸਵਾਰਨ ਹਾਰ। ਤੇ ਜੇ ਕੋਈ ਕਹੇ ਵੀ ਆ ਭਾਈ ਕਥਾ ਸੁਣ ਲੈ ਕੀਰਤਨ ਦਾ, ਕਹਿੰਦਾ ਵੀ ਕੰਮ ਬੜੇ ਨੇ ਮੈਨੂੰ। ਇਹ ਕਹਿ ਕੇ ਉਹਨੇ ਸਾਬਤ ਕਰਤਾ ਵੀ ਤੁਸੀਂ ਨਿਕੰਮੇ ਬੰਦੇ ਹੋ ਜਿਹੜੇ ਕਥਾ ਸੁਣਦੇ ਹੋ, ਅਸੀਂ ਕੰਮ ਵਾਲੇ ਹਾਂ। ਅਵਰ ਕਾਜ ਤੇਰੇ ਕਿਤੇ ਨਾ ਕੰਮ। ਗੁਰੂ ਸਾਹਿਬ ਤਾਂ ਇਹ ਕਹਿੰਦੇ ਆ ਭਾਈ ਵੀ ਕੰਮ ਤਾਂ ਅਸਲੀ ਇਹੀ ਆ ਕਰਨ ਵਾਲਾ ਜਿਹੜਾ ਕਰ ਰਹੇ ਹੋ। ਕੰਮ ਸਵਾਰਨੇ ਵਾਲਾ ਬਣਿਆ ਹੋਇਆ ਹੈ, ਦਾਅਵੇ ਬੰਨੀ ਬੈਠਾ ਹੈ। ਮੈਂ ਆਪਣੇ ਪੁੱਤਰਾਂ ਲਈ ਪੋਤਰਿਆਂ ਲਈ ਕੋਠੀਆਂ ਜ਼ਮੀਨ ਕਾਰਾਂ ਖਰੀਦਿਆਂ। ਤੇ ਇੱਕ ਬੜੇ ਸਿਆਣੇ ਬੰਦੇ ਨੇ ਗੱਲ ਕਰੀ, ਬੜੀ ਮਾਰ ਕੇ ਦੀ ਗੱਲ ਹੈ। ਉਹ ਕਹਿੰਦਾ ਬਾਬਾ ਜੀ ਮੈਂ ਕਦੇ ਚਿੰਤਾ ਨਹੀਂ ਕੀਤੀ ਵੀ ਮੈਂ ਪੁੱਤਰਾਂ ਲਈ ਆਹ ਬਣਾ ਦਿਆਂ ਆਹ ਬਣਾ ਦਿਆਂ। ਮੈਂ ਕਿਹਾ ਵੀ ਕਿਸ ਤਰ੍ਹਾਂ? ਕਹਿੰਦਾ ਦੇਖੋ ਜੇ ਪੁੱਤ ਮੇਰਾ ਲਾਇਕ ਹੋਊਗਾ ਤਾਂ ਜਿੰਨੀ ਜ਼ਮੀਨ ਹੈ ਮੇਰੇ ਕੋਲ ਇਹਦੇ ਨਾਲ ਦੁੱਗਣੀ ਬਣਾ ਲੂ, ਜੇ ਨਲਾਇਕ ਹੋਊਗਾ ਤਾਂ ਇਹ ਵੀ ਵੇਚ ਦੂ। ਕਹਿੰਦਾ ਮੈਂ ਕਾਹਨੂੰ ਚਿੰਤਾ ਕਰਨੀ ਹੈ, ਬਸ ਆਪਣੇ ਤਾਂ ਸਮਾਨ ਬਿਰਤੀ ਰੱਖੀ ਹੋਈ ਹੈ। ਮੈਂ ਕਿਹਾ ਵੀ ਬਹੁਤ ਵਧੀਆ ਬਾਤ ਹੈ ਤੇਰੀ। ਇਸ ਕਰਕੇ ਇਹ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਨੂੰ ਅੱਗੇ ਪਰਲੋਕ ਦੀ ਸੋਝੀ ਨਹੀਂ ਰਹੀ। ਮਾਇਆ ਕੰਮ ਵਿਆਪਿਆ। ਕਿ ਦਿਨ ਰਾਤ ਤੈਨੂੰ ਤਾਂ ਕੰਮਾਂ ਦੇ ਵਿੱਚ ਵਿਆਪਿਆ ਲੱਗਿਆ ਹੋਇਆ, ਵਿਆਪਣਾ ਹੁੰਦਾ ਲੱਗਣ ਦਾ ਗਾਣਾ, ਲੱਗਿਆ ਹੋਇਆ ਕੰਮਾਂ ਦੇ ਵਿੱਚ। ਸਮਝੈ ਨਾਹੀ ਗਵਾਰ। ਗਵਾਰ ਨਾ ਮੂਰਖ ਦਾ ਹੁੰਦਾ ਹੈ। ਇਹ ਜੀਵ ਸਮਝੇ ਸਮਝਦਾ ਨਹੀਂ ਹੈ। ਇਹ ਗੱਲ ਗੁਰੂ ਦੀ ਸਿੱਖਿਆ ਨਹੀਂ ਸਮਝਦਾ, ਆਪਣੀ ਮੌਤ ਨੂੰ ਨਹੀਂ ਸਮਝਦਾ। ਜੀਵ ਅੰਧਾ ਗਵਾਰ, ਗਵਾਲੇ ਦੀ ਨਿਆਈ ਹੋ ਰਿਹਾ ਹੈ। ਜਿਹੜੇ ਗਵਾਲੇ ਹੁੰਦੇ ਜੀ ਗਾਂ ਮੱਝਾਂ ਚਾਰਨ ਵਾਸਤੇ, ਜਦੋਂ ਬਰਸਾਤ ਹੋਣ ਤੋਂ ਪਹਿਲਾਂ ਜਿੱਥੇ ਘਾਹ ਹੁੰਦਾ ਨਦੀਆਂ ਦੇ ਕਿਨਾਰੇ ਆ ਜਾਂਦੇ ਤੇ ਉਹਨੂੰ ਜੈਸੇ ਗੋਇਲ ਗੋਲੀ ਤੈਸਾ ਸੰਸਾਰ, ਇਸ ਤਰ੍ਹਾਂ ਦਾ ਸੰਸਾਰ ਹੈ। ਜੇ ਕੋਈ ਉੱਥੇ ਆ ਕੇ ਦਾਅਵਾ ਹੀ ਕਰੇ ਵੀ ਮੈਂ ਇੱਥੋਂ ਜਾਣਾ ਨਹੀਂ, ਉਹ ਫਿਰ ਟੰਬੇ ਹੀ ਖਾਊਗਾ ਨਾ। ਜਿਹਦੀ ਜ਼ਮੀਨ ਆ ਉਹ ਕਹਿੰਦਾ ਤੂੰ 4 ਦਿਨ ਵਾਸਤੇ ਆਇਆ ਸੀ ਇੱਥੇ, ਘਾਹ ਚਰਾ ਲਿਆ। ਕਹਿੰਦੇ ਉਹ ਗਵਾਲਾ ਹੈ, ਆਪਣੀ ਇੰਦਰੀਆਂ ਰੂਪੀ ਗਾਵਾਂ ਨੂੰ ਵਿਸ਼ਿਆਂ ਦਾ ਘਾਹ ਚਰਾ ਰਿਹਾ ਹੈ ਸੰਸਾਰ ਦੇ ਵਿੱਚ। ਉੱਠ ਚੱਲਿਆ ਪਛਤਾਇਆ। ਜਦੋਂ ਸੰਸਾਰ ਤੋਂ ਉੱਠ ਕੇ ਤੁਰ ਪਿਆ ਹੋਵੇ ਪਛਤਾਵੇ ਨਾਲ ਹੀ ਜਾਊਗਾ, ਕਿਉਂਕਿ ਨਾਮ ਤਾਂ ਜਪਿਆ ਨਹੀਂ, ਰਹਿਤ ਨਹੀਂ ਰੱਖੀ, ਗੁਰੂ ਵਾਲਾ ਨਹੀਂ ਬਣਿਆ। ਪਛਤਾਵਾ ਲੈ ਕੇ ਚੱਲਿਆ, ਦੁਖੀਆ ਚੱਲਿਆ ਰੋਏ। ਹਾਂਜੀ, ਪਰਿਆ ਬਸ ਜੰਦਾਰ। ਉਹ ਜਿੰਦ ਦਾ ਜਿਹੜਾ ਇਹਨੂੰ ਜਿੰਦਣ ਵਾਲਾ ਬੈਰੀ ਹੈ, ਜਿਵੇਂ ਗੱਡਾ ਜਿੰਦੀ ਦਾ ਸੀ, ਇਹ ਵੀ ਭਾਵ ਸਮਝਣਾ। ਜਿੰਦ ਦਾ ਬੈਰੀ ਹੈ ਜਿਹੜਾ, ਉਹਦੇ ਬਸ ਅਧੀਨ ਪਰਿਆ ਪੈ ਜਾਏਗਾ ਤੂੰ। ਜੰਦਾਰ ਜਮ ਰੂਪੀ ਜਲਾਦਾਂ ਦੇ ਵਸ ਪੈ ਜਾਏਗਾ। ਜੰਦਾਰ ਡੰਡੇ ਵਾਲੇ ਜਮਾਂ ਦੇ ਵਸ ਪੈ ਜਾਏਗਾ, ਮਾਰਨ ਕੁੱਟਣਗੇ ਤੈਨੂੰ। ਅੰਧੇ ਤੂੰ ਬੈਠਾ ਕੰਦੀ ਪਾਹੇ। ਤੇ ਅੰਧੇ ਨਾਮ ਅਗਿਆਨੀ ਦਾ, ਤੂੰ ਤਾਂ ਕਾਲ ਰੂਪੀ ਦਰਿਆ ਦੇ ਕਿਨਾਰੇ ਤੇ ਬੈਠਾ, ਸੰਸਾਰ ਉਹਦਾ ਕਿਨਾਰਾ ਹੀ ਹੈ। ਇਸ ਕਰਕੇ ਹੇ ਅੰਧੇ ਅਗਿਆਨੀ ਜੀਵ, ਤੂੰ ਸੰਸਾਰ ਰੂਪੀ ਨਦੀ ਦੇ 5 ਤੱਤ ਰੂਪੀ ਕੰਧੀ ਕਿਨਾਰੇ ਤੇ ਬੈਠਾ ਹੈ।
ਤੇ ਕਾਲ ਦੀ ਢਾਹ ਲੱਗ ਜਾਣੀ ਹੈ, ਤੇਰੀ ਦੇਹ ਨੇ ਡਿੱਗ ਪੈਣਾ, ਉਸੇ ਵੇਲੇ ਮ੍ਰਿਤਕ ਨੂੰ ਪ੍ਰਾਪਤ ਹੋ ਜਾਏਗਾ। ਜੇ ਹੋਵੀ ਪੂਰਵ ਲਿਖਿਆ, ਜੇ ਕਿਤੇ ਪੂਰਵਲੇ ਕਰਮਾਂ ਦੇ ਲੇਖ ਤੇਰੇ ਮੱਥੇ ਤੇ ਨਿਸ਼ਕਾਮ ਕਰਮ ਕਿਤੇ ਕਰੇ ਕਿਸੇ ਜਨਮ ਚ, ਉਹਦੇ ਅਨੁਸਾਰ ਲੇਖ ਤੇਰੇ ਪਿਆ ਹੋਇਆ, ਤਾਂ ਗੁਰ ਕਾ ਵਚਨ ਕਮਾਹੇ, ਫੇਰ ਤਾਂ ਤੂੰ ਗੁਰੂ ਦੇ ਵਚਨ ਕਮਾਏਗਾ। ਸਮਝ ਲੈ ਵੀ ਮੱਥੇ ਦਾ ਲੇਖ ਠੀਕ ਸੀ ਤੇਰਾ, ਨਹੀਂ ਤਾਂ ਕਿਸਮਤ ਫੁੱਟੀ ਹੋਈ ਹੈ। ਕੁਕੇਂਦਿਆਂ ਚੁਕੇਂਦਿਆਂ ਮੱਤੀ ਦੇਂਦਿਆਂ ਨਿਤ, ਇਹ ਤੇਰੀ ਹਾਲਤ ਬਣ ਰਹੀ ਹੈ। ਤਾਂ ਗੁਰੂ ਦਾ ਵਚਨ ਕਮਾਉਂਦਾ ਹੈ। ਜਿਨ੍ਹਾਂ ਦੇ ਉੱਚੇ ਭਾਗ ਹਨ ਉਹ ਆਪਣਾ ਜੀਵਨ ਉੱਚਾ ਬਣਾ ਲੈਂਦੇ ਨੇ, ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ। ਹਰੀ ਨਾਹੀ ਨਹਿ ਡੱਡਰੀ। ਤੇ ਹੁਣ ਦੇਖੋ ਮਹਾਰਾਜ ਪ੍ਰਵਾਨ ਦਿੰਦੇ ਆ ਕਿਰਸਾਨ ਦਾ। ਕਿਰਸਾਨ ਦੀ ਮਰਜ਼ੀ ਹੈ ਭਾਈ, ਉਹ ਆਪਣੀ ਹਰੀ ਖੇਤੀ ਜਿਹੜੀ ਹੈ, ਕਈ ਵਾਰੀ ਦੇਖਿਆ ਨਾ ਕਣਕਾਂ ਹਰੀਆਂ ਨੂੰ ਵੱਢ ਕੇ ਪਸ਼ੂਆਂ ਨੂੰ ਪਾਉਣ ਲੱਗ ਜਾਂਦੇ ਆ। ਗਵਾਂਢੀ ਕਹਿ ਤਾਂ ਨਹੀਂ ਸਕਦਾ ਵੀ ਤੂੰ ਹਰੀਓ ਵੱਢ ਰਿਹਾ, ਅਜੇ ਤਾਂ ਪੱਕੀ ਵੀ ਨਹੀਂ ਹੈ, ਕਹਿ ਨਹੀਂ ਸਕਦਾ ਕਿ ਉਹ ਕਹਿੰਦਾ ਮੇਰੀ ਖੇਤੀ ਹੈ, ਜਦੋਂ ਮਰਜ਼ੀ ਵੱਢ ਲਾਂ। ਤੇ ਇਸ ਕਰਕੇ ਉਹਦੀ ਮਰਜ਼ੀ, ਉਹ ਭਾਵੇਂ ਹਰੀ ਖੇਤੀ ਨੂੰ ਵੱਢ ਲਵੇ, ਭਾਵੇਂ ਡੱਡਰੀ ਹੁੰਦੀ ਹੈ, ਡੱਡਰੇ 'ਚ ਸਿੱਟੇ ਤਾਂ ਨਿਕਲ ਆਉਣ, ਪਰ ਅਜੇ ਦੁੱਧੇ ਹੋਵੇ ਉਹਨਾਂ 'ਚ ਪੱਕੇ ਨਾ ਹੋਣ, ਉਹਨੂੰ ਡੱਡਰੀ ਕਹਿੰਦੇ ਆ। ਗਦਰ ਜੀ ਹੋਈ ਜਿਹਨੂੰ ਆਪਣੇ ਉਹਦੇ 'ਚ ਕਹਿੰਦੇ ਆ, ਦਾਣੇ ਪੈ ਗਏ ਪਰ ਅਜੇ ਕੱਚੇ ਨੇ, ਉਹ ਅੱਧ ਕੱਚੀ ਪੱਕੀ ਉਹਨੂੰ ਕਹਿੰਦੇ ਆ। ਤੇ ਭਾਵੇਂ ਉਦੋਂ ਵੱਢ ਲਵੇ। ਪੱਕੀ ਵੱਢਣ ਹਾਰ, ਜੇ ਉਹਨੇ ਖੇਤੀ ਹਰੀ ਨਹੀਂ ਵੱਢੀ, ਹਰੀ ਨਹੀਂ, ਨਾ ਤਾਂ ਹਰੀ ਵੱਢੀ ਹੈ, ਨਾ ਡੱਡਰੀ, ਨਾ ਡੱਡਿਆਂ ਵਾਲੀ ਵੱਢੀ ਹੈ, ਭਾਵ ਕਿ ਜਦੋਂ ਅੱਧ ਖੜ ਹੋ ਗਈ, ਜਦੋਂ ਉਹਦੇ ਵਿੱਚ ਅੱਧੀ ਕੱਚੀ ਸੀ ਅੱਧੀ ਪੱਕੀ ਸੀ, ਉਦੋਂ ਵੀ ਨਹੀਂ ਵੱਢੀ, ਤਾਂ ਫਿਰ ਪੱਕੀ ਵੱਢਣ ਹਾਰ। ਜਦੋਂ ਪੱਕ ਗਈ ਫਿਰ ਤਾਂ ਵੱਢੂਗਾ ਹੀ ਨਾ, ਇਹ ਤਾਂ ਹੈ ਨਹੀਂ ਵੀ ਫੈਸਲ ਉੱਥੇ ਖੜੀ ਰਹੂਗੀ। ਉਹ ਪੱਕੀ ਖੇਤੀ ਨੂੰ ਵੱਢ ਲੈਂਦਾ ਕਿਰਸਾਨ। ਇਹ ਦਸਤਾਨ ਦਿੰਦੇ ਨੇ ਮਹਾਰਾਜ। ਲੈ ਦਾਤ ਪਹੁੰਚਿਆ। ਤੇ ਜਦੋਂ ਫਿਰ ਪੱਕ ਗਈ ਆ ਖੇਤੀ, ਉਹਨੂੰ ਕਹਿੰਦੇ ਘੁੰਡ ਮੁੜ ਕੇ ਹੁਣ ਦਾ, ਘੁੰਡ ਮੁੜਦਾ ਕਿ ਉੱਪਰ ਤੇ ਬੱਲੀ ਪੱਕ ਕੇ ਹੇਠਾਂ ਨੂੰ ਕੁੱਬੀ ਜੀ ਹੋ ਜਾਂਦੀ ਹੈ। ਤੇ ਫਿਰ ਕਿਰਸਾਨ ਜਿਹੜਾ ਹੈ, ਉਹ ਲਾਵੇ ਹੁੰਦੇ ਸੀ ਪੁਰਾਣੇ ਸਮੇਂ 'ਚ, ਕਾਮੇ ਹੁੰਦੇ ਸੀ ਜਿਹੜੇ ਕਣਕ ਕੱਟਣ ਵਾਲੇ, ਹੱਥੀਂ ਕਣਕ ਕੱਟਦੇ ਸੀ ਨਾ, ਉਹਨਾਂ ਕਾਮਿਆਂ ਨੂੰ ਲੈ ਕੇ ਫਸਲ ਕੱਟਣ ਲਈ ਉਸ ਵੇਲੇ ਫਿਰ ਕੀ ਕਰਦਾ ਹੈ ਦੱਸਦੇ ਨੇ, ਲਾਵੇ ਕਰ ਤਿਆਰ। ਉਹ ਦਾਤੀਆਂ ਲੈ ਕੇ ਪਹੁੰਚ ਕੇ ਲਾਵਿਆਂ ਨੂੰ ਤਿਆਰ ਕਰਦਾ ਵੀ ਮੇਰਾ ਖੇਤ ਹੁਣ ਤੁਸੀਂ ਚੱਲ ਕੇ ਵੱਢੋ, ਕਣਕ ਕੱਟੋ ਤੁਸੀਂ ਚੱਲ ਕੇ। ਉਹ ਫਿਰ ਦਾਤੀਆਂ ਲੈ ਕੇ ਫਸਲ ਕੱਟਣ ਵਾਸਤੇ ਪਹੁੰਚ ਜਾਂਦੇ ਹਨ, ਤਿਆਰ ਕਰ ਲਏ ਉਹ। ਜਾ ਹੋਆ ਹੁਕਮ ਕਿਰਸਾਨ ਦਾ। ਉਹ ਕਹਿੰਦੇ ਸਰਦਾਰ ਜੀ ਦਾਤੀਆਂ ਵੀ ਤਿਆਰ ਨੇ, ਅਸੀਂ ਵੀ ਤਿਆਰ ਹਾਂ, ਦੱਸੋ ਕਿਹੜਾ ਖੇਤ ਵੱਢਣਾ ਹੈ। ਉਹ ਕਹਿੰਦੇ ਆਹ ਖੇਤ ਵੱਢ ਲਓ ਤੁਸੀਂ, ਉਂਗਲ ਕਰ ਲੈਂਦਾ। ਜਾਂ ਹੋਆ ਹੁਕਮ ਕਿਰਸਾਨ ਦਾ, ਜਾਂ ਕਿਰਸਾਨ ਨੇ ਹੁਕਮ ਕਰ ਦਿੱਤਾ ਤੇ ਆਹ ਵੱਢ ਲਓ। ਤਾਂ ਲੁਣ ਮਿਣਿਆ ਕੇ ਤਾਰ। ਉਹ ਫੇ ਮਿਣ ਕੇ ਵੀ ਇੰਨੀ ਫਾਂਟ ਮੈਂ ਲਾਉਂਗਾ, ਇੰਨੀ ਤੂੰ ਲਾਉਂਗਾ, ਐ ਫਾਂਟਾਂ ਲਾਉਂਦੇ ਸੀ, ਜਾਂ ਆਹ ਕਿਆਰਾ ਤੇਰਾ ਮਿਣਦਾ, ਆਹ ਮੇਰਾ ਹੈ। ਤੇ ਇਉਂ ਫਿਰ ਇਹ ਮਿਣ ਕੇ ਵੱਢਦੇ ਹੁੰਦੇ। ਇਹਨੇ ਵੱਢੀਆਂ ਉਹਨਾਂ ਨੂੰ ਪਤਾ ਭਾਈ, ਇਹ ਹੁਣ ਦੇ ਬੱਚਿਆਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ। ਤੇ ਉਹ ਫਿਰ ਲੁਣ ਮਿਣਿਆ ਕੇ ਤਾਰ। ਲਓ ਵੀ ਕਹਿੰਦਾ ਖੇਤ ਦੀ ਵੱਢਤਾ, ਮਿਣ ਕੇ ਦੇਖ ਲੈ ਸਾਰਾ, ਕਿਤੇ ਕੋਈ ਰਹਿੰਦਾ ਤਾਂ ਨਹੀਂ, ਸਾਰਾ ਵੱਢ ਦਿੱਤਾ ਹੈ। ਲੁਣ ਮਿਣਿਆ ਖੇਤਾਰ, ਸਾਰਾ ਖੇਤ ਲੁਣ ਕੇ ਕੱਟ ਦਿੱਤਾ। ਇਸੇ ਪ੍ਰਕਾਰ ਜੇ ਹਰੀ ਨਾਹੀ ਨਹਿ ਡੱਡਰੀ। ਤੇ ਇਸੇ ਤਰਸਾਰੇ ਬੋਲਿਆ ਕਰੋ ਭਾਵੇਂ। ਪੱਕੀ ਵੱਢਣ ਹਾਰ। ਇਸ ਤਰ੍ਹਾਂ ਭਾਈ ਕਿਰਸਾਨ ਦੀ ਮਰਜ਼ੀ ਹੈ, ਜਿਵੇਂ ਉਹ ਜੀਵ ਖੇਤੀ ਨੂੰ ਹਰੀ ਨੂੰ ਵੱਢ ਸਕਦਾ ਹੈ। ਇੱਧਰ ਫਿਰ ਕਿਹੜੀ ਖੇਤੀ ਹੈ? ਆ ਸੰਸਾਰ ਪਰਮਾਤਮਾ ਦੀ ਖੇਤੀ ਹੈ। ਕਿਰਸਾਨ ਤਾਂ ਰੱਬ ਹੀ ਹੈ। ਉਹ ਬਚਪਨ ਦੇ ਵਿੱਚ ਹਰੀ ਨੂੰ ਵੱਢ ਲਵੇ, ਬੱਚੇ ਕਿਹੜਾ ਨਹੀਂ ਮਰਦੇ, ਉਹਦੇ 'ਚ ਮਾਰ ਲਵੇ। ਡੱਡਰੀ ਦੀ ਨਿਆਈ ਜਵਾਨੀ ਦੇ ਵਿੱਚ ਭਾਵੇਂ ਵੱਢ ਲਵੇ, ਉਹਦੇ 'ਚ ਮਾਰ ਲੈਂਦਾ ਹੈ। ਜੇਕਰ ਪ੍ਰਭੂ ਦਾ ਕਿਰਸਾਨ ਰੂਪੀ ਜਿਹੜੀ ਫਸਲ ਹੈ ਨਾ, ਬਚਪਨ ਦੇ 'ਚ ਨਹੀਂ ਵੱਢੀ, ਜਵਾਨੀ 'ਚ ਨਹੀਂ ਮਾਰਿਆ, ਤਾਂ ਫਿਰ ਜਦੋਂ ਸਾਸੀ ਜੀਵਨ ਬਿਰਧ ਅਵਸਥਾ 'ਚ ਹੋ ਜਾਂਦਾ ਹੈ, ਉਹ ਜਿਵੇਂ ਕਣਕ ਦੇ ਘੁੰਡ ਮੁੜਦੇ ਆ, ਕੁੱਬ ਨਹੀਂ ਪੈ ਜਾਂਦਾ, ਸਿੱਧਾ ਨਹੀਂ ਤੁਰ ਹੁੰਦਾ, ਤੁਰਨ 'ਚ ਫਰਕ ਪੈ ਜਾਂਦਾ ਹੈ। ਸਿਰ ਕੰਪਿਓ ਪਗ ਡਗਮਗਾਏ, ਨੈਣ ਜੋਤ ਤੇ ਹੀਨ ਹੋ ਜਾਂਦੇ ਨੇ। ਉਸ ਵੇਲੇ ਫਿਰ ਵੱਢਣਹਾਰ ਜਿਹੜਾ ਕਾਲ ਪਰਮੇਸ਼ਰ ਵਾਹਿਗੁਰੂ, ਇਹ ਕਹਿੰਦਾ ਪੱਕੀ ਫਸਲ ਹੋ ਗਈ, ਹੁਣ ਤਾਂ ਵੱਢਣੀ, ਉਹ ਬੁਢਾਪੇ 'ਚ ਤਾਂ ਵੱਢੂਗਾ ਹੀ ਵੱਢੂਗਾ। ਲੈ ਦਾਤ ਪਹੁੰਚਿਆ, ਲਾਵੇ ਕਰ ਤਿਆਰ। ਫਿਰ ਉਹ ਪ੍ਰਭੂ ਕਿਰਸਾਨ ਜਮ ਰੂਪੀ ਕਾਮਿਆਂ ਨੂੰ, ਜੀਵਾਂ ਨੂੰ ਤਿਆਰ ਕਰ ਦਿੰਦਾ ਹੈ, ਲਾਵਿਆਂ ਨੂੰ। ਉਹ ਜਮ ਰੂਪੀ ਕਾਮੇ ਆਪਣੀਆਂ ਸ਼ਸਤਰਾਂ ਰੂਪ ਜਿਹੜੀਆਂ ਗੁਰਜਾਂ ਕੋਲ ਦਾਤੀਆਂ ਲੈ ਕੇ ਜੀਵ ਦੀ ਜਾਨ ਕੱਢਣ ਵਾਸਤੇ, ਉਹ ਵੱਢਣ ਵਾਸਤੇ ਦੁਆਲੇ ਹੋ ਜਾਂਦੇ ਨੇ। ਜਿੰਦਨਵਾਣੀ ਕੱਢੀ ਹੈ, ਹੱਡਾਂ ਕੂਕੜ ਕਾਏ। ਜਾ ਹੋਆ ਹੁਕਮ ਕਿਰਸਾਨ ਦਾ, ਤਾਂ ਲੁਣਵਣਿਆ ਖੇਤਾਰ। ਜਿਸ ਲਈ ਪ੍ਰਭੂ ਕਿਰਸਾਨ ਦਾ ਹੁਕਮ ਹੋ ਗਿਆ ਜਮਦੂਤਾਂ ਨੂੰ, ਉਹ ਕਾਮੇ ਫਿਰ ਸਰੀਰ ਦੇ ਖੇਤ ਨੂੰ ਮਿਣ ਕੇ, ਕਿਹੜੇ ਮਿਣਦੇ ਨੇ, ਗਿਣਤੀ ਸਵਾਸਾਂ ਦੀ, ਵੀ ਜੇ ਇੰਨੇ ਕੁ ਰਹਿੰਦੇ ਨੇ ਹਾਲੇ ਨਹੀਂ ਇਹਦੀ ਸੰਗੀ ਘੁੱਟਣੀ, ਇੰਨੇ ਸਵਾਸ ਬਾਕੀ ਰਹਿੰਦੇ, ਨਹੀਂ ਤਾਂ ਪਰਮਾਤਮਾ ਨੂੰ ਲੇਖਾ ਦੇਣਾ ਵੀ ਪਹਿਲਾਂ ਕਿਉਂ ਮਾਰ ਦਿੱਤਾ। ਉਹ ਸਵਾਸੇ ਪੂਰੇ ਹੁਣ ਮਿਣਦੇ ਨੇ, ਜਦੋਂ ਪੂਰੇ ਹੋ ਗਏ ਵੱਢ ਲੈਂਦੇ ਆ। ਫਿਰ
ਤੇ ਸ੍ਰੀ ਰੂਪੀ ਖੇਤ ਨੂੰ ਮਿਣ ਕੇ ਭਾਵ ਇੰਨੇ ਸਾਲ, ਇੰਨੇ ਮਹੀਨੇ, ਇੰਨੇ ਪਲ ਘੜੀਆਂ ਜਿਉਣਾ ਸੀ, ਉਹ ਸ੍ਰੀ ਰੂਪੀ ਖੇਤ ਨੂੰ ਮਿਣਤੀ ਕਰਕੇ ਵੱਢ ਲਿਆ ਹੈ। ਫਿਰ ਉਹਨਾਂ ਨੇ ਸੰਸਾਰ ਵੱਲੋਂ, ਸੰਬੰਧੀਆਂ ਵੱਲੋਂ ਪਹਿਲਾ ਪਹਿਰ ਧੰਦੇ ਗਿਆ। ਇਹ ਜੀਵ ਤੇਰਾ ਰਾਤਰੀ ਦਾ ਪਹਿਲਾ ਪਹਿਰ ਤਾਂ ਧੰਦਿਆਂ ਦੇ ਵਿੱਚ ਖਾਂਦਿਆਂ ਪੀਂਦਿਆਂ ਨੂੰ, ਗੱਲਾਂ ਵਰਤਾਂ ਕਰਦਿਆਂ, ਟੈਲੀਵਿਜ਼ਨ ਦੇਖਦਿਆਂ, ਨਿੰਦਿਆ ਚੁਗਲੀ ਕਰਦਿਆਂ ਉਹਦੇ 'ਚ ਖਚਤ ਹੋ ਕੇ ਤੂੰ ਗਵਾ ਲਿਆ। ਦੂਜੇ ਪਰ ਸੋਇਆ। ਇਹ ਦੂਜਾ ਜਿਹੜਾ ਸੀ ਪਹਿਰ, ਉਹਦੇ ਵਿੱਚ ਥੱਕ ਕੇ ਅੱਖਾਂ 'ਚ ਨੀਂਦ ਭਰ ਕੇ ਸੌਂ ਗਿਆ। ਨੀਂਦ ਭਰ ਗਈ ਅੱਖਾਂ ਦੇ ਵਿੱਚ। ਜਦੋਂ ਅੱਖਾਂ 'ਚ ਨੀਂਦ ਭਰਦੀ ਹੈ ਨਾ, ਤੇ ਉਸ ਵੇਲੇ ਦੂਆ ਕਹਿੰਦਾ ਕੀ ਹੋ ਗਿਆ, ਅੱਖਾਂ 'ਚ ਮਿਜਦਾ, ਅੱਖਾਂ 'ਚ ਨੀਂਦ ਭਰੀ ਵੀ ਹੁੰਦੀ ਹੈ। ਜਦੋਂ ਅੱਖਾਂ 'ਚ ਪਾਣੀ ਭਰੇ ਉਦੋਂ ਕਹਿੰਦੇ ਰੋਣਾ ਤੂੰ। ਜਦੋਂ ਉਹ ਅੱਖਾਂ ਪਾਣੀ ਨਾਲ ਭਰਦੀਆਂ ਨੇ, ਜਦੋਂ ਨੀਂਦ ਨਾਲ ਭਰਦੀਆਂ ਫਿਰ ਮਿਚ ਜਾਂਦੀਆਂ ਨੇ ਇਹ। ਤੇ ਇਸ ਕਰਕੇ ਨਾ ਜਿਹੜਾ ਦੂਸਰਾ ਪੈਰ ਸੀ ਇਹਦੇ 'ਚ ਫਿਰ ਨੀਂਦ ਭਰ ਕੇ ਸੌਂ ਗਿਆ ਤੂੰ। ਤੀਜਾ ਝਾਕ ਚਖਾਇਆ। ਰਾਤਰੀ ਦਾ ਤੀਜਾ ਪੈਰ ਸੀ, ਉਹਦੇ 'ਚੋਂ ਕਾਮ ਵਾਸਨਾ ਉੱਠੀ ਤੇ ਉਹਦਾ ਸਤਾਇਆ ਹੋਇਆ ਵਿਸ਼ੇ ਵਿਕਾਰਾਂ ਦੀ ਝੱਖ ਮਾਰਨ ਲੱਗ ਪਿਆ, ਵਿਸ਼ੇ ਭੋਗਣ ਲੱਗ ਪਿਆ। ਜਾਂ ਸੁਪਨੇ ਦੇ ਵਿੱਚ, ਤੇ ਜਿਹੜੇ ਜਾਗਰਤ ਅਵਸਥਾ ਦੇ ਵਿਸ਼ੇ ਚਿਤਵੇ ਹੋਏ ਸੀ ਉਹ ਸੁਪਨੇ 'ਚ ਝੱਖਾਂ ਮਾਰਦਾ ਫਿਰਦਾ ਵੇ। ਸੁਪਨੇ ਮਾੜੇ ਆਉਣ ਲੱਗ ਜਾਂਦੇ ਆ। ਕੀਰਤਨ ਸੋਹਲਾ ਨਹੀਂ ਪੜਨਾ, ਬਾਣੀ ਪੜ੍ਹਦੇ ਨਹੀਂ ਸੌਣਾ, ਮਾੜੇ ਕੰਮ ਚਿਤਵਣੇ, ਫਿਰ ਸੁਪਨੇ ਦੇ ਵਿੱਚ ਹੀ ਉਹੀ ਕੰਮ ਕਰਦਾ ਫਿਰਦਾ ਹੈ। ਫਿਰ ਜਦੋਂ ਚੌਥਾ ਪਹਿਰ ਆਉਂਦਾ ਹੈ, ਚੌਥਾ ਭੋਰ ਭਇਆ। ਚੌਥਾ ਪਹਿਰ ਬੀਤ ਜਾਣ ਤੇ ਫਿਰ ਸਵੇਰੇ ਹੋ ਗਈ ਹੈ, ਦਿਨ ਚੜ੍ਹ ਗਿਆ, ਸਾਰੀ ਰਾਤ ਐਵੇਂ ਵਿਅਰਥ ਹੀ ਗਵਾ ਲਈ। ਇਹ ਪਹਿਲਾ ਪਹਿਰ ਜੀ, ਪਹਿਲਾ ਪਹਿਰ ਧੰਦੇ ਗਿਆ। ਇਸੇ ਤਰ੍ਹਾਂ ਉਮਰ ਰਾਤੀ ਦਾ ਪਹਿਲਾ ਪਹਿਰ ਕਿਹੜਾ ਬਾਲ ਅਵਸਥਾ, ਇਹ ਤਾਂ ਖੇਲਾਂ ਰੂਪੀ ਧੰਦਿਆਂ 'ਚ ਚਲਿਆ ਗਿਆ। ਬਾਲਪਨ ਅਗਿਆਨਾ ਹੁੰਦਾ ਹੈ, ਇਹਦੇ ਹੀ ਬਤੀਤ ਹੋ ਗਿਆ। ਦੂਜੇ ਪਰ ਸੋਇਆ। ਦੂਸਰਾ ਪਹਿਰ ਚੜ੍ਹਦੀ ਜਵਾਨੀ ਸੀ, ਵਿਸ਼ਿਆਂ ਦੀ ਨੀਂਦ ਦੇ ਵਿੱਚ ਸੌਂ ਗਿਆ। ਹੰਕਾਰ ਦੇ ਵਿੱਚ ਸੁੱਤਾ ਪਿਆ, ਅਵਿਦਿਆ ਦੀ ਨੀਂਦ 'ਚ ਸੌਂ ਗਿਆ। ਪਰਿਵਾਰ ਦੀ ਵੀ ਗੱਲ ਨਹੀਂ, ਮਾਤਾ ਪਿਤਾ ਦੀ ਮੰਨਦਾ। ਇੰਨੀ ਨੀਂਦ ਗੂੜੀ ਆਈ ਹੈ। ਗੂੜੀ ਨੀਂਦ ਵਾਲੇ ਨੂੰ ਹਲਾਓ ਤਾਂ ਵੀ ਨਹੀਂ ਜਾਗਦਾ, ਉਹ ਚੰਗਿਆਂ ਕੰਮਾਂ 'ਚ ਨਹੀਂ ਜਾਗਦਾ। ਤੀਜਾ ਝਾਕ ਚਖਾਇਆ। ਉਮਰ ਰੂਪੀ ਰਾਤਰੀ ਦੇ ਤੀਜੇ ਪਹਿਰ ਵਿੱਚ ਢਲਦੀ ਜਵਾਨੀ, ਅਧਖੜ ਉਮਰ ਕਹਿੰਦੇ ਨੇ ਇਹਨੂੰ। ਇਹਦੇ ਝਾਕ ਚਖਾਇਆ, ਖਾਦਾ ਪੀਤਾ ਸਭ ਵਿਸ਼ਿਆਂ ਵਿੱਚ ਸੁਆਹ ਹੋ ਗਿਆ, ਝੱਖਾਂ ਮਾਰਨ ਲੱਗ ਪਿਆ। ਭਾਵ ਕਦੇ ਕਿਸੇ ਪਾਸੇ ਕੰਮ ਧੰਦੇ ਤੁਰਿਆ ਫਿਰਦਾ, ਕਦੇ ਕਿਸੇ ਪਾਸੇ ਝਗੜੇ ਪਾਈ ਫਿਰਦਾ, ਫਜ਼ੂਲ ਕੰਮਾਂ ਦੇ ਵਿੱਚ ਇਉਂ ਲੱਗਿਆ ਫਿਰਦਾ। ਉਮਰ ਦਾ ਜਿਹੜਾ ਇਹ ਉਮਰ ਦੀ ਜਿਹੜਾ ਤੀਸਰਾ ਪੈਰ ਸੀ ਝਾਕ ਝਕਾਉਂਦਿਆਂ ਬਤੀਤ ਹੋ ਗਿਆ। ਚੌਥਾ ਭੋਰ ਭਇਆ। ਚੌਥਾ ਪਹਿਰ ਬਿਰਧ ਅਵਸਥਾ ਦਾ ਹੈ। ਕਾਲ ਰੂਪੀ ਸੂਰਜ ਬਸ ਵੇ ਕਹਿੰਦੇ ਚੜ੍ਹਨ ਵਾਲਾ ਹੀ ਆ। ਹੁਣ ਤਾਂ ਕਹਿੰਦੇ ਫਲਾਨਾ ਬਈ ਸਵਾਸਾਂਤੀ ਆ, ਮਰਨ ਵਾਲਾ ਹੀ ਆ, ਪਾਉ ਫਟਾਲਾ ਹੋਇਆ ਵੈ। ਬਸ ਉਦੋਂ ਸੂਰਜ ਚੜ੍ਹਨ ਵਾਲਾ ਹੀ ਹੁੰਦਾ, ਫਿਰ ਮਰਨ ਵਾਲਾ ਹੀ ਹੁੰਦਾ। ਕਹਿੰਦੇ ਵੀ ਹੁਣ ਨਹੀਂ ਪਤਾ ਕਦੋਂ ਚਲੇ ਜਾਈਏ। ਸੁਬਹ ਦਾ ਸਮਾਂ, ਪ੍ਰਭਾਤ ਦਾ ਵੇਲਾ ਹੋ ਗਿਆ, ਭਾਵ ਕੇ ਸਫੈਦ ਹੋ ਗਏ। ਉਮਰ ਰੂਪੀ ਰਾਤ ਤੇਰੀ ਖਤਮ ਹੋ ਗਈ ਤੇ ਜ਼ਿੰਦਗੀ ਜਿਹੜੀ ਖਤਮ ਹੋਣ ਦੇ ਕਿਨਾਰੇ ਤੇ ਪਹੁੰਚ ਗਈ ਹੈ। ਤੋ ਜਿਹੜੇ ਮਹਾਂਪੁਰਸ਼ ਭਾਈ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਦੇ ਸਕੇ ਭਰਾ ਸੰਤ ਬਾਬਾ ਇੰਦਰ ਸਿੰਘ ਜੀ, ਮੈਂ ਉਹਨਾਂ ਦੇ ਰਸਨਾ ਤੋਂ ਆਪ ਸੁਣਿਆ ਬਚਨ। ਸਾਡੇ ਮਹਾਂਪੁਰਖ ਕੋਲ ਖੜੇ ਤੇ ਕਹਿੰਦੇ ਮਹਾਰਾਜ ਸੁਣਾਓ ਕੀ ਹੈ। ਕਹਿੰਦੇ ਵੀ ਹੁਣ ਤਾਂ ਅੱਗ ਸੇਕਣ ਦੀ ਤਿਆਰੀ ਹੈ। ਮੈਂ ਨਾ ਸਮਝਿਆ ਵੀ ਕੀ ਹੈ। ਮੈਂ ਕਿਹਾ ਜੀ ਇਹ ਕੀ ਗੱਲ ਅੱਗ ਸੇਕਣ ਦੀ ਤਿਆਰੀ। ਕਹਿੰਦੇ ਨੇ ਇੰਨੀ ਤਾਂ ਠੰਡੀ ਨਹੀਂ ਪੈ ਰਹੀ। ਕਹਿੰਦੇ ਨਹੀਂ ਭਾਈ, ਕਹਿੰਦੇ ਵੀ ਹੁਣ ਚਿਖਾ ਦੀ ਅੱਗ ਸੇਕਣ ਦਾ ਹੀ ਸਮਾਂ ਆ ਗਿਆ, ਤਿਆਰੀ ਹੋਈ ਆ। ਕਹਿੰਦੇ ਹੁਣ ਕਹਿੰਦੇ ਤਿਆਰੀ ਕਰੀ ਵਿਆਹ ਸਰੀਰ ਨੂੰ ਅੱਗ ਸਿਕਾ ਦੇਣੀ ਹੈ। ਉਹ ਫਿਰ ਗਲਤੀਆਂ ਨਹੀਂ ਕਰਦੇ ਹਨ। ਇਸੇ ਪ੍ਰਕਾਰ ਜੀ ਪਹਿਲਾ ਪਹਿਰ ਧੰਦੇ ਗਿਆ। ਇਹ ਪਹਿਲਾ ਪਹਿਰ ਹੈ ਪਾਂਬਰਾਂ ਦਾ। ਜਿਹੜੇ ਪਾਂਬਰ ਪੁਰਸ਼ ਨੇ, ਜਿਹੜੇ ਪਾਪ ਕਰਦੇ ਰਹਿੰਦੇ ਹਰ ਵੇਲੇ, ਉਹਨਾਂ ਨੂੰ ਪਾਂਬਰ ਕਹਿੰਦੇ। ਨਿਰਦਈ ਪੁਰਸ਼ ਕਹਿੰਦੇ ਉਹਨਾਂ ਦਾ ਪਹਿਲਾ ਪਹਿਰ ਪਾਪਾਂ ਰੂਪੀ ਧੰਦਿਆਂ 'ਚ ਚਲਿਆ ਗਿਆ, ਕੋਈ ਪੁੰਨ ਕਰਮ ਨਹੀਂ ਕਰਦੇ। ਹਾਂਜੀ ਅੱਗੇ ਦੂਜੇ ਪਰ ਸੋਇਆ। ਦੂਸਰੇ ਵਿਸ਼ਈ ਪੁਰਸ਼ ਨੇ ਤੇ ਉਹ ਕਾਮ ਵਾਸ਼ਨਾ ਖਾਣ ਪੀਣ ਭੋਗਣ ਦੇ ਵਿੱਚ ਇਹ ਨੀਂਦ ਭਰ ਕੇ ਸੁੱਤੇ ਪਏ ਨੇ। ਵਿਸ਼ਿਆਂ ਦੀ ਨੀਂਦ ਵਿੱਚ ਵਾਸ਼ਨਾਵਾਂ ਬਿਰਥਾ ਜਨਮ ਉਹਨਾਂ ਨੇ ਵੀ ਗਵਾ ਲਿਆ। ਤੀਜਾ ਝਾਕ ਚਖਾਇਆ। ਤੀਸਰਾ ਭਾਈ ਜਗਿਆਸੂ। ਪਾਮਰ, ਵਿਸ਼ਈ, ਜਗਿਆਸੂ ਤੇ ਗਿਆਨੀ ਚਾਰ ਪ੍ਰਕਾਰ ਦੇ ਪੁਰਖ ਨੂੰ, ਉਹਨਾਂ ਅਨੁਸਾਰ ਅਰਥ ਹੈ ਇਹ। ਤੀਸਰਾ ਕੌਣ ਹੈ? ਜਗਿਆਸੂ ਪੁਰਸ਼। ਉਹ ਝਾਕ ਚਖਾਇਆ ਕਿ ਉੱਤਮ ਵੈਰਾਗ ਵਿਵੇਕ ਤੋਂ ਬਿਨਾਂ ਹੀ ਝੱਖਾਂ ਹੀ ਮਾਰਦਾ ਰਿਹਾ। ਯਤਨ ਤਾਂ ਬੜੇ ਕਰੇ ਪਰ ਕੁਝ ਪੱਲੇ ਨਾ ਪਿਆ। ਚੌਥੇ ਭੋਰ ਭਇਆ। ਚੌਥੇ ਦਰਜੇ ਦੇ ਕੌਣ? ਗਿਆਨਵਾਨ ਉੱਤਮ ਪੁਰਸ਼। ਉਹਨਾਂ ਦੇ ਹਿਰਦੇ 'ਚ ਬ੍ਰਹਮ ਗਿਆਨ ਦਾ ਸੂਰਜ ਚੜ੍ਹ ਗਿਆ। ਪਰਮੇਸ਼ਰ ਦੀ ਪ੍ਰਾਪਤੀ ਨੂੰ ਭੋਰ ਸਵੇਰ ਹੋ ਗਿਆ
ਤੇ ਉਹ ਭਾਵ ਅਵਿਦਿਆ ਰੂਪੀ ਜਿਹੜੀ ਰਾਤ ਸੀ ਉਹਨਾਂ ਦੀ ਖਤਮ ਹੋ ਗਈ ਹੈ। ਕਦ ਹੀ ਚਿਤ ਨ ਆਇਓ। ਹਾਂ, ਕਹਿੰਦੇ ਇਸ ਸਾਰੀ ਉਮਰ ਰਾਤ ਬਤੀਤ ਹੋ ਗਈ ਜਿਨ੍ਹਾਂ ਜੀਵਾਂ ਦੀ। ਹੁਣ ਉਹੀ ਪ੍ਰਸੰਗ ਫੇਰ ਸ਼ੁਰੂ ਕੀਤਾ ਹੈ ਅੰਤਰੀਪ ਭਾਵ ਤੋਂ ਬਾਅਦ। ਇਹ ਜੀਵ ਨੇ ਕਦੇ ਵੀ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ ਹੈ, ਚੇਤੇ ਨਹੀਂ ਆਇਆ ਵਾਹਿਗੁਰੂ। ਜਨ ਜੀਓ ਪਿੰਡ ਦੀਆ। ਜਿਸ ਨੇ ਪਿੰਡ ਸਰੀਰ, ਆ ਸਥੂਲ ਸਰੀਰ, ਜੀਓ ਜੀਵਾਤਮਾ, ਸੂਖਮ ਸਰੀਰ, ਇਹ ਸਰੀਰ ਦੇ ਵਿੱਚ ਦਿੱਤਾ ਤਾਂ ਸਰੀਰ ਚੱਲਦਾ ਹੈ। ਇਹ ਵਾਹਿਗੁਰੂ ਦੀ ਸੱਤਾ ਪਾਈ ਇਹਦੇ ਵਿੱਚ। ਸਾਧ ਸੰਗਤ ਕੋ ਵਾਰਿਆ। ਇਹ ਜਨਮ ਵਿੱਚ ਸਾਧ ਸੰਗਤ ਦੁਆਰਾ ਹੀ ਸਫਲਾ ਹੋ ਸਕਦਾ ਹੈ। हे ਭਾਈ ਤੂੰ ਸਾਧ ਸੰਗਤ ਕਰ। ਇਸ ਕਰਕੇ ਅਸੀਂ ਤਾਂ ਸਾਧ ਸੰਗਤ ਜੋ ਹੈ ਜੀਓ ਕੀਆ ਕੁਰਬਾਨ। ਸਾਧ ਸੰਗਤ ਤੋਂ ਬਾਰਿਆ ਕਿ ਇਹ ਬਲਿਹਾਰ ਜਾ ਰਹੇ ਹਾਂ। ਮੈਂ ਆਪਣਾ ਜੀਓ ਜੀਵ ਕੁਰਬਾਨ ਕਰਦਾ, ਆਪਣੀ ਜ਼ਿੰਦਗੀ ਕੁਰਬਾਨ ਕਰਦੇ ਹਾਂ ਸਾਧ ਸੰਗਤ ਤੋਂ। ਸਾਧ ਸੰਗਤ ਦੁਆਰਾ ਹੀ ਭਲਾ ਹੋ ਸਕਦਾ ਹੈ। ਜਿਸ ਤੇ ਸੋਝੀ ਮਨ ਪਈ। ਸਾਧ ਸੰਗਤ ਤੇ ਮੈਨੂੰ ਗਿਆਨ ਦੀ ਸੋਝੀ ਹੋਈ, ਵਾਹਿਗੁਰੂ ਦੀ ਪ੍ਰਾਪਤੀ ਦੀ ਸੋਝੀ ਹੋਈ। ਗਿਆਨ ਹੋਇਆ ਕਿ ਵਾਹਿਗੁਰੂ ਦੀ ਪ੍ਰਾਪਤੀ ਦੀ ਸਮਝ ਆ ਗਈ ਹੈ ਹਿਰਦੇ ਵਿੱਚ। ਮਿਲਿਆ ਪੁਰਖ ਸੁਜਾਨ। ਉਹ ਸੋਝੀ ਪੈਣ ਤੋਂ ਸਤਿਗੁਰਾਂ ਦੁਆਰਾ, ਸਤ ਸੰਗਤ ਦੁਆਰਾ ਸੁਜਾਨ ਅੰਤਰਜਾਮੀ ਪੁਰਖ ਜੋ ਵਿਆਪਕ ਸੀ ਵਾਹਿਗੁਰੂ, ਉਹ ਪਰਮੇਸ਼ਰ ਮਿਲ ਗਿਆ ਹੈ। ਨਾਨਕ ਡਿਠਾ ਸਦਾ ਨਾਲ। ਉਹ ਗਿਆਨ ਦੁਆਰਾ ਫਿਰ ਸਦਾ ਹੀ ਨਾਲ ਡਿਠਾ। ਜਿਹੜਾ ਕਹਿੰਦੇ ਸੀ ਰੱਬ ਕਿਤੇ ਦਿਸਦਾ ਨਹੀਂ, ਕਹਿੰਦਾ ਹਰ ਵਕਤ ਹੀ ਨਾਲ ਹੈ ਹੁਣ ਤਾਂ। ਹਰੇ ਅੰਤਰਜਾਮੀ ਜਾਣ। ਅੰਤਰਜਾਮੀ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਅੰਗ ਸੰਗ ਜਾਣ ਲੈਂਦਾ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਗੁਰੂ ਅਰਜਨ ਦੇਵ ਜੀ ਅੱਗੇ ਸ਼ਬਦ ਸ੍ਰੀ ਰਾਗ ਚ ਉਚਾਰਨ ਕਰਦੇ ਐ। ਸਭੇ ਗੱਲਾਂ ਵਿਸਰਨ। ਇਹਦੇ ਚ ਭਾਈ ਜਿਹੜੀਆਂ ਦੋਨੇ ਪਾਠ ਨੇ, ਸਭੇ ਤੇ ਗੱਲਾਂ ਦੋਨੇ ਅਧਿਕ ਸਹਿਤ ਕਰਨਾ। ਇਹ ਬੋਲਣ ਚ ਕਤਾਹੀ ਨਾ ਹੋਵੇ, ਇਹਨੂੰ ਸਭੇ ਨਾ ਬਣ ਜਾਏ, ਉਹਨੂੰ ਗਲਾ ਨਾ ਬਣ ਜਾਏ। ਸਭੇ ਗੱਲਾਂ ਵਿਸਰਨ। ਇਹ ਭਾਈ ਸਾਡਾ ਜੀਵਨ ਇੰਨਾ ਉੱਚਾ ਸੁੱਚਾ ਬਣ ਜਾਵੇ ਕਿ ਸਾਰੀਆਂ ਗੱਲਾਂ ਤਾਂ ਵਿਸਰ ਜਾਣ, ਭਾਵੇਂ ਹੋਰ ਧੰਦੇ ਵਿਸਰ ਜਾਣ, ਕੋਈ ਨੁਕਸਾਨ ਨਹੀਂ। ਸਭੇ ਗੱਲਾਂ ਵਿਸਰ ਜਾਣ ਭਾਵ ਜਿਹੜੀਆਂ ਗੱਲਾਂ ਵਾਹਿਗੁਰੂ ਤੋਂ ਬੇਮੁਖ ਕਰਨ ਵਾਲੀਆਂ ਨੇ, ਪਰਮਾਤਮਾ ਤੋਂ ਭੁਲਾਉਣ ਵਾਲੀਆਂ ਨੇ, ਕਾਮ ਕ੍ਰੋਧ ਇਤੇ ਆਦਿਕ ਸਭੇ ਗੱਲਾਂ ਵਿਸਰਨ। ਉਹ ਸਾਨੂੰ ਹੰਕਾਰ ਆਦਿ ਦੇ ਵਿੱਚ ਫਸਾਉਣ ਵਾਲੀਆਂ ਇਹ ਗੱਲਾਂ ਸਾਰੀਆਂ ਭੁੱਲ ਜਾਣ। ਇੱਕੋ ਵਿਸਰ ਨਾ ਜਾਓ। ਇੱਕ ਅਦਵੈਤ ਸਰੂਪ ਵਾਹਿਗੁਰੂ ਨਾ ਭੁੱਲੇ, ਬਾਕੀ ਸਭ ਕੁਝ ਭਾਵੇਂ ਭੁੱਲ ਜਾਏ। ਧੰਦਾ ਸਭ ਜਰਾਏ ਕਹਿ। ਕਹਿੰਦੇ ਧੰਦਾ ਸਭ ਸਾਰੀ ਦੁਨਿਆਵੀ ਧੰਦਿਆਂ ਨੂੰ ਸਾੜ ਕੇ, ਕਹਿੰਦੇ ਫੂਕਦੇ ਇਹ ਜੇ ਧੰਦਿਆਂ ਨੂੰ ਜਿਹੜੀ ਤੈਨੂੰ ਰੱਬ ਕੋਲੋਂ ਜੋੜਦੇ ਆ, ਨਾਸ ਕਰਕੇ ਉਹਨਾਂ ਨੂੰ ਕੀ ਕਰਨਾ ਹੈ ਦੱਸਦੇ ਨੇ। ਗੁਰ ਨਾਮ ਦੀਆ ਸੱਚ ਸੁਆਓ। ਗੁਰ ਸਤਿਗੁਰਾਂ ਨੇ ਸੱਚਾ ਨਾਮ ਸਾਨੂੰ ਦੀਆ ਦੇ ਦਿੱਤਾ ਹੈ, ਤੇ ਉਹ ਸੱਚਾ ਨਾਮ ਹੈ ਜਿਹੜਾ ਸੁਆਉ ਨਾਮ ਪ੍ਰਯੋਜਨ ਦਾ ਹੁੰਦਾ ਹੈ, ਸੁਆਉ ਨਾਮ ਲਾਭ ਦਾ ਹੁੰਦਾ ਹੈ। ਇਹੀ ਪ੍ਰਯੋਜਨ ਹੈ, ਇਹੀ ਲਾਭ ਹੈ ਸਾਨੂੰ। ਆਸਾ ਸਭੇ ਲਾਹੇ ਕੈ। ਇਹ ਭਾਈ ਪਰਲੋਕ ਦੀਆਂ, ਦੇਵੀ ਦੇਵਤਿਆਂ ਦੀਆਂ, ਪਖੰਡੀਆਂ ਦੀਆਂ, ਇਹਨਾਂ ਦੀਆਂ ਆਸਾਂ ਛੱਡ ਦੇ। ਫਲਾਨਾ ਸੰਤ ਜੀ ਉਹ ਇੱਕ ਬਚਨੇ ਕਰ ਦੇਵੇ, ਉਹ ਸਭ ਕੁਝ ਮਿਲ ਜਾਂਦਾ ਹੈ। ਨਾ ਕੁਝ ਉਹਦੇ ਪੱਲੇ, ਨਾ ਕੁਝ ਉਹਦੇ ਪੱਲੇ। ਇੱਕ ਦੂਜੇ ਨੂੰ ਜਿਵੇਂ ਸੁਨਿਆਰੇ ਤੇ ਉਹ ਦੋਜੀ ਦਾ ਪ੍ਰੇਮ ਸੀ ਆਪਸ ਵਿੱਚ ਹੀ। ਲੋਕਾਂ ਦੇ ਇਹੋ ਜਿਹੇ ਪ੍ਰੇਮ ਨੇ। ਸੁਨਿਆਰਾ ਤਾਂ ਖੋਟ ਪਾ ਕੇ ਦਿਆ ਕਰੇ ਗਹਿਣੇ, ਜਦੋਂ ਕਿਤੇ ਵਿਆਹ ਸ਼ਾਦੀ ਹੋਇਆ ਕਰੇ। ਉਹ ਜਿਹੜਾ ਦੋਜੀ ਸੀ ਦੁੱਧ ਪਾ ਪਾ ਕੇ ਵੇਚਿਆ ਕਰੇ। ਉਹ ਰੋਜ਼ ਦੁੱਧ ਪਾਉਂਦਾ ਸੀ, ਉਹ ਕਦੇ ਕਦੇ ਇਕੱਠਾ ਹੀ ਗੱਫਾ ਲੈ ਲੈਂਦਾ ਉਹਦੇ ਕੋਲੋਂ। ਇਹ ਇਹੀ ਜੀ ਲਿਹਾਜ਼ ਹੈ ਸੰਸਾਰ ਦੀ। ਇਸ ਕਰਕੇ ਬਹੁਤਾ ਨਾ ਕਿਸੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਨਾ ਭਾਈ ਬਹੁਤਾ ਕਿਸੇ ਨਾਲ ਦਵੈਸ਼ ਕਰਨੀ ਚਾਹੀਦੀ ਹੈ। ਸੋ ਇਸ ਕਰਕੇ ਇਸ ਦੇਵੀ ਦੇਵਤਿਆਂ ਦੀਆਂ ਆਸਾਂ, ਪਖੰਡੀਆਂ ਆਸਾਂ ਲਾਹ ਕਰਕੇ ਇੱਕਾ ਆਸ ਕਮਾਓ। ਇੱਕ ਵਾਹਿਗੁਰੂ ਦੀ ਆਸ। ਆਸ ਕੀ ਹੈ? ਉਮੀਦ। ਵਾਹਿਗੁਰੂ ਦੀ ਆਸ ਰੱਖ। ਆਸਾ ਆਸ ਕਰੇ ਸਭ ਕੋਈ, ਸਾਰੇ ਕਰਦੇ ਆ ਨਾ ਆਸ। ਪਰ ਕਬੀਰ ਆਸਾ ਕਰੀਏ ਰਾਮ ਕੀ, ਅਬ ਰਹਿ ਆਸ ਨਿਰਾਸ। ਪਰ ਗੁਰਬਾਣੀ ਇੱਕੋ ਤੇ ਆਸ ਰੱਖਣ ਦੀ ਵਾਲਾ ਹੈ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਇਹੀ ਆਸਾ ਰੱਖਣੀ ਚਾਹੀਏ। ਜਿਨੇ ਸਤਿਗੁਰ ਸੇਵਿਆ। ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਨ ਕੀਤਾ ਹੈ, ਗੁਰੂ ਦੇ ਹੁਕਮ ਅਨੁਸਾਰ ਸੇਵਾ ਕੀਤੀ ਗੁਰੂ ਘਰ ਦੇ, ਤਿਨ ਅੱਗੇ ਮਿਲਿਆ ਥਾਉ। ਤੇ ਉਹਨਾਂ ਨੂੰ ਅੱਗੇ ਪਰਲੋਕ ਦੇ ਵਿੱਚ ਦਰਗਾਹ 'ਚ ਟਿਕਾਣਾ ਮਿਲ ਗਿਆ ਬਹਿਣ ਨੂੰ। ਬਾਕੀ ਤਾਂ ਥਾਨ ਵੀ ਹੋਣੇ, ਜਿਹੜੇ ਲੋਕ ਨੇ ਥਾਨ ਵੀ ਉਹਨਾਂ ਉੱਠ ਉੱਠ ਫਿਰ ਧਾਵੈ। ਤੇ ਐਸੇ ਜਿਹੜੇ ਗੁਰਮੁਖ ਨੇ ਉਹ ਮਨ ਨੂੰ ਇਉਂ ਸਮਝਾਉਂਦੇ ਨੇ ਫਿਰ, ਮਨ ਮੇਰੇ ਕਰਤੇ ਨੂੰ ਸਲਾਹੇ। ਹੇ ਮੇਰੇ ਮਨ ਕਰਤੇ ਪੁਰਖ ਵਾਹਿਗੁਰੂ ਦੀ ਸ਼ਲਾਘਾ ਕਰ। ਐਵੇਂ ਦੁਨਿਆਵੀ ਲੋਕਾਂ ਦੀਆਂ ਸ਼ਲਾਘਾ ਨਾ ਕਰਿਆ ਕਰ। ਸਭੇ ਛੱਡ ਸਿਆਣਪ। ਆਪਣੀਆਂ ਸਿਆਣਪਾਂ ਛੱਡ ਦੇ, ਬੁੱਧੀ ਦੀਆਂ ਚਤਰਾਈਆਂ ਛੱਡ ਦੇ। ਗੁਰ ਕੀ ਪੈਰੀ ਪਾਹੇ। ਗੁਰੂ ਦੇ ਪੈਰੀ ਕੀ ਚਰਨੀ ਪੈਣਾ ਕਰ, ਚਰਨੀ ਲੱਗਣਾ ਕਰ। ਇਹ ਜਿਹੜੀਆਂ ਐਵੇਂ ਇੱਕ ਦੂਜੇ ਨੂੰ ਠੱਗਣ ਵਾਲੀਆਂ ਚਲਾਕੀਆਂ, ਫਰੇਬ ਕਰਨਾ, ਛਲ ਕਰਨਾ, ਇਹ ਸਿਆਣਪਾਂ
ਠਗੀ ਤਾਂ ਮਾਰੀ ਸਿਆਣਪ ਦੇ ਨਾਲ ਹੀ ਜਾਂਦੀ ਹੈ, ਚੋਰੀ ਵੀ ਸਿਆਣਪ ਨਾਲ ਹੀ ਹੁੰਦੀ ਹੈ, ਪਰ ਇਹ ਫਸਾਉਣ ਵਾਲੀਆਂ ਨੇ। ਇਹਨੂੰ ਤਿਆਗਣਾ ਕਰ। ਸਤਿਗੁਰਾਂ ਦੀ ਚਰਨੀ ਲੱਗ। ਰਹਾਉ ਅਸਾਈ ਦੇ ਕੇ ਕਹਿੰਦੇ ਜੀ, ਦੁੱਖ ਭੁਖ ਨਹਿ ਵਿਆਪਈ। ਇਹ ਭਾਈ ਫਿਰ ਤੈਨੂੰ ਜੰਮਣ ਮਰਨ ਦਾ ਦੁੱਖ, ਪਦਾਰਥਾਂ ਦੀ ਆਸਾ ਰੂਪੀ ਭੁੱਖ ਨਹੀਂ ਲੱਗੇਗੀ। ਕਦੋਂ? ਜੇ ਸੁਖ ਦਾਤਾ ਮਨ ਹੋਏ। ਜੇ ਕਰ ਸੁਖਾਂ ਦਾ ਦਾਤਾ ਵਾਹਿਗੁਰੂ ਤੂੰ ਮਨ ਵਿੱਚ ਵਸਾ ਲਵੇਂ। ਕਿਤਿ ਕੰਮ ਨਾ ਛਿਜੀਐ। ਫਿਰ ਕਿਸੇ ਕੰਮ ਦੇ ਵਿੱਚ ਵੀ ਨਾ ਛਿਜੀਐ। ਛਿਜਦਾ ਭਾਵ ਘਾਟਾ ਨਹੀਂ ਪਊਗਾ, ਘਟੂ ਨਹੀਂ ਤੇਰਾ ਕੰਮ। ਕੋਈ ਕੰਮ ਨਿਸਫਲ ਨਹੀਂ ਹੋਊਗਾ, ਨਾਸ ਨਹੀਂ ਹੋਊਗਾ, ਪਰ ਤਾਂ ਹੋਏਗਾ ਜੇਕਰ ਜਾ ਹਿਰਦੈ ਸੱਚਾ ਸੋਏ। ਜੇ ਹਿਰਦੇ ਸੋਏ ਵਾਹਿਗੁਰੂ ਪਰਮੇਸ਼ਰ ਤੇਰੇ ਹਿਰਦੇ ਦੇ ਵਿੱਚ ਉਹਦਾ ਵਾਸਾ ਨਾਮ ਦਾ ਹੋ ਜਵੇ, ਉਹ ਬਸ ਜਵੇ, ਬਸਿਆ ਹੋਵੇ ਤੇਰੇ ਹਿਰਦੇ 'ਚ। ਫਿਰ ਇਉਂ ਬੇਨਤੀ ਕਰੇ, ਜਿਸ ਤੂੰ ਰੱਖੈ ਹੱਥ ਦੇ। ਇਹ ਮੇਰੇ ਵਾਹਿਗੁਰੂ ਜਿਹਨੂੰ ਕਿਰਪਾ ਰੂਪੀ ਹੱਥ ਦੇ ਕੇ ਤੂੰ ਰੱਖ ਲੈਂਦਾ ਹੈ, ਇਸ ਮਾਰ ਨਾ ਸਕੈ ਕੋਏ। ਉਹਨੂੰ ਨਹੀਂ ਮਾਰ ਸਕਦਾ ਕੋਈ। ਜਿਸ ਕਾ ਸਾਹਿਬ ਡਾਢਾ ਹੋਏ ਤੇ ਉਸ ਨੂੰ ਮਾਰ ਨਾ ਸਕੈ ਕੋਈ। ਉਹਨੂੰ ਨਹੀਂ ਮਾਰ ਸਕਦਾ ਕੋਈ। ਸਰੂਪ ਠੰਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ। ਤੇ ਉਹਨੂੰ ਕੋਈ ਮਾਰ ਨਹੀਂ ਸਕਦਾ ਹੈ। ਸੁਖ ਦਾਤਾ ਗੁਰ ਸੇਵੀਐ। ਇਹ ਸੁਖਾਂ ਦਾ ਦਾਤਾ ਸਤਿਗੁਰੂ ਭਾਈ ਸੇਵਨਾ ਕਰੋ ਉਸਨੂੰ। ਸਭ ਅਵਗਣ ਕੱਢੈ ਧੋਏ। ਜਿਹੜਾ ਜਨਮਾਂ ਜਨਮਾਤਰਾਂ ਦੇ ਔਗਣਾਂ ਦੀ ਪਾਪਾਂ ਦੀ ਮੈਲ ਨੂੰ ਨਾਮ ਦੇ ਸਾਬਣ ਨਾਲ, ਪ੍ਰੇਮ ਦੇ ਪਰਮਾਤਮਾ ਦਾ ਪ੍ਰੇਮ ਲਾ ਕੇ, ਪ੍ਰੇਮ ਦੇ ਪਾਣੀ ਤੇ ਨਾਮ ਦੇ ਸਾਬਣ ਨਾਲ ਮਨ ਰੂਪੀ ਵਸਤਰ ਨੂੰ ਧੋ ਕੇ ਸਾਫ਼ ਕਰਕੇ ਕਾਮ ਕ੍ਰੋਧ ਦੀ ਮੈਲ ਕੱਢ ਦੇਵੇ, ਰਾਗ ਦਵੇਸ਼ ਦੀ ਮੈਲ ਕੱਢ ਦੇਵੇ, ਹੰਕਾਰ ਦੀ ਮੈਲ ਕੱਢ ਦੇਵੇ, ਅਵਿਦਿਆ ਦੀ ਮੈਲ ਕੱਢ ਦੇਵੇ। ਤੇ ਐਸਾ ਤਾਂ ਸਤਿਗੁਰੂ ਹੈ। ਤੇ ਇਸ ਕਰਕੇ ਉਹ ਨਿਰਮਲ, ਉਹ ਸਤਪੁਰਸ਼ ਨੇ ਜਿਹੜੇ ਕੱਢ ਸਕਦੇ ਆ। ਬਾਲਮੀਕ ਦਾ ਇੱਕ ਐਸਾ ਜੀਵਨ ਸੀ, ਬਾਲਮੀਕ ਬਟਵਾਰਾ ਕਿਹਾ ਜਾਂਦਾ ਹੈ। ਉਹੀ ਇਹ ਦੋ ਬਾਲਮੀਕ ਹੋਇਆ ਸਾਧ ਸੰਗਤ ਜੀ। ਇੱਕ ਤ੍ਰੇਤੇ ਵਿੱਚ ਹੋਇਆ ਜਿਹਨੇ ਰਮਾਇਣ ਲਿਖੀ ਹੈ, ਉਹ ਬਾਲਮੀਕ ਬ੍ਰਹਮਾ ਦਾ ਅਵਤਾਰ ਜਾਣਨਾ। ਇਹ ਬਾਲਮੀਕ ਸਾਧ ਸੰਗਤ ਜਿਨ੍ਹਾਂ ਜਾਤਾਂ ਦੇ ਨਾਲ ਲੋਕੀ ਨਫ਼ਰਤ ਕਰਦੇ ਸੀ, ਉਹਨਾਂ ਜਾਤਾਂ ਦੇ ਵਿੱਚੋਂ ਸੁਪ ਜਾਤ ਲਿਖਿਆ। ਤੇ ਫਿਰ ਸਿਮਰਨ ਕਰਕੇ ਕਿੱਡਾ ਵੱਡਾ ਹੋਇਆ, ਰਿਖੀਆਂ ਦੀ ਸੰਗਤ ਹੋਈ ਤਾਂ ਫਿਰ ਜਗ ਸੰਪੂਰਨ ਇਹਦੇ ਚਰਨ ਪੈਣ ਦੇ ਨਾਲ ਹੋਇਆ ਸੀ, ਜਿੱਤੋਂ ਪਿੱਠ ਚੜ੍ਹਦੀ ਸੀ ਬਾਹਮਣਾਂ ਨੂੰ। ਭਗਵਾਨ ਕ੍ਰਿਸ਼ਨ ਫਿਰ ਜੋ ਪਰਮਾਤਮਾ ਨੇ ਕ੍ਰਿਸ਼ਨ ਦਾ ਰੂਪ ਧਾਰਨ ਕਰਕੇ ਦੁਆਪਰ ਚ ਆਉਣਾ ਕੀਤਾ, ਕ੍ਰਿਸ਼ਨ ਲਾਵੇ ਹੇਤ ਉਹਦੇ ਚਰਨ ਧਵਾ ਦਿੱਤੇ ਸੀ ਪਾਂਡਵਾਂ ਦੇ ਕੋਲੋਂ। ਸੇਵਾ ਮੰਗੈ ਸੇਵਕੋ। ਉਹ ਤਾਂ ਹੀ ਕੱਢੇ ਔਗਣ ਜਿਹੜੇ ਧੋ ਧੋ ਕੇ ਕੱਢ ਦਿੱਤੇ ਸੀ ਮੈਲ, ਜਿਹੜੇ ਡਾਕੇ ਮਾਨਸ ਮਾਰਦਾ ਬੈਠਾ ਵਾਲਮੀਕ ਉਹ ਕੱਢ ਦਿੱਤੇ। ਜਿਵੇਂ ਭਾਈ ਗੁਰਦਾਸ ਨੇ ਲਿਖਿਆ, ਸੇਵਕਾਂ ਨੂੰ ਸੇਵਾ ਮੰਗਣੀ ਚਾਹੀਏ ਕਿ ਦਾਤਾ ਜੇ ਤੂੰ ਸਾਡੇ ਤੇ ਪ੍ਰਸੰਨ ਹੈ ਤਾਂ ਸਾਨੂੰ ਸੇਵਾ ਬਖਸ਼ ਦੇ ਆਪਣੇ ਘਰ ਦੀ। ਅਸੀਂ ਝੂਠੇ ਭਾਂਡੇ ਮਾਂਜੀਏ, ਅਸੀਂ ਝਾੜੂ ਮਾਰੀਏ, ਅਸੀਂ ਬਸਤਰ ਧੋਈਏ, ਨਿਸਕਾਮ ਹੋ ਕੇ ਸੇਵਾ ਕਰੀਏ। ਸੇਵਕ ਮੰਗਦਾ। ਹੁਣ ਜਿਹੜਾ ਚੌਧਰੀ ਬਣਿਆ ਹੋਇਆ ਭਾਈ, ਉਹ ਕਾਹਤੇ ਮੰਗੂਗਾ? ਉਹ ਤਾਂ ਕਹਿੰਦਾ ਮੇਰੇ ਭਾਂਡੇ ਵੀ ਤੂੰ ਹੀ ਮਾਂਜਦੇ, ਝੂਠੇ ਮੇਰੇ ਤੋਂ ਮਾਂਜ ਨਹੀਂ ਹੁੰਦੇ, ਦਲਿਦਰੀ ਹੋ ਗਏ। ਇਉਂ ਬੇਨਤੀਆਂ ਕਰੀਏ, ਅਸੀਂ ਤੇਰੇ ਦਰ ਦੇ ਸੇਵਕ ਜਾਚਕ ਹੋ ਕੇ ਦਾਸ ਹਾਂ। ਟਹਿਲ ਕਰਦੇ ਰਹੀਏ, ਟਹਿਲ ਮੰਗੀਏ। ਲਾਈਆਂ ਆਪਣੀ ਸੇਵਾ। ਇਹ ਗੁਰੂ ਸਾਹਿਬ ਆਪਣੀ ਟਹਿਲ ਸੇਵਾ ਦੇ ਵਿੱਚ ਲਾ ਦਿੰਦਾ ਹੈ ਤੇ ਹੋਰਨਾਂ ਗੁਰਮੁਖਾਂ ਨੂੰ ਆਪਣੀ ਸੇਵਾ ਚਲਾ ਦਿੰਦਾ ਹੈ। ਉਹਨਾਂ ਨੂੰ ਜਿਨ੍ਹਾਂ ਦੀ ਸੇਵਾ ਮੰਗੀ ਹੈ, ਸੇਵਾ ਮੰਗੈ ਸੇਵਕੋ, ਜਿਨ੍ਹਾਂ ਨੇ ਮੰਗੀ ਸੇਵਾ। ਸਾਧੂ ਸੰਗ ਮਸਕਤੇ। ਇਹਨੂੰ ਮਸਕਤੇ ਪਾਠ ਨਹੀਂ ਕਦੇ ਵੀ ਭਾਈ ਭੁੱਲ ਕੇ ਵੀ ਕਹਿਣਾ, ਮਸਕਤੇ ਪਾਠ ਹੈ। ਅਧਿਕ ਸਹਿਤ ਜਿਵੇਂ ਬੋਲਿਆ ਸੁਣਿਆ ਹੈ। ਤੇ ਸਾਧੂ ਸੰਗ ਮਸਕਤੇ ਤੂਠੈ ਪਾਵਾਂ ਦੇਵ, ਬੋਲਦੇ ਦੁਆਰੇ ਤੂਠੈ ਪਾਵਾ ਦੇਵ। ਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਦਾ ਸਦਕਾ, ਸਾਧੂ ਸੰਤਾਂ ਦੀ ਸੰਗਤ ਦੇ ਸਦਕੇ ਮਸਕਤੇ ਸੇਵਾ ਕਰਕੇ, ਮਿਹਨਤ ਕਰਕੇ, ਘਾਲਣਾ ਦਾ ਨਾਮ ਹੈ ਮਸਕਤ ਕਰਨੀ। ਤੇ ਇਸ ਕਰਕੇ ਟਹਿਲ ਕਰੋ ਤੇਰੀ ਦਾਸ ਕੀ, ਪਗ ਝਾਰੋ ਬਾਲ, ਮਸਤਕ ਆਪਣਾ ਭੇਟ ਦਿਓ, ਗੁਣ ਸੁਨੋ ਰਸਾਲ। ਜੇ ਤੂੰ ਦੇਵ ਪ੍ਰਕਾਸ਼ ਪਰਮਾਤਮਾ, ਜੇ ਤੂੰ ਕਿਰਪਾ ਕਰੇ, ਪ੍ਰਕਾਸ਼ ਸਰੂਪ ਹੈ, ਪਰਮੇਸ਼ਰ ਹੈ। ਜੇ ਤੂੰ ਪ੍ਰਸੰਨ ਹੋ ਜਵੇਂ ਤਾਂ ਹੀ ਸੇਵਾ ਦੀ ਦਾਤ ਮਿਲਦੀ ਹੈ। ਟਹਿਲ ਮਹਿਲ ਤਾ ਕੋ ਮਿਲੈ, ਜਾ ਕੋ ਸਾਧ ਕਿਰਪਾਲ, ਸਾਧੂ ਸੰਗਤ ਤਉ ਵਸੈ, ਜੋ ਆਪਨ ਹੋਏ ਦਿਆਲ। ਤੇ ਉਹਨਾਂ ਸਿੰਘਾਂ ਵੱਲ ਕਦੇ ਦੇਖੋ, ਨਵਾਬ ਕਪੂਰ ਸਿੰਘ ਵਰਗਿਆਂ ਵੱਲ ਘੋੜਿਆਂ ਦੀ ਲਿੱਦ ਚੱਕਦੇ ਚੱਕਦੇ ਨੂੰ ਖਾਲਸੇ ਨੇ ਫੈਸਲਾ ਕਰਿਆ ਨਵਾਬੀ ਉਹਨੂੰ ਦਿੱਤੀ ਜਾਏ। ਉਕਣੇ ਲਿਬੜਿਆ ਤਿਬੜਿਆ ਆ ਗਿਆ, ਕਹਿੰਦਾ ਖਾਲਸਾ ਜੀ ਮੈਨੂੰ ਕੀ ਹੁਕਮ ਹੈ, ਮੈਂ ਸੇਵਾ ਕਰ ਰਿਹਾ ਸੀ ਘੋੜਿਆਂ ਦੀ। ਕਹਿੰਦੇ ਤੈਨੂੰ ਨਵਾਬੀ ਦੇਣੀ ਹੈ। ਕਹਿੰਦਾ ਖਾਲਸਾ ਜੀ ਮੈਂ ਤਾਂ ਜੋਗ ਨਹੀਂ ਇਹਦੇ, ਮੈਨੂੰ ਤਾਂ ਸੇਵਾ ਬਖਸ਼ੋ ਆਪਣੀ, ਮੈਂ ਘੋੜਿਆਂ ਦੀ ਲਿੱਦ ਹੀ ਚੱਕਦਾ ਰਹਾ, ਸੇਵਾ ਕਰਾਂ। ਕਹਿੰਦੇ ਹੁਕਮ ਹੈ ਖਾਲਸੇ ਦਾ। ਕਹਿੰਦਾ ਹੁਕਮ ਤਾਂ ਮੈਂ ਮੋੜ ਨਹੀਂ ਸਕਦਾ, ਪਰ ਮੇਰੀ ਇੱਕ ਬੇਨਤੀ ਹੈ ਵੀ ਨਵਾਬੀ ਤੁਸੀਂ, ਇਹ ਤੁਹਾਡੀ ਨਵਾਬੀ ਖਾਲਸੇ ਦੀ, ਤੁਸੀਂ ਬਖਸ਼ਦੇ, ਮੈਂ ਹੁਕਮ ਮੰਨ ਲਿਆ, ਪਰ ਮੈਂ ਟੋਕਰੀ ਢੋਣ ਤੇ ਨਹੀਂ ਹਟਣਾ, ਮੈਂ ਲਿੱਦੀ ਚੱਕਣ ਤੇ ਨਹੀਂ ਹਟਣਾ, ਝਾੜੂ ਮਾਰਨ ਤੇ ਇਹ ਮੇਰੇ ਕੋਲੋਂ ਨਾ ਖੋਹ ਲਿਓ ਕਿਤੇ। ਸਾਧ ਸੰਗਤ ਜੀ ਇਹੋ ਜਿਹੇ ਸਿੱਖ ਹੁੰਦੇ ਸੀ। ਫਿਰ ਸਿੱਖੀ ਵੀ ਉਹਨਾਂ ਨੇ ਕਮਾਈ ਹੈ।
ਇਹ ਦਲਿਦਰੀਆਂ ਨੇ ਕੀ ਸਿੱਖੀ ਕਮਾ ਲੈਣੀ ਹੈ? ਗੁਰੂ ਘਰ ਦਾ ਖਾ ਖਾ ਕੇ ਗੰਦ ਫੈਂਕਣ ਤੋਂ ਬਿਨਾਂ ਹੋਰ ਕੀ ਕਰ ਰਹੇ ਆ ਭਾਈ? ਜਿਹੜੇ ਮਨੋਰਥ ਲਈ ਆਏ ਉਹ ਤਾਂ ਨਹੀਂ ਕਰ ਰਹੇ ਨਾ। ਇਸ ਕਰਕੇ ਦੂਣੀ ਮਲ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਉ ਲੱਥੀ ਨਾਤਿਆਂ ਦੋ ਪਚੜੀ ਅਸੋਰ। ਤਰਸ ਕਰੋ ਆਪਣੇ ਆਪ ਦੇ ਉੱਤੇ। ਤੋ ਇਸ ਕਰਕੇ ਟਹਿਲ ਮਹਿਲ ਉਹਨੂੰ ਮਿਲਦੀ ਹੈ ਜਿਹਦੇ ਉੱਤੇ ਵਾਹਿਗੁਰੂ ਕਿਰਪਾਲੂ ਹੁੰਦਾ ਹੈ। ਹੇ ਸਤਿਗੁਰੂ ਤੂੰ ਤੇ ਪ੍ਰਸੰਨ ਹੋ ਕੇ ਸਾਨੂੰ ਆਪਣੇ ਦਰ ਘਰ ਦੀ ਸੇਵਾ ਬਖਸ਼ ਦਿਓ ਜੀ। ਸਭ ਕਿਛ ਵਸਗਤ ਸਾਹਿਬ ਹੇ ਮੇਰੇ ਸਾਹਿਬ ਮਾਲਕ, ਦੁਨੀਆ ਦੀ ਸਾਰਾ ਕੁਝ ਤੇਰੇ ਬਸਗਤ ਹੈ। ਗਤ ਨਾਮ ਚਾਲ ਦਾ ਵੀ ਹੁੰਦਾ, ਕਹਿੰਦੇ ਤੇਰੇ ਬਸ ਵਿੱਚ ਹੈ ਸੰਸਾਰ ਦੀ ਚਾਲ। ਤੁਸੀਂ ਆਪ ਹੀ ਕਾਰਜਾਂ ਨੂੰ ਸਾਰਿਆਂ ਨੂੰ ਆਪੇ ਕਰਨ, ਆਪੇ ਕਰਨ ਕਰਿਓ। ਆਪੇ ਕਾਰਜ ਰੂਪ ਤੇ ਕਾਰਨ ਰੂਪ ਆਪੇ ਹੀ ਹੋ। ਤੁਸੀਂ ਕਾਰਜਾਂ ਦੇ ਕਰਨ ਵਾਲੇ ਹੋ, ਆਪ ਹੀ ਕਾਰਨ। ਸੰਸਾਰ ਦਾ ਕਾਰਨ ਸਾਧਨ ਰੂਪ ਆਪ ਹੀ ਹੋ। ਕਾਜ ਰੂਪ ਕਰੇਵ ਕਰਤਾ ਰੂਪ ਵੀ ਆਪ ਹੀ ਹੋ ਕਰਨ ਵਾਲੇ ਹੋ। ਸੰਸਾਰ ਰੂਪੀ ਤਾਣੇ ਬਾਣੇ ਨੂੰ ਬੁਣਨ ਵਾਲਾ ਜਿਵੇਂ ਜੁਲਾਹਾ ਬੁਣਦਾ ਹੈ, ਤੁਸੀਂ ਆਪ ਹੀ ਤਾਣਾ ਪੇਟਾ ਹੋ ਕੇ ਪੰਜ ਤੱਤਾਂ ਦਾ ਆ ਸੂਤ ਇਕੱਠਾ ਕਰਕੇ ਖੱਡੀ ਤੇਰੀ ਲਾਈ ਹੈ। ਤੇ ਕੋਰੀ ਕੋ ਮਰਮ ਨਾ ਜਾਣਾ, ਤੇਰਾ ਸਭ ਜਗ ਆਣ ਤਨਾਇਓ ਤਾਨਾ। ਇਹ ਤਾਣਾ ਐਸਾ ਤਾਣਾ ਤਣਿਆ ਹੈ ਤੇ ਪੰਜੇ ਤੱਤਾਂ ਪ੍ਰਕਿਰਤੀਆਂ ਦੁਆਰਾ 25 ਦੁਆਰਾ। ਸਤਿਗੁਰ ਕੈ ਬਲਿਹਾਰਣੈ, ਸਤਿਗੁਰਾਂ ਤੋਂ ਬਲਿਹਾਰ ਕੁਰਬਾਨ ਜਾਈਏ। ਮਨਸਾ ਸਭ ਪੂਰੇ, ਮਨਸਾ ਰਾਮ ਇੱਛਾ ਦਾ ਜੋ ਸਾਡੀ ਇੱਛਾ ਪੂਰੀ ਕਰਨ ਵਾਲਾ, ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਉਹ ਤੋਂ ਬਲਿਹਾਰ ਜਾਈਏ। ਇੱਕੋ ਦਿਸੈ ਸੱਜਣੋ, ਸਾਨੂੰ ਤਾਂ ਹੁਣ ਸਾਰਿਆਂ ਦੇ ਵਿੱਚ ਸੱਜਣ ਪਿਆਰਾ ਵਾਹਿਗੁਰੂ ਇੱਕੋ ਮੇਰਾ ਸਾਡਾ ਮਿੱਤਰ ਦਿਸਦਾ ਹੈ। ਇੱਕੋ ਭਾਈ ਮੀਤ, ਉਹ ਪਰਲੋਕ ਦੇ ਇੱਕੋ ਪਰਮਾਤਮਾ ਹੀ ਸਾਡਾ ਭਾਈ ਭਰਾਤਾ ਹੈ ਤੇ ਮੀਤ ਮਿੱਤਰਾਂ ਦੀ ਨਿਆਈਆਂ ਸਹਾਇਤਾ ਕਰਨ ਵਾਲਾ। ਇੱਕ ਸਦੀ ਸਾਮਗਰੀ, ਤੇ ਇੱਕੋ ਪਰਮੇਸ਼ਰ ਦੇ ਸਾਰੀ ਸਮਗਰ ਜਿੰਨੇ ਵੀ ਇਹ ਸੰਸਾਰ ਨਜ਼ਰ ਆ ਰਿਹਾ ਹੈ। ਸਮਗਰੀ ਨਾਮ ਪਦਾਰਥ ਦਾ ਹੁੰਦਾ ਹੈ, ਸਮੂਹ ਪਦਾਰਥ ਜਿਹਦੇ ਇੱਕ ਪਦਾਰਥ ਦਾ ਨਾਮ ਲਈਏ ਸਾਰੇ ਇਕੱਠੇ ਹੋਣ ਮਿਲਵੇਂ। ਇਹ ਵਿਭੂਤੀ ਭਾਵ ਇਹ ਸਰੀਰ, ਸਵਾਸ, ਗੁਣ, ਸੰਬੰਧੀ, ਦੌਲਤ, ਪਦਾਰਥ ਸਭ ਕੁਝ ਉਸੇ ਦਾ ਦਿੱਤਾ ਹੋਇਆ। ਇਹ ਸਾਰੀ ਸ੍ਰਿਸ਼ਟੀ ਜੋ ਵੀ ਬਣਾਈ ਹੈ ਇੱਕ ਸੈ ਦੀ ਹੈ ਰੀਤ, ਉਹ ਰੀਤ ਮਰਿਆਦਾ ਇੱਕ ਦੀ ਉਹ ਬਣਾਈ ਹੋਈ ਹੈ। ਸੰਸਾਰ ਦੀ ਮਰਿਆਦਾ ਵਿੱਚ ਚੱਲਣਾ, ਸੂਰਜ ਨੇ ਸਮੇਂ ਸਿਰ ਉਹਦੇ ਅਸਤ ਹੋਣਾ, ਚੰਦਰਮਾ ਦੀਆਂ 16 ਕਲਾਂ ਹੋਣੀਆਂ, ਸਮੁੰਦਰ ਦੇ ਛੋਟੇ ਵੱਡੇ ਜਵਾਰ ਭੱਟ ਆਉਣੇ, ਨਿਸ਼ਚਿਤ ਕੀਤਾ ਹੋਇਆ ਨਾ ਸਮਾਂ। ਉਸੇ ਤਰ੍ਹਾਂ ਹਵਾ ਦਾ ਆਉਣਾ, ਪਾਣੀ ਦੀ ਵਿਵਸਥਾ ਹੋਣੀ, ਬ੍ਰਹਮੰਡ ਵਿੱਚ ਗ੍ਰਹਿ ਨਿਸ਼ਚਿਤ ਤੁਰੇ ਫਿਰਨੇ। ਇਹ ਮਰਿਆਦਾ ਰੀਤ ਬੰਨੀ ਹੋਈ ਹੈ ਨਾ ਪਰਮੇਸ਼ਰ ਦੀ, ਸਾਰੀ ਆਪਣੇ ਹੁਕਮ ਰੂਪੀ ਸੂਤਰ ਚ ਪਰੋਈ ਹੋਈ ਹੈ। ਇੱਕ ਸਸਿਓ ਮਨ ਮਾਨਿਆ, ਜਿਹਦਾ ਇੱਕ ਵਾਹਿਗੁਰੂ ਦੇ ਨਾਲ ਮਨ ਮੰਨ ਗਿਆ। ਹੁਣ ਮਨੇ ਨਹੀਂ ਨਾ ਮੰਨਦਾ ਤਾਂ ਟਾਈਮ ਸਿਰ ਨਿਤਨੇਮ ਨਹੀਂ ਹੁੰਦਾ, ਟਾਈਮ ਸਿਰ ਉੱਠਣ ਨਹੀਂ ਹੁੰਦਾ। ਮਨ ਨਹੀਂ ਮੰਨਦਾ ਤਾਂ ਕਥਾ ਚ ਨਹੀਂ ਜਾ ਹੁੰਦਾ। ਜਦੋਂ ਮਨ ਮੰਨ ਗਿਆ ਫਿਰ ਤਾਂ ਨਠਿਆ ਆਉਂਦਾ ਹੈ। ਤਾਂ ਹੋਆ ਨਿਚਲ ਚੀਤ, ਜਦੋਂ ਮਨ ਮੰਨ ਗਿਆ ਤਾਂ ਵਾਹਿਗੁਰੂ ਦੇ ਨਾਮ ਦੇ ਵਿੱਚ ਅਚਲ ਹੋ ਜਾਂਦਾ ਚਿੱਤ। ਸੱਚ ਖਾਣਾ ਸੱਚ ਪਹਿਨਣਾ, ਉਹਨਾਂ ਗੁਰਮੁਖਾਂ ਦਾ ਖਾਣਾ ਕੀ ਹੈ? ਸੱਚੇ ਨਾਮ ਦਾ ਜਿਹੜਾ ਜਪਣਾ ਇਹ ਹੈ ਖਾਣਾ। ਨਾਮ ਦਾ ਜਿਹੜਾ ਜਪਣਾ ਇਹ ਖਾਣਾ ਹੈ, ਸੱਚ ਖਾਣਾ। ਤੇ ਅੱਗੇ ਕਿਹਾ ਸੱਚ ਪਹਿਨਣਾ। ਤੇ ਸੱਚੇ ਨਾਮ ਦਾ ਪਹਿਨਣਾ ਕਿਹੜਾ ਹੈ? ਜਿਹੜਾ ਮੰਨਣ ਕਰਨਾ। ਮੰਨਣ ਕਰ ਲਿਆ ਸਮਝ ਲਓ ਜਿਵੇਂ ਵਸਤਰ ਪਾ ਲਿਆ ਔਰ ਉਹ ਫਿਰ ਇਸਤੇਮਾਲ ਕਰਨ ਲੱਗੇ ਨਾ, ਜੋ ਸੁਣਿਆ ਸੀ ਉਹ ਮੰਨਣ ਕਰ ਲਿਆ, ਇਹ ਪਹਿਨਣਾ ਹੋ ਗਿਆ ਹੈ। ਟੇਕ ਨਾਨਕ ਸੱਚ ਗੀਤ, ਉਹਨਾਂ ਗੁਰਮੁਖਾਂ ਨੇ ਸੱਚ ਖਾਣਾ, ਭੋਜਨ ਸੱਚਾ, ਪਹਿਨਣਾ ਪਰਮੇਸ਼ਰ ਦਾ ਸੱਚਾ ਹੋ ਗਿਆ। ਉਹਨਾਂ ਦੇ ਬਾਸ ਦੇ ਵਸਤਰ ਪਹਿਨਣੇ, ਖਾਣਾ ਖਾਣਾ ਵੀ ਸੱਚਾ ਸਬਲਾ ਹੋ ਗਿਆ, ਜਿਨ੍ਹਾਂ ਦੀ ਟੇਕ ਵਾਹਿਗੁਰੂ ਦੀ ਰੱਖੀ ਹੋਈ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅੱਗੇ ਸ਼ਬਦ ਵਿੱਚ ਉਚਾਰਨ ਕਰਦੇ ਹਨ ਜੀ। ਸਭੇ ਥੋਕ ਪ੍ਰਾਪਤੇ, ਹੇ ਭਾਈ ਜੇਕਰ ਉਹ ਪਰਮੇਸ਼ਰ ਵਾਹਿਗੁਰੂ ਦੇ ਸਭੇ ਥੋਕ, ਥੋਕ ਨਾਮ ਪਦਾਰਥ ਆਉਂਦਾ, ਸਾਰੇ ਪ੍ਰਾਪਤ ਹੋ ਜਾਣਗੇ ਤੈਨੂੰ। ਜੇ ਆਵੇ ਇੱਕ ਹੱਥ, ਜੇਕਰ ਇੱਕ ਅਦਵੈਤ ਰੂਪ ਪਰਮੇਸ਼ਰ ਨਾਮ ਜਿਹੜਾ ਵਾਹਿਗੁਰੂ ਦਾ ਤੇਰੇ ਮਨ ਰੂਪੀ ਹੱਥ ਚ ਆ ਜਾਵੇ, ਮਨ ਰੂਪੀ ਹੱਥ ਦੇ ਵਿੱਚ ਨਾਮ ਆ ਜਾਵੇ, ਇਹ ਨਾਮ ਦਾ ਹੱਥ ਵਿੱਚ ਆਉਣਾ ਹੈ, ਆ ਜਾਵੇ ਤਾਂ ਸਭੇ ਧਰਮ ਅਰਥ ਕਾਮ ਮੋਖ ਇਹ ਥੋਕ ਪਦਾਰਥ ਪ੍ਰਾਪਤ ਹੋ ਜਾਣਗੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗੈ। ਇੱਕ ਪਰਮਾਤਮਾ ਦੀ ਪ੍ਰਾਪਤੀ ਕਰਨ ਦੇ ਨਾਲ ਲੋਕ ਪਰਲੋਕ ਦੇ ਸਾਰੇ ਪਦਾਰਥ ਸੁਖ ਪ੍ਰਾਪਤ ਹੋ ਜਾਂਦੇ ਨੇ। ਧਰੂਮ ਨੂੰ ਜਿਵੇਂ ਪ੍ਰਾਪਤ ਹੋਏ ਉਹਨੂੰ ਵੀ ਤਾਂ ਇਸੇ ਪ੍ਰਕਾਰ ਹੋਏ ਸੀ। ਭਾਈ ਗੁਰਦਾਸ ਨੇ ਥੋੜੇ ਸ਼ਬਦਾਂ 'ਚ ਕਹੇ, ਧਰੂ ਹਸਦਾ ਕਰ ਆਇਆ ਕਰ ਪਿਆਰ ਭੂ ਕੁਛੜ ਲੀਤਾ। ਤੇ ਧਰੂ ਦੀ ਹਾਲਤ ਇਹ ਸੀ, ਉਤਾਨ ਪਦ ਰਾਜੇ ਦੇ ਦੋ ਉਹਦੀਆਂ ਰਾਣੀਆਂ ਸੀ, ਸਰੀਚੀ ਤੇ ਸੁਨੀਤੀ। ਇਹ ਮਨ ਰਾਜਾ ਤੇ ਸਤਰੂਪਾ ਆਦਿ ਕਾਲ ਦਾ ਮਨੁੱਖ ਜਿਹੜੇ ਹੋਇਆ ਉਹਦਾ ਪੁੱਤਰ ਸੀ ਉਤਾਨ ਪਾਦ, ਐਉਂ ਲਿਖਿਆ ਗ੍ਰੰਥਾਂ 'ਚ। ਉਹ ਜਿਹੜੀ ਸੁਰੀਚੀ ਸੀ
ਸੁਨੀਤੀ ਤਾਂ ਸੀ ਚੰਗੇ ਸੁਭਾਅ ਵਾਲੀ, ਜਿਹੜੀ ਧਰੂ ਦੀ ਮਾਤਾ ਸੀ, ਤੇ ਉਹਦੇ ਕੁੱਖ ਤੋਂ ਉੱਤਮ ਪੈਦਾ ਹੋਇਆ। ਉਹ ਸ੍ਰੀ ਐਸੀ ਕਾਮ ਕਲਾ ਵਿੱਚ ਨਿਪੁੰਨ ਸੀ, ਉਹਨੇ ਰਾਜੇ ਨੂੰ ਆਪਣੇ ਰੂਪੇ ਕਾਮੇ ਦੋਸੀ ਅਧੀਨ ਕਰ ਲਿਆ। ਪਟਰਾਣੀ ਬਣ ਬੈਠੀ, ਛੋਟੀ ਰਾਣੀ ਪਟਰਾਣੀ ਬਣਦੀ ਨਹੀਂ ਹੁੰਦੀ, ਉਹਦੀ ਗੋਲੀਆਂ ਨਾਲੋਂ ਮਾੜੀ ਹਾਲਤ ਕਰ ਦਿੱਤੀ। ਧਰੂ ਉਹਦੇ ਪੇਟੋਂ ਜੰਮਿਆ ਸੀ। ਇੱਕ ਦਿਨ ਵਜ਼ੀਰਾਂ ਦੇ ਬੱਚਿਆਂ ਦੇ ਨਾਲ ਖੇਡਦਾ ਖੇਡਦਾ ਉਹ ਸਾਧ ਸੰਜੀ ਵੀ ਧਰੂ ਚੱਲ ਤੇਰੇ ਪਿਤਾ ਦੇ ਕੋਲ। ਉਹ ਜਦੋਂ ਸਾਹਮਣੇ ਆਇਆ, ਬਾਪ ਨੂੰ ਵੀ ਮਮਤਾ ਉੱਠੀ। ਧਰੂ ਹੱਸਦਾ ਕਰ ਆਇਆ, ਕਰ ਪਿਆਰ ਪੋ ਕੁੱਛੜ ਲੀਤਾ। ਉਹ ਕੁੱਛੜ 'ਚ ਲੈ ਲਿਆ, ਪਿਆਰ ਕਰਨ ਲੱਗਿਆ। ਇਹਨੇ ਨੂੰ ਆ ਗਈ ਸ੍ਰਿਸ਼ਟੀ। ਉਹਨੂੰ ਆ ਕੇ ਰਾਜੇ ਦੀ ਹਿੰਮਤ ਨਹੀਂ ਪਈ, 2 ਚਪੇੜਾਂ ਮੂੰਹ ਦੇ ਉੱਤੇ ਮਾਰੀਆਂ, ਬਾਂਹ ਤੋਂ ਫੜ ਕੇ ਘਸੀੜ ਕੇ ਹੇਠਾਂ ਸੁੱਟ ਦਿੱਤਾ। ਉਹ ਰੋਂਦਾ ਰੋਂਦਾ ਕਹਿੰਦਾ, ਛੋਟੀ ਮਾਂ ਮੇਰਾ ਕਸੂਰ ਕੀ ਹੈ? ਕਹਿੰਦੀ ਤੇਰਾ ਕਸੂਰ ਇਹੀ ਹੈ, ਤੂੰ ਗੋਦ 'ਚ ਬੈਠਾ, ਇੱਥੇ ਉੱਤਮ ਬੈਠੂ ਮੇਰਾ ਪੁੱਤ। ਕਹਿੰਦਾ ਮਾਂ ਵੀ ਐਂ ਕਿਉਂ ਕਰਦੀ ਐ? ਕਹਿੰਦੀ ਜੇ ਇੱਥੇ ਬੈਠਣਾ ਸੀ ਮੇਰੀ ਕੁੱਖ ਤੋਂ ਜੰਮਦਾ। 5 ਸਾਲ ਦਾ ਬੱਚਾ ਹੈ, ਉਹਨੂੰ ਕੀ ਪਤਾ ਹੈ? ਨਾਲੇ ਬੱਚੇ ਆਪਣੇ ਬਸ ਹੈ ਕਿਹਦੇ ਜੰਮਣਾ ਕਿਹਦੇ ਨਹੀਂ ਜੰਮਣਾ। ਹੜਕੋਰਿਆਂ ਨਾਲ ਰੋਂਦਾ ਆਇਆ, ਫਿਰ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੁੱਡੋਂ ਹਲਿੱਕਾ ਮਾਂ ਪੁੱਛੇ। ਹੜਕੋਰੇ ਲੈਂਦਾ ਰਹਿੰਦਾ ਆਇਆ। ਧਰੂ ਮਾਂ ਨੇ ਕਾਲਜਾ ਫੜਿਆ ਗਿਆ, ਕਹਿੰਦੀ ਪੁੱਤ ਤੂੰ ਕਦੇ ਰੋਂਦਾ ਨਹੀਂ ਸੀ ਆਇਆ, ਤੂੰ ਤਾਂ ਜਨਮ ਤੋਂ ਬੜਾ ਚੰਗਾ ਸੁਭਾਅ ਸੀ, ਹੜਕੋਰੇ ਲੈ ਲੈ ਕੇ ਰੋਣਾ ਹੈ, ਗੱਲ ਨਾ ਆਵੇ। ਕਹਿੰਦੀ ਦੱਸਦਾ ਸੀ ਕੀ ਹੋਇਆ? ਕਹਿੰਦਾ ਮਾਂ ਬਸ ਹੋਰ ਕੁਛ ਨਹੀਂ, ਮੈਨੂੰ ਇੰਨਾ ਕੁ ਦੱਸ ਦੇ, ਤੂੰ ਸੁਬਾਣੀ ਹੈ ਕਿ ਸਰੀਤਾ? ਤੂੰ ਮੇਰੇ ਬਾਪ ਦੀ ਗੋਲੀ ਹੈ, ਕਿਤੇ ਉਹਦੇ ਨਾਲ ਸੰਬੰਧ ਹੋ ਕੇ ਮੈਂ ਜੰਮ ਪਿਆ ਤੇਰੀ ਕੁੱਖ ਤੋਂ? ਰਾਣੀ ਰੋਣ ਲੱਗ ਗਈ, ਕਹਿੰਦੀ ਧਰੂ ਦਿਲ ਚੀਰਤਾ ਤੇਰੀ ਗੱਲ ਨੇ, ਤੂੰ ਪੁੱਤ ਕਿਉਂ ਪੁੱਛਿਆ ਮੈਨੂੰ? ਮੈਂ ਇੱਕ ਰਾਜੇ ਦੀ ਧੀ ਹਾਂ, ਮੈਂ ਰਾਜ ਮਹਿਲਾਂ 'ਚ ਪਲੀ ਹੋਈ ਹਾਂ, ਮੈਂ ਰਾਜੇ ਨੂੰ ਵਿਆਹੀ ਗਈ, ਤੇ ਤੂੰ ਮੇਰੇ ਤੇ ਸ਼ੰਕਾ ਕੀ ਕੋਈ? ਪੁੱਤ ਹੋ ਕੇ ਮਾਂ ਤੇ ਸ਼ੰਕਾ ਕਰਦਾ? ਹੋਇਆ ਕੀ ਹੈ? ਕਹਿੰਦਾ ਮਾਂ ਤੇ ਮੈਨੂੰ ਚਪੇੜਾਂ ਵੱਜੀਆਂ, ਮੈਨੂੰ ਆਹ ਕਿਹਾ ਛੋਟੀ ਮਾਂ ਨੇ, ਤੇ ਮਾਂ ਨੇ ਕਿਹਾ ਸੁਬਾਣੀ ਹਾਂ ਜਨਮ ਦੀ, ਪਰ ਇੱਕੋ ਹੀ ਕਿਹਾ, ਕਹਿੰਦੀ ਧਰੂ ਜੇ ਮੇਰਾ ਪੁੱਤ ਹੈ ਮੇਰੀ ਸਿੱਖਿਆ ਤੇ ਅਮਲ ਕਰ ਲੈ। ਕਹਿੰਦੇ ਦੱਸ? ਕਹਿੰਦੇ ਆਪਣੀ ਛੋਟੀ ਮਾਂ ਨੂੰ ਮਾੜਾ ਨਾ ਕਹੀਂ, ਜਿਹਨੇ ਚਪੇੜਾਂ ਮਾਰੀਆਂ ਮਾੜਾ ਨਾ ਕਹੀਂ, ਉਹ ਮੇਰੀ ਭੈਣ ਹੈ ਛੋਟੀ। ਕਹਿੰਦੇ ਮਾਂ ਤੇਰੀ ਹਾਲਤ ਇਹ? ਕਹਿੰਦੀ ਬਸ ਮੇਰਾ ਕਸੂਰ ਹੈ ਤੇ ਤੇਰਾ ਕਸੂਰ ਹੈ। ਮਾਂ ਕਿਵੇਂ? ਕਹਿੰਦੇ ਨਾਮ ਨਾ ਭਗਤੀ ਕਰਮ ਦਿੜਤ, ਉਹਨੇ ਨਾਮ ਜਪਿਆ, ਉੱਤਮ ਨੇ ਜਪਿਆ ਹੋਊਗਾ, ਉਹਨੂੰ ਫਲ ਮਿਲ ਗਿਆ, ਇਸ ਕਰਕੇ ਸਬਰ ਕਰ ਲੈ ਧਰੂ। ਕਹਿੰਦਾ ਨਹੀਂ ਮਾਂ, ਮੈਂ ਆਪਣਾ ਨਰਾਦਰ ਜਰ ਲਿਆ ਸੀ, ਪਰ ਮੈਂ ਆਪਣਾ ਜਿਉਂਦੇ ਜਿਉਂਦੇ ਆਪਣੀ ਮਾਂ ਜੀ ਤੋਂ ਜੰਮੇ, ਮੈਂ ਮਾਂ ਦਾ ਨਰਾਦਰ ਨਹੀਂ ਚੱਲ ਸਕਦਾ, ਇਹਦਾ ਬਦਲਾ ਲਊਂਗਾ ਮੈਂ। ਤੂੰ ਜੇ ਮੇਰੀ ਮਾਂ ਹੈ ਮੈਨੂੰ ਇੱਕੋ ਗੱਲ ਦੱਸ ਦੇ, ਜਿਹੜੇ ਰਾਜ ਦੇ ਤੇਰਾ ਨਰਾਦਰ ਹੋਇਆ ਤੂੰ ਪਟਰਾਣੀ ਨਹੀਂ ਬਣ ਸਕੀ, ਗੋਲੀ ਬਣ ਕੇ ਰੱਖੀ ਹੈ, ਜਿਹੜੇ ਰਾਜ ਤੇ ਮੈਨੂੰ ਚਪੇੜਾਂ ਵੱਜ ਗਈਆਂ ਮੈਨੂੰ ਦੱਸ ਦੇ, ਕਿਸ ਉਦਮ ਤੇ ਰਾਜ ਮਿਲਿਆ, ਸਤਰੂ ਤੇ ਸਭ ਹੋਵਨ ਮੀਤਾ। ਇੰਨਾ ਹੀ ਦੱਸ ਦੇ, ਇਹ ਦੁਸ਼ਮਣ ਮਿੱਤਰ ਕਿਵੇਂ ਬਣਨਗੇ? ਉਹ ਕਹਿੰਦੀ ਪਰਮੇਸ਼ਰ ਆਰਾਧੀਆ ਜਿੱਦੋਂ ਹੋਈ ਆ ਪਤਤ ਪਨੀਤਾ, ਰੱਬ ਦਾ ਨਾਮ ਜਪਿਆ ਕਰ। ਬਾਹਰ ਚੱਲਿਆ ਕਰਨ ਤਪ, ਵੈਰਾਗੀ ਹੋ ਗਿਆ, ਮਨ ਵੈਰਾਗੀ ਹੋਏ ਅਤੀਤਾ। ਪਹਿਲੀ ਰਾਤ ਰਾਜੇ ਦੇ ਬਾਗ 'ਚ ਕੱਟੀ, ਅਗਲੇ ਉੱਤੇ ਰਿਸ਼ੀ ਮਿਲ ਗਏ, ਸਹਾਇਤਾ ਰੱਬ ਕਰਦਾ। ਦੇਖਿਆ 5 ਵਰਖ ਦਾ ਬਾਲ, ਕਹਿੰਦੇ ਬੱਚੇ ਤੂੰ? ਕਹਿੰਦਾ ਜੀ ਭਗਤੀ ਕਰਨ ਚੱਲਿਆ। ਕਹਿੰਦੇ ਉਹ 5 ਵਰੇ ਦੇ ਬੱਚੇ ਨੂੰ ਭਗਤੀ? ਤੇਰਾ ਕਰਮ ਜਾ ਗਿਆ ਪੁੱਤਰਾ, ਫਿਰ ਕਾਮਯਾਬ ਹੋਈ, ਅਸੀਂ ਅਸ਼ੀਰਵਾਦ ਦਿੰਨੇ ਆ। ਅੱਗੇ ਗੂੜੇ ਜੰਗਲ ਤਪੋਵਨ ਚਲਿਆ ਗਿਆ। ਆਗਰੇ ਦੇ ਵਿੱਚ ਰਾਜ ਸੀ ਇਹਦਾ, ਆਗਰੇ 'ਚ ਇਹ ਆਗਰੇ ਦੀ ਘਟਨਾ ਵਾਪਰੀ ਹੈ। ਇਹ ਤਪੋਵਨ ਰਿਸ਼ੀਕੇਸ਼ ਵਾਲੇ ਪਾਸੇ ਨੂੰ ਨਿਕਲਿਆ। ਫਿਰ ਇਹ ਕਹਿਣ ਲੱਗਿਆ ਵੀ ਧਰੂ ਨੂੰ ਫਿਰ ਅੱਗੇ ਨਾਰਦ ਮਿਲਿਆ, ਤੇ ਨਾਰਦ ਕਹਿਣ ਲੱਗਿਆ ਬੱਚੇ ਇੱਥੇ ਦੇ ਸ਼ੇਰ ਬਘੇਰੇ ਬੁਲਾਵਾਂ, ਤੂੰ ਕਿਉਂ ਚੱਲਿਆ ਉੱਥੇ? ਕਹਿੰਦਾ ਬਾਬਾ ਬਾਹਰ ਚੱਲਿਆ ਕਰਨ ਤਪਨ ਬੈਰਾਗੀ ਹੋਏ ਅਤੀਤਾ। ਕਹਿੰਦੇ ਗੱਲ ਸੁਣ ਲੈ, ਜੇ ਮੇਰੀ ਸਹਾਇਤਾ ਨਹੀਂ ਕਰਨੀ ਨਾ ਤਾਂ ਮੇਰਾ ਨੁਕਸਾਨ ਨਾ ਕਰ, ਮੈਨੂੰ ਰੋਕ ਨਾ। ਫਿਰ ਨਾਰਦ ਮੁਨ ਉਪਦੇਸਿਆ ਨਾਮ ਦਾ ਅੰਮ੍ਰਿਤ, ਉਹਨੇ ਫਿਰ ਦਵਾਸੀ ਅਖਰੇ ਓਮ ਨਮੋ ਭਗਵਤੇ ਵਾਸੁਦੇਵਾਏ ਇਹ ਜਾਪ ਦਿੱਤਾ, ਸਤਯੁਗ ਦਾ ਜਾਪ ਸੀ। ਤਾਂ ਫਿਰ ਪਿੱਛੋਂ ਰਾਜੇ ਸੱਦਿਆ। ਧਰੂ ਜਾ ਕੇ ਕਹਿੰਦਾ ਉਹ ਰਾਜੇ ਤੂੰ ਕਿਹਾ ਜਾਂ ਆਪਣੀ ਇਸਤਰੀ ਦੇ ਅਧੀਨ ਹੋਇਆ, ਤੈਨੂੰ ਸ਼ਰਮ ਨਹੀਂ ਆਉਂਦੀ? 5 ਵਰਿਆਂ ਦਾ ਬੱਚਾ ਕੋਈ ਸ਼ੇਰ ਵਗੇਰਾ ਖਾਊ, ਤੈਨੂੰ ਕਲੰਕ ਲੱਗੂ। ਕਹਿੰਦਾ ਵੀ ਮੇਰੇ ਤੋਂ ਗਲਤੀ ਹੋ ਗਈ, ਮੈਂ ਪਛਤਾਉਣਾ ਵੀ ਮੈਂ ਧਰੂ ਦੇ ਜਦੋਂ ਚਪੇੜਾਂ ਵੱਜੀਆਂ ਮੈਂ ਬੋਲ ਨਹੀਂ ਸਕਿਆ, ਮੈਂ ਰਾਣੀ ਦੇ ਸੱਚੇ ਅਧੀਨ ਹੋ ਗਿਆ। ਕਹਿੰਦਾ ਫਿਰ ਹੁਣ ਮੈਂ ਜਾ ਕੇ ਵਜ਼ੀਰ ਭੇਜਿਆ, ਕਹਿੰਦਾ ਬੁਲਾ ਲੈ ਉਹਨੂੰ, ਵਾਪਸ ਆ ਜਾ, ਤੇਰਾ ਕਦੇ ਨਰਾਦ ਨੂੰ। ਕਹਿੰਦਾ ਹੁਣ ਨਹੀਂ ਆਉਂਦਾ। ਕਹਿੰਦਾ ਅੱਧਾ ਰਾਜ ਤੇਰਾ ਅੱਧਾ ਉੱਤਮ ਦਾ। ਕਹਿੰਦਾ ਨਹੀਂ, ਅੱਧਾ ਰਾਜ ਤਾਂ ਹੁਣੇ, ਅਜੇ ਮੈਂ ਕਦਮ ਪੁੱਟਿਆ, ਕਹਿੰਦਾ ਅੱਧਾ ਰਾਜ ਤਾਂ ਹੁਣੇ ਮਗਰ ਆ ਗਿਆ। ਮਾਂ ਸੱਚੀ ਸੀ, ਇਹ ਭਗਤੀ ਤੇ ਹੀ ਰਾਜ ਮਿਲਦਾ ਹੈ।
ਜਾ ਕੇ ਤਪੱਸਿਆ ਕੀਤੀ, ਪਰਮਾਤਮਾ ਨੂੰ ਪ੍ਰਸੰਨ ਕਰ ਲਿਆ। ਫਿਰ ਰਾਜੇ ਨੇ ਸਾਰੇ ਉੱਤਮ ਜਿਹੜਾ ਜੱਛਾ ਨੇ ਮਾਰ ਦਿੱਤਾ ਸੀ, ਇਹਦੀ ਮਾਂ ਉਹਦੇ ਪੁੱਤ ਦੇ ਵਿਜੋੜ ਦੇ ਵਿੱਚ ਬਣ ਨੂੰ ਅੱਗ ਲੱਗੀ, ਉਹਦੇ ਸੜਕੇ ਮਰ ਗਈ ਸੀ। ਧਰੋਂ ਨੂੰ ਸਾਧ ਸੰਗਤ ਜੀ ਜਿਸ ਵੇਲੇ ਪਰਮਾਤਮਾ ਦੀ ਸਿਖਿਆਤਾਕਾਰ ਹੋ ਗਈ, ਕਹਿੰਦੇ ਧਰੋਂ ਮੰਗ ਲੈ ਜਾ। ਕਹਿੰਦਾ ਜੀ ਹੁਣ ਨਹੀਂ ਮੰਗਣ ਨੂੰ ਜੀ ਕਰਦਾ। ਕਹਿੰਦੇ ਨਹੀਂ, ਰਾਜ ਦੀ ਇੱਛਾ ਨਾਲ ਚੱਲਿਆ ਸੀ। ਕਹਿੰਦੇ ਜੀ ਉਹ ਤਾਂ ਖਤਮ ਹੋ ਗਈ, ਹੁਣ ਤੇਰੇ ਦਰਸ਼ਨ ਤੋਂ ਵੱਡਾ ਕੋਈ ਰਾਜ ਨਹੀਂ ਹੈ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ, ਚਰਨਾਂ ਦੀ ਪ੍ਰੀਤ ਬਣੀ ਰਹੇ। ਕਹਿੰਦੇ ਨਹੀਂ, ਪਹਿਲਾਂ ਉਹ ਇੱਛਾ ਪੂਰੀ ਕਰ, ਤੈਨੂੰ ਸਭ ਤੋਂ ਵੱਡੀ ਅਚਲ ਪਦਵੀ ਦੇਊਗਾ, ਮੇਰੇ ਦੁਆਰੇ ਤੇ ਕਹੇਗਾ। ਧਰੋਂ ਅਟਲ ਅਜੋ ਨਾ ਟਲਿਓ ਕਿਹਾ ਹੈ। ਕਹਿਣ ਲੱਗੇ ਮਾਰ 5 ਵਾਰ ਕੋ ਅਨਾਥ ਤੂੰ ਬਾਰਕ, ਹਰ ਸਿਮਰਤ ਅਮਰ ਅਟਾਰੇ। ਅਮਰ ਪਦਵੀ ਮਿਲ ਗਈ। 36,000 ਵਰਾ ਜੱਗ ਇੱਥੇ ਮੁਲਕ ਦਾ ਰਾਜ ਕੀਤਾ। ਤੇ ਫਿਰ ਇਹਨੂੰ ਪਤਾ ਲੱਗਿਆ ਵੀ ਮੇਰਾ ਭਰਾ ਜੱਛਾ ਨੇ ਮਾਰਤਾ। ਐਡਾ ਰਹਿਮ ਦਿਲ ਸੀ, ਜਾ ਕੇ ਜੱਛਾ ਨੂੰ ਹਜ਼ਾਰਾਂ ਜੱਛ ਮਾਰ ਦਿੱਤੇ ਸੀ ਇਸ ਨੇ। ਤੇ ਇਉਂ ਸਾਧ ਸੰਗਤ ਜੀ ਧਰੋਂ ਜਿਹੜਾ ਸੀ ਉਹਨੇ ਇਸ ਤਰ੍ਹਾਂ ਤਪੱਸਿਆ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦਾ ਪਿਆਰਾ ਬਣਿਆ। ਕਿਉਂਕਿ ਸਭੇ ਥੋਕ ਪ੍ਰਾਪਤੇ, ਜਦੋਂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ, ਜੇ ਆਵੇ ਇੱਕ ਹੱਥ ਐ ਫਿਰ ਉਹਦੇ ਸਭ ਕੁਛ ਹੱਥ ਆ ਜਾਂਦਾ, ਸਾਰੇ ਪਦਾਰਥ ਮਗਰ ਫਿਰਦੇ ਨੇ। ਤੇ ਇਸ ਕਰਕੇ ਜਿਸ ਨਾਮ ਰਹਿਦੇ ਸੋਈ ਬੜ ਰਾਜਾ, ਜਿਸ ਨਾਮ ਰਹਿਦੇ ਤਿਸ ਪੂਰੇ ਕਾਜਾ। ਉਹਦੇ ਕੰਮ ਪੂਰੇ ਹੋ ਜਾਂਦੇ ਨੇ। ਜੇ ਜਨਮ ਪਦਾਰਥ ਸਫਲ ਹੈ, ਇਹ ਤੇਰਾ ਮਨੁੱਖਾ ਜਨਮ ਪਦਾਰਥ ਹੈ। ਜਨਮ ਪਦਾਰਥ, ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਇਹ ਸੰਪਰਦਾ ਚ ਮੰਨੇ ਹਨ। ਇਹ ਪ੍ਰਾਪਤ ਹੋ ਜਾਏਗਾ ਜੇ ਸੱਚਾ ਸ਼ਬਦ ਕਥ, ਜੇ ਸੱਚੇ ਸ਼ਬਦ ਦੀ ਕਥਾ ਸੁਣੇਗਾ ਜਾਂ ਕਰੇਗਾ, ਉਹਦੇ ਚ ਵਾਹਿਗੁਰੂ ਦਾ ਜਸ ਹੈ। ਜੇ ਜਸ ਕਰਨਾ ਨਹੀਂ ਆਉਂਦਾ ਤਾਂ ਸੁਣ ਲਿਆ ਕਰ। ਸੁਣਨ ਦਾ ਮਹਾਤਮ ਸਮਾਂ ਵੱਡਾ ਹੈ। ਉਹ ਪ੍ਰਭੂ ਦੀ ਉਪਮਾ ਸੁਣਿਆ ਕਰ। ਗੁਰ ਤੇ ਮਹਿਲ ਪ੍ਰਾਪਤ, ਤੇ ਗੁਰੂ ਤੋਂ ਮਹਿਲ ਨਾ ਸਰੂਪ ਦਾ। ਗੁਰ ਤੇ ਮਹਲ ਤੈਨੂੰ ਕੀ ਪ੍ਰਾਪਤ ਹੋਗੀ? ਸਰੂਪ ਰੂਪੀ ਮਹਲ ਦੀ ਪ੍ਰਾਪਤੀ ਹੋ ਜਾਊਗੀ। ਜਿਸ ਲਿਖਿਆ ਹੋਵੇ ਮੱਥ, ਪਰ ਭਾਈ ਜਿਹਦੇ ਮੱਥੇ ਤੇ ਪੂਰਲੇ ਕਰਮਾਂ ਦਾ ਸਦਕਾ ਲਿਖਿਆ ਹੋਵੇ, ਤੇ ਜਿਸਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮਥਨ ਕਰਕੇ ਹਿਰਦੇ ਰੂਪੀ ਕਾਗਜ਼ ਤੇ ਲਿਖ ਲਿਆ ਹੋਵੇ। ਮੇਰੇ ਮਨ ਏਕਸ ਸਿਓ ਚਿਤ ਲਾਇ, ਮੇਰੇ ਮਨ ਏਕਸ ਕੌਣ ਹੈ? ਪਰਮਾਤਮਾ। ਸਿਉ ਨਾਲ ਉਹਦੇ ਚਿੱਤ ਬਿਰਤੀ ਨੂੰ ਲਾਉਣਾ ਕਰ, ਤੂੰ ਜੋੜਨਾ ਕਰ। ਏਕਸ ਬਿਨ ਸਭ ਧੰਦ ਹੈ, ਇੱਕ ਵਾਹਿਗੁਰੂ ਤੋਂ ਬਿਨਾ ਸਭ ਕੁਝ ਧਾ ਜਾਣ ਵਾਲਾ। ਧੰਦਿਆਂ ਦੀ ਨਿਆਈ, ਇਹ ਜਿਹੜੇ ਧੰਦੇ ਨੇ ਧਾ ਜਾਣ ਵਾਲੇ ਨੇ, ਇਹ ਧੰਦ ਫਸਾਉਣ ਵਾਲੇ ਧੰਦੇ ਹਨ ਤੇਰੇ ਜਿੰਨੇ ਵੀ ਹੈ। ਇਹ ਸਭ ਮਾਇਆ ਦੇ ਮੋਹ ਕਰਕੇ ਹਨ। ਸਭ ਮਿਥਿਆ ਮੋਹ ਮਾਇ, ਜਿੰਨੇ ਵੀ ਧੰਦੇ ਨੇ ਮਾਇਆ ਦਾ ਮੋਹ ਹੈ, ਮਾਇਆ ਦਾ ਜਾਲ ਹੈ। ਸਭ ਮਿਥਿਆ ਅਣਹੋਇਆ ਹੀ ਪ੍ਰਾਪਤ ਹੁੰਦਾ ਹੈ। ਸਭ ਕੋਈ ਜੀਵ ਜਿੰਨੇ ਪਦਾਰਥ ਨੇ, ਇਹ ਸਮੇਂ ਦੇ ਨਾਲ ਇਹ ਕੋਈ ਬੇਲੀ ਨਹੀਂ ਬਣਨ ਵਾਲਾ। ਮਿਥਿਆ ਚੀਜ਼ ਉਹ ਹੁੰਦੀ ਹੈ ਜਿਹੜੀ ਪ੍ਰਤੀਤ ਹੋਵੇ ਪਰ ਹੋਵੇ ਨਾ। ਜਿਵੇਂ ਰੱਸੀ ਤੋਂ ਸੱਪ ਦਿਖਦਾ ਹੈ ਨਹੀਂ ਪਰ ਪ੍ਰਤੀਤ ਹੋ ਰਿਹਾ, ਉਹਨੂੰ ਕਹਿੰਦੇ ਮਿਥਿਆ। ਝੂਠਾ ਉਹ ਹੁੰਦਾ ਜਿਹੜਾ ਹੋਵੇ ਹੀ ਨਾ। ਝੂਠੇ ਤੇ ਮਿਥਿਆ 'ਚ ਇੰਨਾ ਕੁ ਅੰਤਰਾ ਜਾਣਨਾ, ਪਰ ਵਾਸਤਵ ਦੇ ਵਿੱਚ ਹੁੰਦੀ ਨੇ। ਇਹ ਮਿਰਗ ਤ੍ਰਿਸ਼ਨਾ ਜਲ ਹੈ, ਉਹ ਅਣਹੋਇਆ ਹੀ ਦਿਸ ਰਿਹਾ ਹੈ, ਉਹ ਮਿਥਿਆ ਹੈ। ਜਿਹੜਾ ਪਾਣੀ ਸਾਹਮਣੇ ਦਿਖਦਾ ਹੈ ਇਹ ਪ੍ਰਾਪਤ ਹੈ। ਜਿਹੜਾ ਕਹਿੰਦੀ ਵੀ ਆਕਾਸ਼ ਦੇ ਵੀ ਫੁੱਲ ਲੱਗੇ ਨੇ, ਇਹਨੂੰ ਝੂਠ ਕਹਿੰਦੇ ਆ। ਝੂਠ ਤੇ ਮਿਥਿਆ 'ਚ ਫਰਕ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਲੱਖ ਖੁਸ਼ੀਆ ਪਾਤਸ਼ਾਹੀਆ। ਇਹ ਭਾਈ ਇੰਨੀ ਕੁ ਤੁਕਦਾ ਦਾ ਅਰਥ ਸਾਰੇ ਸਰੋਤਿਆਂ ਨੂੰ ਜਿੰਨੇ ਮਾਈ ਭਾਈ ਬੈਠਿਆ ਤੁਸੀਂ ਵੀ, ਕਿਉਂਕਿ ਰਾਗੀਆਂ ਨੇ ਬਾਰ-ਬਾਰ ਪੜ੍ਹਨਾ ਹੁੰਦਾ ਹੈ ਸ਼ਬਦ ਖੁਸ਼ੀ ਦੇ ਮੌਕੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਹਦੇ ਅਰਥ ਸਾਰੀ ਕੰਠ ਕਰੋ। ਉਹ ਮਨੁੱਖ ਨੂੰ ਸਦਾ ਲੱਖਾਂ ਪਾਤਸ਼ਾਹੀਆਂ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ ਜੇ ਸਤਿਗੁਰ ਨਦਰ ਕਰੇ। ਜਦੋਂ ਸਤਿਗੁਰਾਂ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਸਤਿਗੁਰੂ ਜੀ ਕਰੇ ਕਰ ਦੇਣ, ਮਹਾਰਾਜ ਦੀ ਉਹਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਸਾਹਿਬ ਦੇ ਨਜ਼ਰ ਹੀ ਨਜ਼ਰ ਨਿਹਾਲ ਕਰਨ ਦੀ ਸ਼ਕਤੀ ਹੈ। ਲੱਖਾਂ ਪਾਤਸ਼ਾਹੀ ਜਿੰਨਾ ਸੁਖ ਪਰਮੇਸ਼ਰ ਵਾਹਿਗੁਰੂ ਦੀ ਗੁਰੂ ਦੀ ਨਜ਼ਰ ਦੇ ਵਿੱਚ ਹੈ। ਨਿਮਖ ਏਕ ਹਰ ਨਾਮ ਦੇ, ਜੇਕਰ ਕਿਰਪਾ ਦ੍ਰਿਸ਼ਟੀ ਕਰਕੇ ਨਿਮਖ ਇੱਕ ਵਾਰ ਅੱਖ ਦੇ ਖੋਲਣ ਸਮੇਂ ਨੂੰ ਸਾਹ ਨਹੀਂ ਬੰਦ ਕਰਨ ਜਿੰਨਾ ਸਮਾਂ, ਉਹ ਨਿਮੇਖ ਕਹਿੰਦੇ, ਨਿਮਖ ਕਹਿੰਦੇ ਨੇ ਇਹਨੂੰ। ਤੇ ਉਹਦੀ ਦਾਤ ਪਰਮੇਸ਼ਰ ਦੇ ਹਰ ਨਾਮ ਦੇ, ਹਰੀ ਪਰਮੇਸ਼ਰ ਦੇ ਨਾਮ ਦੀ ਦਾਤ ਜੇ ਕਿਤੇ ਦੇਣਾ ਕਰ ਦੇਵੇ। ਮੇਰਾ ਮਨ ਤਨ ਸੀਤਲ ਹੋਏ। ਜਿਗਾਸੂ ਕਹਿੰਦਾ ਮੇਰਾ ਮਨ ਵੀ ਤਨ ਵੀ ਸੀਤਲ ਠੰਡਾ ਹੋ ਜਾਊਗਾ। ਕਲ ਤਾਤੀ ਠੰਡਾ ਹਰ ਨਾਉ, ਤਨ ਵਿਸ਼ਿਆਂ ਤੋਂ ਰਹਿਤ ਹੋ ਜੀ। ਜਿਹੜਾ ਤਪਾਇਆ ਪਿਆ ਮਨ ਕਲਪਨਾ ਤੋਂ ਮੁਕਤ ਹੋ ਜਾਊਗਾ। ਇਹ ਸੀਤਲ ਹੋ ਕੇ ਠੰਡਾ ਹੋਣਾ ਹੈ। ਜਿਸ ਕੋ ਪੂਰਬ ਲਿਖਿਆ, ਤੇ ਮਨੁੱਖ ਜਨਮ ਦੇ ਵਿੱਚ ਜਿਸ ਮਨੁੱਖ ਨੂੰ ਨਿਸ਼ਕਾਮ ਕਰਮਾਂ ਦਾ ਸਦਕਾ ਪੂਰਬ ਪਹਿਲਾਂ ਤੋਂ ਹੀ ਵਾਹਿਗੁਰੂ ਨੇ ਆਪਣੀ ਪ੍ਰਾਪਤੀ ਦਾ ਲੇਖ ਲਿਖਿਆ ਹੋਵੇ, ਜਨ ਸਤਿਗੁਰ ਚਰਨ ਗਏ। ਉਹ ਭਾਗਾਂ ਵਾਲਿਆਂ ਨੂੰ
ਗੁਰੂ ਨਾਨਕ ਦੇ ਚਰਨ, ਬ੍ਰਹਮਰੇਸ਼ਟੀ ਬ੍ਰਹਮ ਸਰੋਤੀ ਗੁਰੂ ਦੇ ਚਰਨ, ਗਹੇ ਪਕੜ ਲੈ ਗ੍ਰਹਿਣ ਕਰ ਲੈ। ਸਫਲ ਮੂਰਤ ਸਫਲਾ ਘੜੀ, ਜੀਵ ਦੀ ਉਹ ਘੜੀ ਵੀ ਸਫਲੀ, ਉਹ ਮੂਰਤ 2 ਘੜੀਆਂ ਵੀ ਸਫਲੀਆਂ ਹੋ ਗਈਆਂ। ਤੇ ਘੜੀ ਦੀ ਨਿਆਈ ਇੱਕ ਜਿਹੜੀ ਬਾਲ ਅਵਸਥਾ ਹੈ ਇਹ ਵੀ ਸਫਲ ਹੋ ਗਈ। ਮੂਰਤ ਦੀ ਨਿਆਈ 2 ਘੜੀਆਂ ਜਵਾਨੀ ਵੀ ਤੇ ਬਿਰਧ ਅਵਸਥਾ ਵੀ ਉਹਦੀ ਸਫਲ ਹੋ ਗਈ ਹੈ। ਇਹ ਦਸਾਰ ਸਿੰਘ ਜੀ ਇਸ ਤਰ੍ਹਾਂ ਦੀ ਜਿਹੜੇ ਮੂਰਤ ਦੇ ਵੀ 2 ਘੜੀਆਂ ਆ ਗਈਆਂ ਨੇ, ਜਵਾਨੀ ਤੇ ਬੁਢਾਪਾ 2 ਲੈ ਲੈਣਾ ਉਹਦੇ ਚ, ਉਹਦੇ ਦੋਨੇ ਸਫਲੇ ਹੋ ਗਏ। 24 ਮਿੰਟ ਦੀ ਘੜੀ ਹੁੰਦੀ ਹੈ ਤੇ ਮੂਰਤ 2 ਘੜੀਆਂ ਦਾ 48 ਮਿੰਟ ਦਾ ਹੋ ਗਿਆ। ਇਹ ਸਾਰੇ ਸਮੇਂ ਵੀ ਉਹਦੇ ਸਫਲੇ ਹੋ ਜਾਂਦੇ ਨੇ। ਕਿਵੇਂ ਹੁੰਦੇ ਨੇ ਦੱਸਦੇ ਨੇ। ਜਿਤ ਸੱਚੇ ਨਾਲ ਪਿਆਰ, ਜਿਤ ਜਿਹਦਾ ਸੱਚੇ ਵਾਹਿਗੁਰੂ ਨਾਲ ਪਿਆਰ ਹੋ ਜਵੇ ਉਹਦਾ ਸਮਾਂ ਸਫਲਾ ਹੁੰਦਾ ਹੈ। ਸਤ ਸੰਗਤ ਦੇ ਨਾਲ ਭਗਤੀ ਦੇ ਵਿੱਚ ਸਮਾਂ ਗੁਜ਼ਰੇ। ਕਬੀਰ ਇਹ ਘੜੀ ਆਦੀ ਕਰੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਉਹ ਲਾਭ ਹੀ ਲਾਭ ਹੈ। ਪ੍ਰਭੂ ਦੇ ਸਿਮਰਨ ਤੋਂ ਬਿਨਾਂ ਕਰੋੜਾਂ ਸਾਲ ਦੀ ਉਮਰ ਵੀ ਉਹ ਵੀ ਵਿਅਰਥ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ ਕਿਹਾ ਹੈ। ਬਿਨ ਸਿਮਰਨ ਕੋਟ ਵਰਖ ਜੀਵੈ, ਸਗਲੀ ਔਤ ਬਿਰਥਾਨਥ। ਉਹ ਬਿਰਥਾਨਥ ਹੈ, ਬੇਅਰਥ ਹੀ ਹੈ ਉਹ। ਦੁਖ ਸੰਤਾਪ ਨਾ ਲੱਗੇ, ਉਹ ਜੰਮਣ ਮਰਨ ਦਾ ਦੁੱਖ, ਪਦਾਰਥਾਂ ਦੀ ਪ੍ਰਾਪਤੀ 'ਚ ਤਪਦੇ ਰਹਿਣ ਦਾ ਸੰਤਾਪ। ਸੰਗ ਤਪਣਾ, ਭਲੀ ਪ੍ਰਕਾਰ ਬਹੁਤਾ ਤਪਣਾ, ਇਹ ਤਾਪ ਸੰਗ ਭਲੀ ਪ੍ਰਕਾਰ ਤਾਪ ਨਹੀਂ ਲੱਗਦਾ ਫਿਰ ਉਹਨੂੰ। ਐ ਵੀ ਅਰਥ ਇਹਦਾ ਜਾਣਾ, ਸੰਗ ਭਲੀ ਪ੍ਰਕਾਰ ਤਾਪ ਤਪਣਾ ਨਹੀਂ ਲੱਗਦਾ ਉਹਨਾਂ ਨੂੰ। ਕਿਹਨਾਂ ਨੂੰ ਦੱਸਦੇ ਨੇ? ਜਿਨ੍ਹਾਂ ਦੇ ਜਿਸ ਹਰ ਕਾ ਨਾਮ ਆਧਾਰ, ਜਿਨ੍ਹਾਂ ਦੇ ਹਰੀ ਪਰਮੇਸ਼ਰ ਦੇ ਨਾਮ ਦਾ ਆਸਰਾ ਹੋ ਗਿਆ ਹੈ। ਆਦਿ ਵਿਆਧੀ ਉਪਾਧੀ ਰੂਪ ਸੰਤਾਪ ਨਹੀਂ ਲੱਗਦੇ। ਅਧਿਆਤਮ ਅਧਿਦੈਵ ਅਧਿਪੂਤ ਤਿੰਨੇ ਤਾਪ ਨਹੀਂ ਲੱਗਦੇ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਵਿਗਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ। ਜਿਸ ਪੁਰਸ਼ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਉਹਦਾ ਆਧਾਰ ਆਸਰਾ ਹੋ ਗਿਆ ਹੈ। ਬਾਹ ਪਕੜ ਗੁਰ ਕਾਢਿਆ, ਜਿਨ੍ਹਾਂ ਨੂੰ ਸਤਿਗੁਰੂ ਨੇ ਬਿਰਤੀ ਰੂਪੀ ਬਾਹ ਪਕੜ ਕੇ ਸੰਸਾਰ ਸਮੁੰਦਰ ਤੋਂ ਤੇ ਇਹ ਉਂ ਕੱਢ ਲਿਆ, ਮੁਕਤੀ ਰੂਪੀ ਕਿਨਾਰੇ ਤੇ ਕੱਢ ਦਿੱਤਾ ਹੈ ਉਹਦੇ ਉੱਤੇ। ਸੋਈ ਉਤਰਿਆ ਪਾਰ, ਉਹ ਸੰਸਾਰ ਸਮੁੰਦਰ ਤੋਂ, ਸੰਸਾਰ ਰੂਪੀ ਸਾਗਰ ਤੋਂ ਮੁਕਤੀ ਰੂਪੀ ਕਿਨਾਰੇ ਦੇ ਉੱਤੇ ਪਾਰ ਹੋ ਗਿਆ। ਕਿਨਾਰੇ ਤੇ ਚਲਿਆ ਗਿਆ, ਪਰਲਾ ਕਿਨਾਰਾ ਮੁਕਤੀ ਦਾ ਜਾਣਨਾ। ਥਾਨ ਸੁਹਾਵਾ ਪਵਿੱਤ ਹੈ, ਉਹ ਥਾਨ ਟਿਕਾਣਾ ਸੁਹਾਵਾ ਨਾ ਹੁੰਦਾ ਸੋਭਨੀਕ ਦਾ। ਉਹ ਸੋਭਨੀਕ ਵੀ ਹੈ ਤੇ ਪਵਿੱਤਰ ਵੀ ਹੈ। ਇੱਕ ਹੁੰਦੀ ਹੈ ਚੀਜ਼ ਸੋਭਨੀਕ ਪਰ ਪਵਿੱਤਰ ਨਹੀਂ ਹੁੰਦੀ। ਸੋਭਨੀਕ ਵੀ ਹੈ, ਪਵਿੱਤਰ ਵੀ ਹੈ। ਕਿਹੜਾ ਦੱਸਦੇ ਨੇ? ਜਿੱਥੇ ਸੰਤ ਸਭਾ, ਜਿੱਥੇ ਸੰਤ ਸਭਾ, ਇਹ ਪੋਲਾ ਜਾ ਬੋਲਣਾ, ਉੱਥੇ ਸਭਾ ਨਾ ਬਣ ਜਾਏ। ਸਭਾ ਬਣ ਗਿਆ ਤਾਂ ਫਿਰ ਇਹ ਅਰਥ ਗਲਤ ਹੋ ਜਾਊਗਾ। ਸਭਾ, ਸੰਤਾਂ ਦੀ ਸਭਾ, ਜਿੱਥੇ ਸੰਤਾਂ ਦਾ ਦੀਵਾਨ ਲੱਗਿਆ, ਸਤ ਸੰਗਤ ਹੈ ਜਿੱਥੇ, ਜਿੱਥੇ ਬੈਸਨ ਸਾਧ ਜਾਣ, ਸੋ ਥਾਨ ਸੁਹੰਦਾ, ਉਹ ਸੋਭਨੀਕ ਹੈ। ਢੋਈ ਤਿਸਹੀ ਨੋ ਮਿਲੈ, ਢੋਈ ਨਾਮ ਆਸਰੇ ਦਾ, ਬੈਠਣ ਨੂੰ ਜਗ੍ਹਾ, ਢੋਈ ਆਸਰਾ ਉਹਨੂੰ ਮਿਲਦਾ ਹੈ ਜਨ ਪੂਰਾ ਗੁਰੂ ਲੱਭਾ। ਇੱਥੇ ਲੱਭਾ ਕਹਿਣਾ, ਇੱਥੇ ਅਧਿਕ ਲਾਉਣੀ ਆ, ਉੱਥੇ ਅਧਿਕ ਤੋਂ ਬਿਨਾਂ ਪਾਠ ਕਰਨਾ, ਇੱਥੇ ਅਧਿਕ ਦੇ ਸਹਿਤ ਕਰਨਾ। ਜਿਨ੍ਹਾਂ ਨੂੰ ਪੂਰਾ ਗੁਰੂ ਇੱਥੇ ਲੱਭਣ ਤੋਂ ਹੈ, ਲੱਭਾ ਲੱਭ ਗਿਆ, ਪ੍ਰਾਪਤ ਹੋ ਗਿਆ ਹੈ। ਨਾਨਕ ਬੱਧਾ ਘਰ ਤਹਾ, ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਕਹਿੰਦੇ ਘਰ ਉੱਥੇ ਬੰਨ ਲਿਆ ਹੈ। ਕਿਸ ਥਾਂ ਤੇ? ਸਤਿਗੁਰੂ ਦੁਆਰਾ। ਕਹਿੰਦੇ ਉੱਥੇ ਸਥਿਤੀ ਰੂਪ ਘਰ ਬੰਨ ਲਿਆ ਹੈ। ਕਿਹੜੇ ਥਾਂ ਤੇ? ਜਿੱਥੇ ਮੌਤ ਨਹੀਂ ਪਹੁੰਚ ਸਕਦੀ। ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਮਿਰਤ ਨਾ ਤਾਂ ਮੌਤ ਵਿਆਪਦੀ ਹੈ ਤੇ ਨਾ ਹੀ ਜਨਮ ਹੁੰਦਾ ਹੈ ਤੇ ਨਾ ਹੀ ਜਰਾ ਬੁਢਾਪਾ ਆਉਂਦਾ ਹੈ। ਜਿੱਥੇ ਸਰੀਰ ਨੂੰ ਦੁੱਖ ਦਾ ਦੋਸ਼ ਸਤਾ ਹੀ ਨਹੀਂ ਸਕਦਾ ਕੋਈ। ਜਿਵੇਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੇ ਬਹਿ ਗਏ, ਦੁੱਖ ਤਾਂ ਨੇੜੇ ਨਹੀਂ ਆਇਆ। ਅਭੇਦਤਾ ਵਾਲੀ ਅਵਸਥਾ ਹੈ, ਉਹ ਪਾ ਲਈ ਤੇ ਇਸ ਕਰਕੇ ਰਜਾ ਕਬੂਲ ਕਰ ਲਈ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮਤੀ ਦਾਸ ਵਰਗੇ, ਸਤੀ ਦਾਸ ਵਰਗੇ, ਭਾਈ ਦਿਆਲੇ ਵਰਗੇ, ਭਾਈ ਮਨੀ ਸਿੰਘ ਸਾਹਿਬ ਵਰਗੇ, ਬਾਬਾ ਦੀਪ ਸਿੰਘ, ਕਿੰਨਿਆਂ ਦਾ ਨਾਂ ਲਿਆ। ਇਹ ਅਵਸਥਾ ਬਣ ਜਾਂਦੀ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਕਿਰਪਾ ਕਰਦੇ ਨੇ। ਅੰਮ੍ਰਿਤ ਦਾ ਮੀਂਹ ਬਰਸ ਰਿਹਾ ਮਹਾਰਾਜ ਦੀ ਰਸਨਾ ਤੋਂ, ਗੁਰਰਸਨਾ ਅੰਮ੍ਰਿਤ ਬੋਲਦੀ। ਪੰਜਵੇਂ ਪਾਤਸ਼ਾਹ ਸ੍ਰੀ ਰਾਗ ਚ ਅੱਗੇ ਫਰਮਾਉਂਦੇ ਨੇ, ਸੋਈ ਧਿਆਈਐ ਜੀਅੜੇ ਜੀਵ, ਸੋਈ ਉਸ ਤਤਪਦ ਦੇ ਲੱਖ ਅਰਥ ਸਰੂਪ ਪਰਮੇਸ਼ਰ ਨੂੰ, ਪ੍ਰਭੂ ਨੂੰ ਧਿਆਉਣਾ ਕਰ, ਧਿਆ ਕਰ ਬਿਰਤੀ ਦੁਆਰਾ। ਸਿਰ ਸਾਹਾ ਪਾਤਸ਼ਾਹ, ਜਿਹੜਾ ਸ਼ਾਹੂਕਾਰਾਂ ਦਾ ਵੀ ਸ਼੍ਰੋਮਣੀ ਸ਼ਾਹੂਕਾਰ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਈ ਹੈ, ਸਭਨਾਂ ਦਾ ਵਿਸਾਹੋ ਹੈ ਜੋ। ਜਿਸ ਹੀ ਕੀ ਕਰ ਆਸ ਮਨ, ਇਹ ਜੀਵ ਤੂੰ ਵਾਹਿਗੁਰੂ ਦੀ ਆਸ ਨਾ ਉਮੀਦ ਹੈ।
ਇੱਕ ਉਮੀਦ ਵਾਹਿਗੁਰੂ ਦੀ ਰੱਖ ਤੂੰ ਆਪਣੇ ਮਨ ਦੇ ਵਿੱਚ, ਜਿਸ ਕਾ ਸਭ ਇਹ ਸਾਹ, ਤੇ ਜਿਸ ਪਰਮੇਸ਼ਰ ਵਾਹਿਗੁਰੂ ਦਾ ਉਹ ਸਭ ਕੀ ਸਾਰਿਆਂ ਨੂੰ ਵਿਸਾਹੋ ਕੀ ਭਰੋਸਾ ਹੈ। ਸਭ ਸਿਆਣਪਾ ਛੱਡ ਕੇ, ਆਪਣੀ ਬੁੱਧੀ ਦੀਆਂ ਸਾਰੀਆਂ ਸਿਆਣਪਾਂ ਛੱਡ ਦੇ, ਜਿਹੜਾ ਬਾਹਲਾ ਆਪਣਾ ਆਪ ਨੂੰ ਅਕਲ ਵਾਲਾ ਬਣਿਆ ਫਿਰਦਾ ਹੈ, ਆਪਣੇ ਆਪ ਨੂੰ ਸਤਿਗੁਰਾਂ ਦੀ ਚਰਨੀ ਪਾ ਕਹਿੰਦੇ ਨੇ, ਗੁਰ ਕੀ ਚਰਣੀ ਪਾਓ, ਗੁਰੂ ਦੀ ਚਰਨੀ ਪੈ ਜਾ, ਸਿਆਣਪਾਂ ਚਤਰਾਈਆਂ ਛੱਡ ਦੇ। ਚਤਰਾਈ ਨਾ ਚਤੁਰਭੁਜ ਪਾਈ ਹੈ, ਪ੍ਰਭੂ ਨੂੰ ਪ੍ਰਸੰਨ ਕਰ ਲੈ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਉਹ ਨਹੀਂ ਮਿਲਦਾ ਚਤਰਾਈ ਦੇ ਨਾਲ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਉ, ਹੇ ਮੇਰੇ ਮਨ ਸਹਿਜ ਸ਼ਾਂਤੀ ਪੂਰਵਕ ਇਕਾਗਰਤਾ ਸੁਖ ਸੇਤੀ ਤੇ ਨਾਲ, ਸੇਤੀ ਦਾ ਅਰਥ ਹੈ ਨਾਲ, ਅੰਮ੍ਰਿਤ ਨਾਮ ਦਾ ਜਾਪ ਕਰ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਉ, ਪਰਮਾਤਮਾ ਦਾ ਨਾਮ ਜਪੇਗਾ ਤਾਂ ਤੈਨੂੰ ਸੁਖ ਮਿਲ ਜਾਏਗਾ। ਸੁਖ ਵੀ ਉਹ ਜਿਹੜਾ ਸੁਖ ਆ ਕੇ ਤੇਰੇ ਕੋਲੋਂ ਕਦੇ ਫਿਰ ਜਾਏਗਾ ਨਹੀਂ, ਐਸਾ ਸੁਖ ਤੈਨੂੰ ਮਿਲ ਜਾਏਗਾ। ਆਠ ਪਹਿਰ ਪ੍ਰਭ ਧਿਆਏ ਤੂੰ, ਅੱਠੇ ਪਹਿਰ ਵਾਹਿਗੁਰੂ ਦਾ ਨਾਮ ਧਿਆਉਣਾ ਕਰ, ਧਿਆ ਕਰ ਬਿਰਤੀ ਦੁਆਰਾ। ਗੁਣ ਗੋਇੰਦ ਨਿਤ ਗਾਓ, ਗੋ ਪ੍ਰਿਥਵੀ ਦਾ ਜੋ ਰਾਖੈ, ਜੋ ਗੋ ਇੰਦਰੀਆਂ ਦਾ ਰਾਖੈ, ਗੁਣਾਂ ਨੂੰ ਗਾਓ, ਗਾਉਣਾ ਕਰ ਉਹਦੇ ਗੁਣਾਂ ਨੂੰ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਤਿਸ ਕੀ ਸਰਣੀ ਪਰਮਨਾ, ਇਹ ਮਨਾ ਉਸ ਵਾਹਿਗੁਰੂ ਦੀ ਗੁਰੂ ਦੀ ਚਰਨੀ ਪੈਣਾ ਕਰ, ਜਿਸ ਜੀਵੜ ਅਵਰ ਨਾ ਕੋਏ, ਜਿਸ ਜੀਵੜ ਜਿਹਦੇ ਵਰਗਾ ਹੋਰ ਕੋਈ ਅਵਰ ਹੋਰ ਕੋਈ ਨਹੀਂ ਹੈ ਵੱਡਾ। ਉਹ ਸਾਰੀ ਸ੍ਰਿਸ਼ਟੀ ਤੋਂ, ਦੇਵੀ ਦੇਵਤਿਆਂ ਤੋਂ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੋਂ, ਰਾਖਸ਼ਾਂ ਤੋਂ, ਮਾਨਵਾਂ ਤੋਂ, ਨਾਗਾਂ ਤੋਂ, ਜੱਖਾਂ ਤੋਂ, ਸਾਰੇ ਜੀਵਾਂ ਤੋਂ। ਉਹ ਤਾਂ ਕੈਸਾ ਹੈ, ਕੋਟ ਵਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਐਸਾ ਹੈ ਜਿਸ ਸਿਮਰਤ ਸੁਖ ਹੋਏ ਘਣਾ, ਉਹਦੇ ਸਿਮਰਨ ਕਰਦੇ ਨਾ ਘਣਾ ਕੀ ਬਹੁਤਾ ਹੀ ਸੁਖ ਮਿਲੇਗਾ ਤੈਨੂੰ। ਦੁਖ ਦਰਦ ਨਾ ਮੂਲੇ ਹੋਏ, ਤੇ ਫਿਰ ਤੈਨੂੰ ਉਹ ਘਣਾ ਆਨੰਦ ਕਿਹੜਾ ਬ੍ਰਹਮਾਨੰਦ ਦਾ ਘਣਾ ਆਨੰਦ ਹੈ, ਉਹ ਸੁਖ ਪ੍ਰਾਪਤ ਹੋਊਗਾ। ਜੰਮਣ ਮਰਨ ਰੂਪੀ ਦੁੱਖ ਅਵਿਦਿਆ ਦਾ, ਪੀੜਾ ਦਰਦ ਈਰਖਾ ਰੂਪ ਪੀੜਾ, ਇਹ ਦੁੱਖ ਦਰਦ ਨਾ ਮੂਲੇ ਹੋਏ, ਮੂਲ ਕਦਾਚਿਤ ਵੀ ਤੈਨੂੰ ਇਹ ਪ੍ਰਾਪਤ ਨਹੀਂ ਹੋ। ਸਦਾ ਸਦਾ ਕਰ ਚਾਕਰੀ, ਸਦਾ ਸਦਾ ਨਾਮ ਹੈ ਹਮੇਸ਼ਾ ਹਮੇਸ਼ਾ ਦਾ, ਹਮੇਸ਼ਾ ਹਮੇਸ਼ਾ ਵਾਸਤੇ ਉਸ ਮਾਲਕ ਦੀ ਚਾਕਰੀ ਕੀ ਸੇਵਾ ਕਰ, ਚਾਅ ਨਾਲ ਕਰ ਉਹਦੀ ਸੇਵਾ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਉਹ ਸ਼ੌਕ ਦੇ ਨਾਲ ਸੇਵਾ ਕਰ। ਪ੍ਰਭ ਸਾਹਿਬ ਸੱਚਾ ਸੋਏ, ਚੌਥ ਸ਼ਾਹ ਦੇ ਨਾਲ ਕਰ, ਉਹ ਸੱਚਾ ਸੋਏ ਵਾਹਿਗੁਰੂ, ਉਹ ਸਭ ਸੱਚਾ ਮਾਲਕ ਹੈ ਵਾਹਿਗੁਰੂ। ਸਾਧ ਸੰਗਤ ਹੋਏ ਨਿਰਮਲਾ, ਤੇ ਇਸ ਕਰਕੇ ਸਾਧ ਸੰਗਤ ਦੇ ਨਾਲ ਤੇਰਾ ਮਨ ਜਿਹੜਾ ਨਿਰਮਲਾ ਸੁੱਧ ਹੋ ਜਾਊਗਾ। ਕਟਿਆ ਜਮ ਕੀ ਫਾਸ, ਵਿਸ਼ਿਆਂ ਵਿਕਾਰਾਂ ਦੀ ਕੁਸੰਗਤ ਕਰਨ ਦੇ ਨਾਲ ਜਿਹੜੀ ਮਲੀਨ ਹੋ ਚੁੱਕਾ ਤੂੰ, ਉਹ ਫਿਰ ਜਿਹੜੀ ਫਾਸੀ ਪੈਣੀ ਸੀ ਜਮਾਂ ਦੀ, ਉਹ ਜਮਾਂ ਦੀ ਫਾਸ ਤੇਰੀ ਤਾਂ ਹੀ ਕੱਟੋ ਕਿਉਂਕਿ ਅਸੁੱਧ ਮਨ ਵਾਲਿਆਂ ਨੂੰ ਫਾਸੀ ਦਿੰਦੇ ਐ, ਸਜ਼ਾਵਾਂ ਦਿੰਦੇ। ਨਿਰਮਲ ਸੁੱਧ ਹੋ ਗਿਆ, ਜਮਾਂ ਦੀ ਫਾਹੀ ਆਪੇ ਆਪ ਕੱਟੀ ਗਈ। ਜਿਹੜੀ ਮੈਲ ਲਈ ਸੀ ਉਹ ਲੈ ਗਈ, ਜਮਾਂ ਦਾ ਫਾਹਾ ਤੇਰੇ ਗਲ ਤੋਂ ਕੱਟਿਆ ਗਿਆ, ਨਿਰਮਲ ਹੋ ਗਿਆ ਜਦੋਂ। ਸੁਖ ਦਾਤਾ ਭੈ ਭੰਜਨ, ਇਹ ਭਾਈਓ ਸਾਰੇ ਸੁੱਖਾਂ ਦਾ ਦਾਤਾ ਹੈ, ਜੰਮਣ ਮਰਨ ਆਦਿ ਦਾ ਭੈ ਭੰਨਣ ਵਾਲਾ, ਨਾਸ ਕਰਨ ਵਾਲਾ, 7 ਪ੍ਰਕਾਰ ਦੇ ਭੈ ਨੂੰ। ਤਿਸ ਅੱਗੇ ਕਰ ਅਰਦਾਸ, ਉਹਦੇ ਅੱਗੇ ਅਰਦਾਸ ਬੇਨਤੀ ਕਰ, ਹੇ ਵਾਹਿਗੁਰੂ ਕਿਰਪਾ ਕਰ, ਰਹਿਮਤ ਕਰ ਸਾਡੇ ਤੇ। ਕਹੋ ਕਬੀਰ ਜੇ ਕਿਰਪਾ ਤਾਰੇ ਦੇ ਸੱਚਾ ਨਿਸ਼ਾਨਾ, ਉਹਨੂੰ ਬੇਨਤੀਆਂ ਕਰ, ਹਰ ਵੇਲੇ ਬੇਨਤੀਆਂ ਕਰਦਾ ਰਹਿ ਤੂੰ। ਮਿਹਰ ਕਰੇ ਜਿਸ ਮਿਹਰਬਾਨ, ਉਹ ਜਿਹੜਾ ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਉਹ ਮਿਹਰਬਾਨ ਮਿਹਰ ਕਰਨ ਵਾਲਾ ਹੈ, ਜਿਸ ਉੱਤੇ ਆਪਣੀ ਮਿਹਰ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ। ਉਹ ਫਿਰ ਲੋਕ ਪਰਲੋਕ ਦੇ ਵਿੱਚ ਤਾਂ ਕਾਰਜ ਆਵੇ ਰਾਸ, ਲੋਕ ਪਰਲੋਕ ਦੇ ਕੱਲੇ ਐ ਲੋਕ ਦੇ ਨਹੀਂ, ਪਰਲੋਕ ਦੇ ਵੀ ਕਾਰਜ ਤੇਰੇ ਰਾਸ ਸੂਤ ਆ ਜਾਣਗੇ, ਸਫਲੇ ਹੋ ਜਾਣਗੇ। ਸਾਰੇ ਕਾਰਜ ਕੋਈ ਵਿਘਨ ਨਹੀਂ ਪਊਗਾ, ਸਫਲਾ ਹੋ ਗਿਆ ਤੇ ਇਹ ਸਹਿਜ ਫਲ ਦੇ ਹੋ ਗਿਆ, ਰਾਸ ਆ ਗਿਆ। ਕਹਿੰਦੇ ਜਿਹੜਾ ਕੰਮ ਕੀਤਾ ਹੋਇਆ ਠੀਕ ਹੋ ਜਵੇ, ਕਹਿੰਦਾ ਵੀ ਰਾਸ ਆ ਗਿਆ, ਮੇਰਾ ਆਉਣਾ ਰਾਸ ਪੈ ਗਿਆ, ਠੀਕ ਹੋ ਗਿਆ, ਆਉਣਾ ਸਫਲਾ ਹੋ ਗਿਆ। ਭਗਤ ਨਾਮਦੇਵ ਜੀ ਛਪਰੀ ਬੰਨੀ, ਕੰਮ ਰਾਸ ਨਹੀਂ ਆਇਆ, ਤੀਲਾ ਵੀ ਨਹੀਂ ਲਿਆਂਦਾ, ਤੇ ਆਪ ਆ ਕੇ ਛਪਰੀ ਬੰਨੀ, ਧੰਨੇ ਦੀਆਂ ਗਊਆਂ ਚਾਰੀਆਂ, ਕਬੀਰ ਦਾ ਜਗ ਸੰਪੂਰਨ ਕੀਤਾ। ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ, ਉਹਨਾਂ ਦੇ ਥਾਂ ਕਲਗੀਧਰ ਪਾਤਸ਼ਾਹ ਨੇ ਆਪ ਪਹਿਰਾ ਦਿੱਤਾ ਸੀ ਭਾਈ, ਸਿਪਾਹੀ ਬਣ ਕੇ ਪਹਿਰਾ ਦਿੱਤਾ ਮਹਾਂਪੁਰਖਾਂ ਦੇ ਥਾਂ। ਜਦੋਂ ਆ ਕੇ ਪੁੱਛਿਆ, ਕਹਿੰਦੇ ਵੀ ਕਿਸ ਤਰ੍ਹਾਂ ਹੋਇਆ, ਅਫਸਰ ਨੇ ਆਉਣਾ ਸੀ, ਕਹਿੰਦੇ ਜੀ ਤੁਸੀਂ ਤਾਂ ਨਾਲ ਦਾ, ਕਹਿੰਦਾ ਵੀ ਮੇਰੇ ਨਾਲ ਤਾਂ ਵਰਦੀ ਸੀ, ਜਾ ਕੇ ਆਪਾਂ ਇਕੱਠੇ ਤਾਂ ਗਏ ਆਂ ਪਰੇਡ ਕਰਨ। ਕਹਿੰਦਾ ਅੱਛਾ, ਜਾ ਕੇ ਅੰਗਰੇਜ਼ ਨੂੰ ਕਹਿ ਦਿੱਤਾ, ਕਹਿੰਦੇ ਜੀ ਮੈਂ ਨਹੀਂ ਨੌਕਰੀ ਕਰਨੀ।
ਕੀ ਹੋਇਆ, ਤੈਨੂੰ ਅਸੀਂ ਛੱਡ ਨਹੀਂ ਸਕਦੇ। ਕਹਿੰਦਾ ਵੀ ਜਿਹੜਾ ਮੇਰੇ ਥਾਂ ਤੇ ਸਿਪਾਹੀ ਬਣ ਕੇ ਆ ਸਕਦਾ, ਜਾਂ ਤੁਹਾਡੇ ਰਿਸ਼ਤਿਆਂ 'ਚ ਮੇਰਾ ਨਾਂ ਨਹੀਂ ਹੈ। ਦੇਖਿਆ ਲੱਭਿਆ ਹੀ ਨਹੀਂ ਸੀ। ਫਿਰ ਕਹਿੰਦੇ ਐਂ ਹੀ ਰਹੀ ਜਾਓ। ਫਿਰ ਭਗਤੀ ਕੀਤੀ, ਦਰਿਆ ਦਾ ਪਾਣੀ ਚੜ੍ਹ ਕੇ ਆ ਗਿਆ, ਉਹਦੇ ਵਿੱਚ ਵੀ ਨਹੀਂ ਸੀ ਡੁੱਬੇ। ਤੇ ਇਸ ਕਰਕੇ ਫਿਰ ਕਾਰਜ ਆਵੈ ਰਾਸ, ਸਾਰੇ ਕੰਮ ਰਾਸ ਆ ਜਾਂਦੇ। ਇਹ ਨਹੀਂ ਵੀ ਨਾਮਦੇਵ ਕਬੀਰ ਦੇ ਜਗ ਸੰਪੂਰਨ ਕਿਤੇ ਹੁਣ ਨਹੀਂ ਕੋਈ ਹੈ ਇਹੋ ਜਿਹਾ। ਹੁਣ ਵੀ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਰਗੇ ਜਿਹੜੀ ਭਾਈ ਦਇਆ ਸਿੰਘ ਤੋਂ ਸੰਪਰਦਾ ਚੱਲੀ ਆ, ਉਹਦੇ ਚੋਂ ਅੱਗੇ ਰਾੜਾ ਸਾਹਿਬ ਸੰਪਰਦਾ ਹੈ। ਇਉਂ ਸਾਧ ਸੀ ਵੀ ਮਹਾਂਪੁਰਖ ਐਡੇ ਬੜੇ ਕਰਨੀ ਵਾਲੇ ਹੋਏ, ਬਹੁਤ ਬਹੁਤ ਵਖਾਣੀਐ। ਉਹ ਵਾਹਿਗੁਰੂ ਦੇ ਗੁਣ ਜਾਂ ਜਸ ਬਹੁਤ ਅਧਿਕ ਤੋਂ ਅਧਿਕ ਕਰਕੇ ਵਖਾਣੀਆਂ ਕਰੀ ਦੇਣ। ਪਰ ਉਹ ਵਾਹਿਗੁਰੂ ਦੇ ਜਿੰਨੇ ਵੀ ਗੁਣ ਅਸੀਂ ਕਹਿੰਦੇ ਆ ਵਖਾਣ, ਜਿੰਨੇ ਵੀ ਬਹੁਤੇ ਜਿੰਨੇ ਕਥਨ ਕਰਾਂਗੇ ਉਹਨੇ ਹੋਰ ਕਥਨ ਵਾਸਤੇ ਹੋਰ ਦਿਮਾਗ ਦੇ ਵਿੱਚ ਆ ਵੀ ਗੁਣ ਆਉਂਦਾ ਹੈ। ਸ਼ੇਸ਼ਨਾਗ ਇਸ ਤਰ੍ਹਾਂ ਹੀ ਕਰਦਾ ਹੈ, ਜਿਤਨਾ ਬਹੁਤਾ ਜ਼ਿਆਦਾ ਵਖਾਣੀਆਂ ਕਥਨ ਕਰੀਏ ਉਹਨਾਂ ਹੋਰ ਬਹੁਤ ਜ਼ਿਆਦਾ ਹੋਰ ਵੀ ਚੇਤੇ ਅਨੁਭਵ ਹੋ ਜਾਂਦਾ ਹੈ। ਉਹਦਾ ਸਰੂਪ ਰੂਪੀ ਥਾਂ ਅੱਗੇ ਦੱਸਦੇ ਨੇ ਉੱਚੋ ਉੱਚਾ, ਉੱਚੋ ਉੱਚਾ ਥਾਂ। ਉਹਦਾ ਥਾਂ ਟਿਕਾਣਾ ਵੀ ਉੱਚਿਆਂ ਤੋਂ ਉੱਚਾ ਹੈ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਰਿਆਂ ਤੋਂ ਉੱਚਾ ਹੈ। ਇਹ ਜੀਵ ਉਹਦੇ 'ਚ ਭੇਦ ਹੋ ਸਕਦਾ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਬਾਰਾ। ਐਸਾ ਪਰਮੇਸ਼ਰ ਵਾਹਿਗੁਰੂ ਹੈ ਜੇ ਵਰਨਾ ਚਿਹਨਾ ਬਾਹਰਾ। ਤੇ ਉਹਦਾ ਜਿਹੜਾ ਵਰਨਾ ਚਿਹਨਾ ਬਾਹਰਾ, ਉਹਦਾ ਨਾਂ ਤਾਂ ਕੋਈ ਵਰਨ ਕੀ ਰੰਗ ਹੈ ਨਾ ਚਿਹਨ ਹੈ। ਮਹਾਰਾਜ ਨੇ ਕਿਹਾ ਨਾ ਗੁਰੂ ਸਾਹਿਬ ਜੀ ਨੇ ਜਾਪ ਸਾਹਿਬ ਵਿੱਚ, ਚੱਕਰ ਚਿਹਨ ਅਰ ਵਰਨ ਜਾ ਤਿਰਪਾਤ ਨਹਿਨ ਜਿਹੀ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਦ ਕਹਿ। ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀ ਜੈ। ਕੋਟ ਇੰਦਰ ਇੰਦਰਾਨ ਸਾਹੇ ਸਾਹਣ ਗਣੀਜੈ। ਤ੍ਰਿਭਵ ਮਹੀ ਸੁਰ ਨਰ ਅਸੁਰ ਨੇ ਤੇਤ ਮੰਤਰਨ ਕਹਿ ਤੋਇ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨ ਤੋਂ ਸੁਮਤ। ਤੇਰੇ ਤੋਏ ਕਥੈ ਕਵਨ ਕਰਮ, ਤੇਰੇ ਕੌਣ ਕੀ ਕਥਨ ਕਰ ਸਕਦਾ ਹੈ। ਤੇ ਇਸ ਕਰਕੇ ਕਰਮ ਨਾਮ ਵਰਨ ਤੋਂ ਸਮਤ ਦੇਣ ਵਾਲਾ ਉਹ ਪਰਮੇਸ਼ਰ ਬੈਠੇ ਐਸਾ ਹੈ। ਉਹਦਾ ਵਰਨ ਚੇਨਾ ਤੋਂ ਬਾਹਰ ਹੈ, ਕੋਈ ਕਿਹਾ ਨਹੀਂ ਜਾ ਸਕਦਾ ਹੈ। ਕੀਮਤ ਕਹਿ ਨਾ ਸਕਾਓ। ਤੇ ਨਾ ਤੇਰਾ ਵਰਨ ਬ੍ਰਾਹਮਣ ਦਾ, ਨਾ ਖੱਤਰੀ ਦਾ, ਨਾ ਵੈਸ਼ ਦਾ, ਨਾ ਸ਼ੂਦਰ ਦਾ, ਨਾ ਗੋਰਾ, ਨਾ ਕਾਲਾ, ਨਾ ਚਿੱਟਾ, ਨਾ ਲਾਲ, ਕਿਹੜੀ ਸ਼ਾਨੀ ਕੋਈ ਨਹੀਂ। ਚਿੰਨ੍ਹਾਂ ਤੋਂ ਵੀ ਬਾਹਰ ਹੈ, ਨਿਰਾਕਾਰ ਹੈ, ਇੰਦਰੀਆਂ ਗੋਲਕਾਂ ਤੋਂ ਰਹਿਤ ਹੈ, ਸਤ ਚਿਤ ਆਨੰਦ ਹੈ। ਜਿਸ ਕਰਕੇ ਉਹਦੀ ਕੀਮਤ ਮੁੱਲ ਨਹੀਂ ਕਹੀ ਜਾ ਸਕਦੀ। ਨਾਨਕ ਕਾ ਪ੍ਰਭ ਮਇਆ ਕਰ। ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ, ਹੇ ਮੇਰੇ ਵਾਹਿਗੁਰੂ, ਮਇਆ ਨਾਮ ਕਿਰਪਾ ਦਾ ਹੈ। ਮੇਰੇ ਤੇ ਕਿਰਪਾ ਬਣਾਈ ਰੱਖੀ। ਮੈਂ ਗਰੀਬ ਹੁਣ ਜਿਹਾ ਜਿਹਾ ਵੀ ਮਰਜੀ ਹਾਂ, ਪਰ ਹੁਣ ਮੈਂ ਤੇਰੇ ਚਰਨਾਂ 'ਚ ਆ ਗਿਆ। ਕਰ ਅਪਰਾਧ ਸ਼ਰਨ ਹਮ ਆਏ। ਅਪਰਾਧ ਬੜੇ ਕਰੇ ਨੇ, ਪਰ ਮੈਂ ਹੁਣ ਤੇਰੀ ਸ਼ਰਨ ਦੇ ਵਿੱਚ ਹਾਂ। ਇਸਲਾਮ ਦੇ ਪੁਸਤਕਾਂ ਵਿੱਚ ਲਿਖਿਆ ਹੈ, ਇਸਲਾਮ ਦੇ ਧਰਮ ਵਿੱਚ ਲਿਖਿਆ ਹੈ। ਪੁੱਛਿਆ ਮੁਹੰਮਦ ਸਾਹਿਬ ਨੂੰ, ਕਹਿੰਦੇ ਹਜ਼ੂਰ ਮੁਹੰਮਦ, ਉਹਦੀ ਉਮਤ ਦੇ ਲੋਕਾਂ ਨੇ ਪੁੱਛਿਆ, ਕਹਿੰਦੇ ਜੀ ਇਹ ਦੱਸੋ ਵੀ ਜਿਹੜੇ ਜੀਵ ਨੇ ਗੁਨਾਹ ਕੀਤੇ ਹੈ, ਇਹਨਾਂ ਦੀ ਸਜ਼ਾ ਹੀ ਹੋਊਗੀ ਕਿ ਮਾਫੀ ਵੀ ਹੋ ਸਕਦੀ ਹੈ ਖੁਦਾ ਦੇ ਦਰ। ਮੁਹੰਮਦ ਸਾਹਿਬ ਕਹਿਣ ਲੱਗੇ ਹਾਂ ਹੋ ਸਕਦੀ ਹੈ। ਕਹਿੰਦੇ ਜੀ ਕਿਵੇਂ? ਕਹਿੰਦੇ ਜਿਸ ਦਿਨ ਜੀਵ ਖੁਦਾ ਨੂੰ ਜਾਮਨ ਸਮਝ ਕੇ ਕਹਿੰਦੇ ਗੁਨਾਹਾਂ ਤੋਂ ਤੋਬਾ ਕਰ ਲਵੇ ਕਿ ਅੱਜ ਤੋਂ ਬਾਅਦ ਮੈਂ ਕੋਈ ਗੁਨਾਹ ਨਹੀਂ ਕਰੂ, ਉਸੇ ਛਣ ਮੁਹੰਮਦ ਸਾਹਿਬ ਕਹਿੰਦੇ ਪਿਛਲੇ ਗੁਨਾਹ ਖੁਦਾ ਮਾਫ ਕਰ ਦਿੰਦਾ, ਬਾਦ ਸ਼ਰਤ ਕਿ ਅੱਗੇ ਨੂੰ ਗੁਨਾਹ ਨਾ ਕਰੇ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸਿੱਖ ਮਤ ਦੇ ਅੰਦਰ, ਹਿੰਦੂ ਮਤ ਦੇ ਅੰਦਰ ਕਹਿੰਦੇ ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੈ। ਉਹ ਅੱਗੇ ਨੂੰ ਮਾਰਗ ਪਾ ਦਿੰਦਾ। ਤੇ ਜਿਸ ਵੇਲੇ ਅੰਮ੍ਰਿਤ ਛਕਦੇ ਆ ਪਿਛਲੇ ਗੁਨਾਹ ਸਾਰੇ ਮਾਫ ਹੋ ਜਾਂਦੇ ਨੇ। ਉਸ ਤੋਂ ਬਾਅਦ ਬਜਰਕ ਰਹਿਤ ਨਾ ਕਰੀਏ, ਰਹਿਤ ਬਹਿਤ ਰੱਖੀਏ। ਜੇ ਕਿਸੇ ਢਿਲਮਠ ਹੋ ਗਈ, ਫਿਰ ਜੇ ਬਜਰਕ ਰਹਿਤੀਆ ਮਰ ਗਿਆ ਤਾਂ ਵੀ ਮਨਮੁਖਾਂ ਵਾਲੀ ਦਸ਼ਾ ਹੀ ਹੋਊਗੀ। ਫਿਰ ਰਹਿਤ ਬਿਨਾਂ ਨਾ ਸਿੱਖ ਖਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਜੇ ਸੁਧਾਈ ਕਰਾ ਕੇ ਜਾਊ, ਪੁਰਾਣੇ ਸਮੇਂ 'ਚ ਮਹਾਂਪੁਰਖ ਦੱਸਦੇ, ਕਹਿੰਦੇ ਪੁਰਾਣੇ ਗੁਰਸਿੱਖਾਂ 'ਚ ਕਹਿੰਦੇ ਇਸ ਤਰ੍ਹਾਂ ਦੀ ਭਾਵਨਾ ਸੀ, ਕਹਿੰਦੇ ਸਰੀਰ ਦੇ ਸਵਾਸ ਪੂਰੇ ਹੋਣ ਤੋਂ ਪਹਿਲਾਂ ਉਹ ਕਹਿੰਦੇ ਇੱਕ ਵਾਰੀ ਅੰਮ੍ਰਿਤ ਦੀ ਬੂੰਦ ਫੇਰ ਮੂੰਹ 'ਚ ਪਾ ਦਿਓ, ਕੀ ਪਤਾ ਕੋਈ ਜਾਣੇ ਅਣਜਾਣੇ ਭੁੱਲ ਹੋਈ ਹੋਵੇ। ਤਿਆਰ ਪਰ ਤਿਆਰ ਹੀ ਮੈਂ ਜਾਵਾਂ। ਸਿੱਖੀ ਨਾਲ ਪਿਆਰ ਸੀ ਉਹਨਾਂ ਨੂੰ। ਪਿਛਲੇ ਔਗਣ ਬਖਸ਼ ਲੈਂਦਾ ਤੇ ਸੁਧਾਈ ਕਰਾ ਲਈਏ। ਜੇ ਜੱਟ ਦੀ ਪੰਜਾਲੀ ਟੁੱਟ ਜਾਵੇ, ਖੇਤੀ ਤਾਂ ਨਹੀਂ ਛੱਡਦਾ ਹੁੰਦਾ। ਪੰਜਾਲੀ ਟੁੱਟੀ ਹੈ, ਮਰਿਆਦਾ ਟੁੱਟ ਗਈ ਤਾਂ ਮਰਿਆਦਾ ਰਹਿਤ ਵਹਿ ਤੇ ਟੁੱਟੀ, ਅੰਮ੍ਰਿਤ ਨਹੀਂ ਟੁੱਟਿਆ ਤੇਰਾ, ਅੰਮ੍ਰਿਤ ਅੰਦਰ ਹੀ ਪਿਆ। ਇਸ ਕਰਕੇ ਸਾਧ ਜੀ ਤਿਆਰ ਪਰ ਤਿਆਰ ਜੀਵਨ ਹੋਣਾ ਚਾਹੀਏ ਖਾਲਸੇ ਦਾ, ਤਾਂ ਮਹਾਰਾਜ ਦੀ ਪ੍ਰਸੰਨਤਾ ਹੋਈ। ਰਹਿਤ ਬਿਨਾਂ ਨਾ ਸਿੱਖ ਖਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਦਾ ਚਿਹਰਾ। ਬੜੀ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ। ਅਦਾਲਤ ਨਿਆਂ ਕਰਨ ਵਾਲੇ ਜੱਜ ਇੱਥੇ ਮਹਾਰਾਜ ਸਾਹਿਬ ਨੇ ਪੈਦਾ ਕਰ ਦਿੱਤੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ।
ਜੇ ਗੁਨਾਹ ਹੋ ਗਿਆ 5 ਪਿਆਰਿਆਂ ਦੇ ਹਾਜ਼ਰ ਹੋ ਜਾਓ ਤੇ ਸੱਚ ਬੋਲ ਕੇ ਸੁਧਾਈ ਕਰਾ ਲਓ। ਮਹਾਰਾਜ ਕਹਿੰਦੇ ਮੇਰੇ ਖਾਲਸੇ ਨੂੰ ਜਿਹਨੇ ਸੁਧਾਈ ਕਰਾ ਲਈ ਹੈ, ਰਹਿਤ ਬਹਿਤ ਦੇ ਸਹਿਤ ਗਿਆ, ਕਹਿੰਦੇ ਧਰਮਰਾਜ ਦੀ ਹਿੰਮਤ ਨਹੀਂ ਮੇਰੇ ਖਾਲਸੇ ਨੂੰ, ਉਹਦੀ ਜੀਵ ਆਤਮਾ ਨੂੰ ਆ ਕੇ ਉਹਦੇ ਹੱਥ ਨਹੀਂ ਪਾ ਸਕਦਾ, ਉਹਦੀ ਬਾਹ ਨੂੰ। ਇਸ ਕਰਕੇ ਸਾਧ ਜੀ ਜੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਜੇ ਉਹ ਮਾਇਆ ਕਰੇ, ਉਹ ਕਿਰਪਾ ਦ੍ਰਿਸ਼ਟੀ ਕਰ ਦੇਵੇ, ਸਤ ਦੇਵੋ ਆਪਣਾ ਨਾਮ, ਉਹਨੂੰ ਬੇਨਤੀ ਕਰੀਏ ਸੱਚੇ ਪਾਤਸ਼ਾਹ ਤੂੰ ਆਪਣਾ ਨਾਮ ਦੇ ਦੇ ਸਾਨੂੰ ਕੁਛ ਨਹੀਂ ਚਾਹੀਦਾ। ਇੱਥੇ ਤੱਕ ਦ੍ਰਿੜ ਨਿਸ਼ਚਾ, ਕਹਿੰਦੇ ਸਾਨੂੰ ਤੰਦਰੁਸਤੀ ਵੀ ਨਹੀਂ ਚਾਹੀਦੀ, ਸਾਨੂੰ ਬਿਮਾਰੀ ਚੰਗੀ, ਜਿਹੜੀ ਬਿਮਾਰੀ ਤੂੰ ਚੇਤੇ ਆਵੇਂ। ਕੁੰਤੀ ਨੇ ਮੰਗਿਆ ਨਹੀਂ ਸੀ, ਇੱਕ ਨਾ ਦੂਖ ਭੂਖ ਸਦ ਮਾਰੇ ਵੀ ਦਾਤ ਤੇਰੀ ਦਾ, ਪਰ ਨਾਮ ਨਾ ਭੁੱਲੇ। ਭਗਵਾਨ ਕ੍ਰਿਸ਼ਨ ਨੇ ਕਿਹਾ ਸੀ ਭੂਆ ਲੋਕੀ ਸੁੱਖ ਮੰਗਦੇ, ਦੁੱਖ ਕਿਉਂ ਮੰਗਿਆ? ਕਹਿੰਦੀ ਭਗਵਾਨ ਦੁੱਖਾਂ ਦੇ ਵਿੱਚ ਚੇਤੇ ਆਉਣਾ ਤੂੰ, ਜਾਂ ਗਰੀਬੀ ਚ ਆਉਣਾ, ਇਸ ਕਰਕੇ ਦੁੱਖ ਭੁੱਖ ਮੰਗਿਆ। ਸੇ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਜੀ ਆਪਣਾ ਨਾਮ ਦਿਓ, ਐਦੋਂ ਵੱਡੀ ਕੋਈ ਬਾਤ ਨਹੀਂ ਹੈ। ਗੁਰੂ ਕਿਰਪਾ ਕਰੇ ਆਓ, ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਜੀ ਸਤਿਗੁਰੂ ਖਿਮਾ ਕਰਨ ਭਾਈ, ਆਉਣਾ ਤੁਹਾਡਾ ਸਰੋਤੇ ਜਨਾਂ ਦਾ ਸਫਲਾ ਹੋਵੇ। ਗੁਰੂ ਕਿਰਪਾ ਕਰੇ ਤੁਹਾਡੀ ਪੜ੍ਹਾਈ ਕੀਤੀ ਸਭਲਿਓ ਵੀ ਅੱਖਰਾਂ 'ਚ ਪੂਰਾ ਧਿਆਨ ਕਰਿਆ ਕਰੋ। ਜਦੋਂ ਪੋਥੀ ਮੂਹਰੇ ਪ੍ਰਕਾਸ਼ ਹੋਵੇ, ਹੋਰ ਪਾਸੇ ਦੇਖਣਾ, ਫਿਰ ਬਾਜ ਬਣੀ, ਫਿਰ ਪੋਥੀ ਦੀ ਬੇਅਦਬੀ ਮੰਨੀ ਜਾਂਦੀ। ਅੱਖਰਾਂ ਕੰਨੀਏ ਦੇਖਣਾ, ਅੱਖਰ ਗੁਰੂ ਦਾ ਰੂਪ ਹਨ, ਗੁਰੂ ਦੇ ਧਿਆਨ ਤੋਂ ਇੱਧਰ ਉੱਧਰ ਧਿਆਨ ਨਹੀਂ ਜਾਣਾ ਚਾਹੀਦਾ। ਆਓ ਇੱਥੇ ਹੀ ਸਮਾਪਤੀ ਹੈ ਜੀ। ਹਾਂਜੀ। ਵਰਨਾ ਚਿਹਨਾ ਬਾਹਰ ਕੀਮਤ ਕਹਿ ਨਾ ਸਕਾਉ, ਨਾਨਕ ਕੋ ਪ੍ਰਭ ਮਇਆ ਕਰ ਸਚ ਦੇਵ ਹੋਇ ਆਪਣਾ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।